ਵਾਹਿਗੁਰੂ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਥ ਦੁਤੀਆ ਅਧਿਆਏ ਦੋਹਰਾ ਦੁਤੀਏ ਪਸ਼ਚਾਤਾਪ ਕੇ ਭਾਖੇ ਦਸ਼ਕ ਸਲੋਕ ਜਾਕੇ ਸ਼ਰਵਣ ਮਨਨ ਤੇ ਨਸ਼ਟ ਹੋਏ ਮਨ ਸ਼ੋਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਔਰ ਪਿਆਰੇ ਵਿਦਿਆਰਥੀ ਜਨ, ਆਪਾਂ ਸਾਰੇ ਸੰਥਿਆ ਲੈ ਰਹੇ ਹਾਂ ਇੱਕ ਪੁਰਾਤਨ ਮਹਾਨ ਗ੍ਰੰਥ ਵੈਰਾਗ ਸ਼ਤਕ, ਜਿਹੜਾ ਭਰਤਰੀ ਜੀ ਮਹਾਰਾਜ ਨੇ ਲਿਖਿਆ ਸੀਗਾ। ਇਸ ਗ੍ਰੰਥ ਦੇ ਵਿੱਚ ਉਹਨਾਂ ਨੇ ਬਹੁਤ ਸੁੰਦਰ ਅਲੰਕਾਰ ਤੇ ਸੁੰਦਰ ਛੰਦਾਂ ਵਿੱਚ ਵੈਰਾਗ ਦਾ ਜ਼ਿਕਰ ਕੀਤਾ ਹੈ। ਇੱਕ ਪਿੱਛੇ 65 ਨੰਬਰ ਛੰਦ ਦੇ ਉੱਤੇ, ਪਹਿਲੇ ਅਧਿਆਇ ਦਾ 65 ਨੰਬਰ ਛੰਦ, ਉਹਦੇ ਵਿੱਚ ਪੰਕਤੀ ਆਈ ਸੀ, ਕਮਲਾ ਕੀ ਰਤ ਲੋਕ ਕਮਲਾ ਕਰਤ ਹੈ। ਇਹਦਾ ਅਰਥ ਆਪਾਂ ਇਹ ਕੀਤਾ ਸੀ ਵੀ ਕਮਲਾ ਯਾਨੀ ਮਾਇਆ ਦੀ ਪ੍ਰੀਤੀ ਕਮਲੇ ਲੋਕ ਕਰਦੇ ਹਨ। ਦੂਸਰਾ ਅਰਥ ਇਹਦਾ ਇਸ ਤਰ੍ਹਾਂ ਕਰਦੇ ਨੇ, ਕਮਲਾ ਕੀਰਤ ਲੋਕ ਕਮਲਾ ਕਰਤ ਹੈ, ਕਿ ਮਾਇਆ ਦੀ ਸ਼ੋਭਾ, ਮਾਇਆ ਦੀ ਚਮਕ ਦਮਕ, ਕੀਰਤੀ ਮੈਨੇ ਸ਼ੋਭਾ ਯਾਨੀ ਚਮਕ ਦਮਕ ਤੋਂ ਲਕਸ਼ਣਾਰਥ ਕਰਕੇ ਕੀਰਤੀ ਦਾ ਅਰਥ ਹੈ ਸ਼ੋਭਾ ਵਡਿਆਈ, ਲੋਕਾਂ ਨੂੰ ਕਮਲਾ ਕਰ ਦਿੰਦੀ ਹੈ। ਮਾਇਆ ਦੀ ਚਮਕ ਜਿਹੜੀ ਹੈ, ਕਮਲਾ ਕੀਰਤ ਲੋਕ ਕਮਲਾ ਕਰਤ ਹੈ। ਵੈਸੇ ਸਹੀ ਪਾਠ ਤਾਂ ਪਹਿਲਾਂ ਉਹੀ ਹੈ, ਕਮਲਾ ਕੀ ਰਤ ਲੋਕ ਕਮਲਾ ਕਰਤ ਹੈ, ਵੀ ਕਮਲਾ ਦੀ ਪ੍ਰੀਤੀ, ਮਾਇਆ ਦੀ ਪ੍ਰੀਤੀ ਕਮਲੇ ਲੋਕ ਕਰਦੇ ਨੇ। ਪਰ ਦੂਜਾ ਅਰਥ ਵੀ ਸਮਯਕ ਹੈ ਵੀ ਕਮਲਾ ਕੀਰਤ ਲੋਕ ਕਮਲਾ ਕਰਤ ਹੈ, ਮਾਇਆ ਦੀ ਵਡਿਆਈ ਬੰਦੇ ਨੂੰ ਕਮਲਾ ਕਰ ਦਿੰਦੀ ਹੈ। ਦੂਸਰਾ ਇੱਦਾਂ ਵੀ ਹੈ, ਕਮਲਾ ਕੀ ਰਤ ਲੋਕ ਕਮਲਾ ਕਰਤ ਹੈ, ਕਹਿੰਦੀ ਮਾਇਆ ਦੀ ਵਡਿਆਈ ਲੋਕਾਂ ਨੂੰ ਕਮਲਾ ਕਰ ਦਿੰਦੀ ਹੈ, ਜਾਂ ਕਮਲੇ ਲੋਕ ਮਾਇਆ ਦੀ ਵਡਿਆਈ ਕਰਦੇ ਨੇ। ਇਸ ਤਰ੍ਹਾਂ ਕਈ ਤਰੀਕਿਆਂ ਨਾਲ ਮਹਾਂਪੁਰਸ਼ਾਂ ਨੇ ਅਰਥ ਕੀਤੇ ਨੇ। ਇਸੇ ਤਰ੍ਹਾਂ ਅੱਗੇ ਵੀ ਜਿਉਂ-ਜਿਉਂ ਤੁਸੀਂ ਪੜ੍ਹੋਗੇ ਤੁਹਾਡੀ ਵਿੱਦਿਆ ਵੱਧਦੀ ਜਾਏਗੀ। ਹੁਣ ਦੂਜਾ ਅਧਿਆਇ ਆਰੰਭ ਹੋ ਰਿਹਾ, ਇਹਨੂੰ ਸਰਵਣ ਕਰੀਏ ਪਿਆਰ ਨਾਲ। ਦੋਹਰਾ ਦੁਤੀਏ ਪਸ਼ਚਾਤਾਪ ਕੇ ਭਾਖੇ ਦਸ਼ਕ ਸਲੋਕ। ਦੂਜੇ ਅਧਿਆਏ ਵਿੱਚ ਮਹਾਰਾਜ ਭਰਤਰੀ ਜੀ ਨੇ ਪਸ਼ਚਾਤਾਪ ਦੇ, ਪਛਤਾਵੇ ਦੇ 10 ਸਲੋਕ ਵਰਣਨ ਕੀਤੇ ਨੇ। ਜਾ ਕੇ ਪਛਤਾਵਾ ਇਸ ਗੱਲ ਦਾ ਹੁੰਦਾ ਵੀ ਕੋਈ ਕੰਮ ਮੇਰੇ ਤੋਂ ਗਲਤ ਹੋ ਗਿਆ ਜਾਂ ਮੈਂ ਇਹ ਕੰਮ ਨਹੀਂ ਕਰ ਸਕਿਆ। ਪੰਜਾਬੀ 'ਚ ਪਛਤਾਵਾ ਕਹਿੰਦੇ ਨੇ, ਸੰਸਕ੍ਰਿਤ 'ਚ ਪਸ਼ਚਾਤਾਪ ਕਹਿੰਦੇ ਨੇ। ਤਾਂ ਦੂਜੇ ਅਧਿਆਏ ਵਿੱਚ 10 ਸਲੋਕਾਂ ਵਿੱਚ ਉਹਨਾਂ ਨੇ ਪਸ਼ਚਾਤਾਪ ਕੀਤਾ ਹੈ। ਜਾ ਕੇ ਸ਼ਰਵਣ ਮਨਨ ਤੇ ਨਸ਼ਟ ਹੋਏ ਮਨ ਸ਼ੋਕ। ਜਿਸ ਸਲੋਕਾਂ ਨੂੰ ਸੁਣਨ ਨਾਲ, ਜਿਨ੍ਹਾਂ ਸਲੋਕਾਂ ਨੂੰ ਮੰਨਣ ਨਾਲ ਤੁਹਾਡੇ ਮਨ ਦੇ ਦੁੱਖ ਦੂਰ ਹੋ ਜਾਣਗੇ। ਜਿਹੜੀ ਮਨ ਦੀ ਪਰੇਸ਼ਾਨੀ ਹੈ, ਮਨ ਦੀ ਚਿੰਤਾ ਹੈ, ਜੇ ਤੁਸੀਂ ਸ਼ਰਧਾ ਨਾਲ ਇਹਨਾਂ ਪਵਿੱਤਰ ਸਲੋਕਾਂ ਨੂੰ ਸੁਣੋਗੇ, ਤੁਹਾਡੇ ਮਨ ਦੀਆਂ ਸਾਰੀਆਂ ਜਿਹੜੀਆਂ ਆਦੀਆਂ ਵਿਆਦੀਆਂ ਉਪਾਧੀਆਂ ਨੇ ਉਹ ਨਾਸ ਹੋ ਜਾਣਗੀਆਂ। ਖਿਣ ਵਿੱਚ ਹੀ ਸਾਰੇ ਸ਼ੋਕ ਨਾਸ ਹੋ ਜਾਣਗੇ। ਕਬਿਤ ਪਾਦ ਕੰਜ ਸ਼ਿਵ ਜੀ ਕੇ ਨਾ ਅਰਾਧੇ ਹਮ ਨੀਕੇ। ਇਸ ਕਵਿਤ ਵਿੱਚ ਮਹਾਰਾਜ ਜੀ ਲਿਖਦੇ ਨੇ, ਪਾਦ ਕੰਜ ਸ਼ਿਵ ਜੀ ਕੇ, ਕਿ ਸ਼ਿਵ ਭਗਵਾਨ, ਸ਼ਿਵ ਨਾਮ ਚੇਤਨ ਦਾ ਹੈ, ਸ਼ਿਵ ਨਾਮ ਕਲਿਆਣ ਕਰਨ ਵਾਲੇ ਦਾ ਹੈ। ਸੋ ਜੋ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਚੇਤਨ ਸਰੂਪ ਹੈ, ਸਾਰਿਆਂ ਦਾ ਕਲਿਆਣ ਕਰਨ ਵਾਲਾ ਹੈ, ਉਹਦੇ ਪਾਦ ਕੰਜ, ਪਾਦ ਮੈਨੇ ਚਰਨ, ਪੈਰ, ਪਦ, ਕੰਜ ਮੈਨੇ ਕਮਲ ਵਰਗੇ, ਜਿਹੜੇ ਮਹਾਰਾਜ ਭਗਵਾਨ ਸ਼ਿਵ ਜੀ ਦੇ ਚਰਨ ਕਮਲ ਹਨ। ਨਾ ਅਰਾਧੇ ਹਮ ਨੀਕੇ, ਚੰਗੀ ਤਰ੍ਹਾਂ ਅਸੀਂ ਉਹਨਾਂ ਦੀ ਆਰਾਧਨਾ ਨਹੀਂ ਕੀਤੀ, ਪਰਮੇਸ਼ਰ ਦੇ ਚਰਨਾਂ ਦੀ ਭਗਤੀ ਨਹੀਂ ਕੀਤੀ, ਵਾਹਿਗੁਰੂ ਦਾ ਸਿਮਰਨ ਨਹੀਂ ਕੀਤਾ। ਕਰਨ ਉਧਾਰ ਜੀ ਕੇ ਰਮਣੀ ਕੇ ਚੀਨ ਮੈਂ। ਕਰਨ ਉਧਾਰ ਜੀ ਕੇ, ਉਹ ਜਿਹੜੇ ਪਵਿੱਤਰ ਚਰਨ ਨੇ ਉਹ ਜੀਵਾਂ ਦਾ ਉਧਾਰ ਕਰਨ ਵਾਲੇ ਨੇ, ਸਾਡਾ ਸਾਰਿਆਂ ਦਾ ਆਤਮਾ ਦਾ ਕਲਿਆਣ ਕਰਨ ਵਾਲੇ ਨੇ ਭਗਵਾਨ ਸ਼ਿਵ ਦੇ ਚਰਨ। ਰਮਣੀ ਕੇ ਸੁੰਦਰ ਚੀਨ ਮੈਂ ਚੰਗੇ ਸੋਹਣੇ ਜਾਣ ਕੇ ਭਗਵਾਨ ਦੇ ਚਰਨਾਂ ਨੂੰ ਆਰਾਧਿਆ ਨਹੀਂ। ਮੈਨੂੰ ਚਾਹੀਦਾ ਸੀ ਕਿ ਵਾਹਿਗੁਰੂ ਦੇ ਚਰਨਾਂ ਨੂੰ, ਪਰਮੇਸ਼ਰ ਦੇ ਚਰਨਾਂ ਨੂੰ ਮੈਂ ਸੋਹਣੇ ਸੁੰਦਰ ਜਾਣ ਕੇ ਉਹਨਾਂ ਦੀ ਆਰਾਧਨਾ ਕਰਦਾ, ਪਰ ਨਹੀਂ ਕੀਤੀ। ਇਸ ਗੱਲ ਦਾ ਪਛਤਾਵਾ ਹੈ। ਹਾਂਜੀ। ਨਾਗਪੁਰ ਤਾਕਨ ਕੇ ਤਾਕਨ ਮੈਂ ਪੁੰਨ ਦਛ। ਕਹਿੰਦੇ ਨਾਗਪੁਰ ਤਾਕਨ ਕੇ, ਨਾਗ ਕਹਿੰਦੇ ਨੇ ਸਵਰਗ ਨੂੰ, ਪੌਰ ਕਹਿੰਦੇ ਨੇ ਗੇਟ, ਦਰਵਾਜ਼ੇ ਨੂੰ,
ਤਾਕ ਕਹਿੰਦੇ ਨੇ ਜਿਹੜਾ ਉਹਦਾ ਪੱਲਾ ਹੁੰਦਾ, 2 ਦਰਵਾਜ਼ੇ ਦੇ ਪੱਲੜੇ ਹੁੰਦੇ ਨਾ, ਪੰਜਾਬੀ 'ਚ ਉਹਨੂੰ ਤਾਕ ਕਹਿੰਦੇ ਨੇ। ਸਾਡੇ ਬਜ਼ੁਰਗ ਆਮ ਕਹਿੰਦੇ ਹੁੰਦੇ ਸੀ ਤਾਕ ਭੇੜ ਦੇ, ਦਰਵਾਜ਼ੇ ਬੰਦ ਕਰ ਦੇ। ਤੋ ਨਾਕ ਪੌਰ ਤਾਕਨ ਕੇ, ਜਿਹੜੇ ਸਵਰਗ ਦੇ ਦਰਵਾਜ਼ਿਆਂ ਦੇ ਤਾਕ ਨੇ, ਪੱਲੜੇ ਨੇ, ਡੋਰ ਨੇ, ਧਾਕਨ ਮੈਂ, ਉਹਨਾਂ ਨੂੰ ਧੱਕਣ ਵਾਸਤੇ। ਜਿਵੇਂ ਇੱਥੇ ਲਿਖਿਆ ਹੁੰਦਾ ਅੰਗਰੇਜ਼ੀ 'ਚ ਪੁਸ਼ ਕਰਨਾ, ਵੀ ਦਬਾਓ ਦਰਵਾਜ਼ਾ ਖੁੱਲ੍ਹ ਜਾਏਗਾ ਧੱਕਾਂਗੇ ਤਾਂ। ਤੋ ਕਹਿੰਦੇ ਵੀ ਉਹਨਾਂ ਨੂੰ ਧੱਕਣ ਦੇ ਵਿੱਚ ਜਿਹੜੇ ਪੁੰਨ ਸੀਗੇ, ਕਿਉਂਕਿ ਪੁੰਨ ਹੀ ਜਿਹੜੇ ਨੇ ਉਹ ਸਵਰਗਾਂ ਦੇ ਬੂਹੇ ਖੋਲ੍ਹ ਸਕਦੇ ਆ। ਸਵਰਗਾਂ ਦਾ ਦਰਵਾਜ਼ਾ ਤਾਂ ਹੀ ਖੁੱਲ੍ਹੇਗਾ ਜੇ ਪੁੰਨ ਕੀਤੇ ਹੋਣਗੇ। ਤੋ ਜਿਹੜੇ ਪੁੰਨ ਸਵਰਗਾਂ ਦੇ ਦਰਵਾਜ਼ਿਆਂ ਨੂੰ ਧੱਕਣ 'ਚ ਮੇਰੇ ਕੰਮ ਆਉਣ ਵਾਲੇ ਸੀ। ਹਾਂਜੀ। ਤੇ ਪੇਨਾ ਇਕੱਤਰ ਕਛ ਕੀਨ ਭਾਗਹੀਨ ਮੈਂ। ਹਾਂ, ਤੇ ਭੇਨਾ ਇਕੱਤਰ ਕਛ ਕੀਨ ਭਾਗਹੀਨ ਮੈਂ ਭਾਗਾਂ ਹੀਣੇ ਨੇ। ਤੇ ਪੇ ਉਹ ਵੀ ਜਿਹੜੇ ਯਾਨੀ ਪੁੰਨ ਸੀਗੇ ਉਹ ਵੀ ਇਕੱਠੇ ਨਹੀਂ ਕੀਤੇ। ਇਕੱਤਰ ਕਛ ਕੀਨ ਕੁਛ ਵੀ ਨਹੀਂ ਇਕੱਠੇ ਕੀਤੇ। ਭਾਗਹੀਣ ਮੈਂ ਭਾਗਾਂ ਤੋਂ ਹੀਣੇ ਨੇ, ਕੋਈ ਵੀ ਪੁੰਨ ਨਹੀਂ ਕੀਤਾ। ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤ ਹੀ ਕਾਜ ਨਾ ਆਇਆ। ਕਰ ਆਭਰਨ ਸਵਾਰੀ ਸੇਜਾ, ਕਾਮਣ ਥਾਟ ਬਣਾਇਆ। ਮੈਂ ਚੰਗੇ ਕੰਮ ਨਹੀਂ ਕੀਤੇ, ਮਾੜੇ ਸਾਰੇ ਕੀਤੇ। ਹਾਂਜੀ। ਉਬੈ ਪੀਨ ਕੁਚੀ ਨਾਰੀ, ਭਾਰੀ ਰੂਪ ਗੁਣਵਾਰੀ। ਉਬੈ 2 ਪੀਨ ਸਖਤ, ਕੁਚੀ ਥਣ, ਸਖਤ ਥਣਾ ਵਾਲੀ, ਨੌਜਵਾਨ ਸੁੰਦਰ ਇਸਤਰੀ, ਭਾਰੀ ਰੂਪ ਗੁਣਵਾਰੀ, ਜਿਹਦਾ ਬਹੁਤ ਹੀ ਸੋਹਣਾ ਰੂਪ ਸੀਗਾ ਤੇ ਬੜੇ ਗੁਣਾਂ ਵਾਲੀ ਸੀ। ਸੁਪਨੇ ਮਝਾਰੀ ਪੀ ਅਲਿੰਗਨ ਨਾ ਕੀਨ ਮੈਂ। ਸੁਪਨੇ ਵਿੱਚ ਵੀ ਮੈਂ ਉਹਦਾ ਸਪਰਸ਼ ਨਹੀਂ ਪ੍ਰਾਪਤ ਕਰ ਸਕਿਆ। ਜਿਹੜੇ ਕੰਮ ਦੁਨੀਆ ਦੇ ਸੁੱਖ ਦੇਣ ਵਾਲੇ ਹੁੰਦੇ ਆ ਉਹ ਵੀ ਨਹੀਂ ਕਰ ਸਕਿਆ, ਜਿਹੜੇ ਮੁਕਤੀ ਦੇਣ ਵਾਲੇ ਮੈਂ ਉਹ ਵੀ ਨਹੀਂ ਕਰ ਸਕਿਆ। 3 ਗੱਲਾਂ ਇੱਥੇ ਕਹੀਆਂ ਨੇ। ਪਹਿਲਾਂ ਦਾ ਪਹਿਲੀ ਪੰਕਤੀ 'ਚ ਕਿਹਾ ਪਾਦ ਕੰਜ ਸ਼ਿਵ ਜੀ ਕੇ ਨਾ ਅਰਾਧੇ ਹਮ ਨੀਕੇ। ਜਿਹੜੇ ਭਗਵਾਨ ਸ਼ਿਵ ਜੀ ਦੇ ਚਰਨ ਕਮਲ ਸੀ ਉਹਨਾਂ ਦੀ ਆਰਾਧਨਾ ਨਹੀਂ ਕੀਤੀ, ਭਗਤੀ ਨਹੀਂ ਕੀਤੀ। ਦੂਜਾ ਸੀਗਾ ਵੀ ਸਵਰਗਾਂ ਦੇ ਵਿੱਚ ਜਾਣ ਵਾਸਤੇ ਬੰਦਾ ਪੁੰਨ ਕਰ ਲਵੇ। 2 ਚੀਜ਼ਾਂ ਨੇ, ਜਾਂ ਤਾਂ ਮੁਕਤੀ ਪਾ ਲਵੇ, ਮੁਕਤੀ ਤਾਂ ਮਿਲਦੀ ਨਾਮ ਨਾਲ, ਤੇ ਸਵਰਗ ਮਿਲਦਾ ਪੁੰਨਾਂ ਨਾਲ। ਕਹਿੰਦੇ ਨਾ ਤਾਂ ਮੈਂ ਮੁਕਤੀ ਵਾਸਤੇ ਭਗਤੀ ਕੀਤੀ ਤੇ ਨਾ ਸਵਰਗਾਂ ਵਾਸਤੇ ਮੈਂ ਪੁੰਨ ਕੀਤੇ। ਤੀਜਾ ਕੀ ਸੀਗਾ? ਤੀਜਾ ਸੀ ਵੀ ਇਸ ਦੁਨੀਆ 'ਚ ਸੁਖੀ ਹੋ ਜਾਂਦੇ। ਸੋਹਣੀ ਸੁੰਦਰ ਇਸਤਰੀ ਹੁੰਦੀ, ਰੂਪ ਵਾਲੀ ਤੇ ਗੁਣ ਵਾਲੀ। ਸੁਪਨੇ ਮਝਾਰੀ ਵੀ, ਸੁਪਨੇ ਵਿੱਚ ਵੀ ਅਲਿੰਗਨ ਨਾ ਕੀਨ ਮੈਂ, ਉਹ ਵੀ ਨਹੀਂ ਮੈਨੂੰ ਮਿਲੀ। ਮੈਂ ਸੁਪਨੇ ਵਿੱਚ ਵੀ ਉਹਦਾ ਸਪਰਸ਼ ਨਹੀਂ ਪ੍ਰਾਪਤ ਕਰ ਸਕਿਆ। ਹਾਂਜੀ। ਮਾਤਾ ਕੋ ਜੋਬਨ ਬਨ, ਤਾਸ ਨਾਸ ਹੇਤ ਜਨ। ਮਾਤਾ ਕੋ ਜੋਬਨ ਬਨ, ਤਾਸ ਨਾਸ ਹੇਤ ਜਨ। ਹਾਂ, ਇੱਥੇ ਪਾਠ ਸਾਡੇ ਕੋਲ ਮਾਤਾ ਕੋ ਜੋਬਨ ਬਾਸ ਤਾਸ ਨਾਸ ਹੇਤ। ਹਾਂਜੀ, ਤੁਹਾਡੇ ਕੋਲ ਪਾਠ ਕਿਵੇਂ ਹੈ? ਮਾਤਾ ਕੋ ਜੋਬਨ ਬਨ, ਤਾਸ ਨਾਸ ਹੇਤ ਜਨ। ਹਾਂ, 2 ਵਾਰੀ ਬਨ ਪਾਠ ਠੀਕ ਹੈ। ਮਾਤਾ ਕੋ ਜੋਬਨ ਬਨ, ਜਿਹੜੀ ਆਪਣੀ ਮਾਂ ਦੀ ਜਵਾਨੀ ਸੀ, ਜਿਸ ਮਾਂ ਨੇ ਸਾਨੂੰ ਜਨਮ ਦਿੱਤਾ, ਉਹ ਜਵਾਨ ਸੀ, ਸੋਹਣੀ ਸੀ, ਸੁੰਦਰ ਸੀਗੀ। ਉਹਦੀ ਜਿਹੜੀ ਸੁੰਦਰਤਾ ਦਾ ਬਨਵੇਂ ਨੇ ਜੰਗਲ। ਹੁਣ ਜੰਗਲ ਨੂੰ ਕੱਟਣਾ ਹੋਵੇ ਤਾਂ ਕੀ ਚਾਹੀਦਾ? ਘੋੜਾ। ਕਹਿੰਦੇ ਜਿਹੜੇ ਮਾਂ ਦੀ ਜਵਾਨੀ ਦੀ ਬਗੀਚੀ ਸੀ, ਮਾਂ ਦੀ ਜਵਾਨੀ ਦਾ ਬਾਗ ਸੀਗਾ, ਮਾਂ ਦੀ ਜਵਾਨੀ ਦਾ ਜੰਗਲ ਸੀਗਾ। ਤਾਸ ਨਾਸ ਹੇਤ ਜਨ, ਉਸ ਜੰਗਲ ਨੂੰ ਕੱਟਣ ਵਾਸਤੇ, ਉਹ ਤਾਸ ਮੈਨੇ ਉਹਦਾ, ਨਾਸ ਕਰਨ ਹੇਤ ਮੈਨੇ ਵਾਸਤੇ, ਯਾਨੀ ਮਾਂ ਦੀ ਜਵਾਨੀ ਦਾ ਨਾਸ ਕਰਨ ਵਾਸਤੇ। ਹਾਂਜੀ। ਕੇਵਲ ਕੁਠਾਰ ਹੋਏ, ਖੋਏ ਸੁਖ ਤੀਨ ਮੈਂ। ਕੇਵਲ ਕੁਠਾਰ ਹੋਏ, ਖੋਏ ਸੁਖ ਤੀਨ ਮੈਂ। ਕੇਵਲ ਮੈਂ ਇਹ ਕੰਮ ਕੀਤਾ ਵੀ ਮਾਂ ਦੀ ਜਵਾਨੀ ਨੂੰ ਕੱਟਣ ਲਈ ਘੋੜੇ ਦਾ ਕੰਮ ਕੀਤਾ। ਮਾਂ ਦੀ ਜਵਾਨੀ ਦਾ ਜਿਹੜਾ ਬਾਗ ਸੀਗਾ ਉਹਨੂੰ ਕੱਟਣ ਲਈ ਮੈਂ ਘੋੜੇ ਦਾ ਕੰਮ ਕੀਤਾ। ਕਿਉਂਕਿ ਜਦੋਂ ਮੈਨੂੰ ਮੇਰੀ ਮਾਂ ਨੇ ਜਨਮ ਦਿੱਤਾ, 9 ਮਹੀਨੇ ਆਪਣੇ ਪੇਟ 'ਚ ਰੱਖਿਆ, ਉਹਨੇ ਆਪਣੇ ਖੂਨ ਨਾਲ ਮੈਨੂੰ ਸਿੰਚਿਆ, ਉਹਦੀ ਸੁੰਦਰਤਾ ਖਤਮ ਹੋ ਗਈ। ਮਾਂ ਦੀ ਜੋ ਬੱਚੇ ਜਨਮ ਤੋਂ ਪਹਿਲਾਂ ਸੁੰਦਰਤਾ ਹੁੰਦੀ ਹੈ ਕੁਆਰੀ ਅਵਸਥਾ 'ਚ, ਜਦੋਂ ਬੱਚਾ ਜਨਮ ਲੈਂਦਾ ਫਿਰ ਉਹ ਝੁਰੜੀਆਂ ਪੈ ਜਾਂਦੀਆਂ ਨੇ, ਪੇਟ ਵੀ ਸੁੰਦਰ ਨਹੀਂ ਰਹਿੰਦਾ, ਸਾਰੇ ਸਰੀਰ ਦੀ ਜਿਹੜੀ ਢਾਲ ਬਦਲ ਜਾਂਦੀ। ਕਹਿੰਦੇ ਮਾਂ ਦਾ ਨਵਾਂ ਜਨਮ ਹੁੰਦਾ। ਯਾਨੀ ਮਾਂ ਨੇ ਆਪਣੀ ਜਵਾਨੀ ਵਾਰਤੀ, ਮੈਨੂੰ ਜਨਮ ਦਿੱਤਾ, ਅਤੇ ਮੈਂ ਘੋੜਾ ਹੀ ਬਣ ਕੇ ਉਹਨੂੰ ਕੱਟਿਆ, ਮਾਂ ਦੀ ਜਵਾਨੀ ਨੂੰ। ਕੇਵਲ ਕੁਠਾਰ ਹੋਏ ਖੋਏ ਸੁਖ ਤੀਨ ਮੈਂ, 3 ਸੁੱਖ ਗਵਾ ਲਏ। ਕਿਵੇਂ? ਪਹਿਲੀ ਪੰਕਤੀ ਸੀਗਾ ਪਾਦ ਕੰਜ ਸ਼ਿਵ ਜੀ ਕੇ ਨਾ ਅਰਾਧੇ ਹਮ ਨੀਕੇ, ਇਹ ਭਗਤੀ ਦਾ ਸੁੱਖ ਸੀਗਾ, ਨਾਮ ਜਪਣਾ ਸੀ, ਬ੍ਰਹਮ ਗਿਆਨ ਪ੍ਰਾਪਤ ਕਰਨਾ, ਇਹ ਵੀ ਨਹੀਂ ਕੀਤਾ।
ਦੂਜਾ ਸੀ ਵੀ ਮੈਂ ਦੁਨੀਆ ਵਿੱਚ ਚੰਗੇ ਕੰਮ ਕਰਦਾ, ਚਲੋ ਸਵਰਗ ਹੀ ਚਲਾ ਜਾਂਦਾ, ਪੁੰਨ ਵੀ ਨਹੀਂ ਕੀਤੇ। ਤੀਜਾ ਸੀ ਵੀ ਚਲੋ ਮੈਂ ਇੱਥੇ ਹੀ ਦੁਨੀਆ ਵਿੱਚ ਹੀ ਕੋਈ ਸੁੱਖ ਨਾਲ 4 ਦਿਨ ਜ਼ਿੰਦਗੀ ਕੱਟ ਲੈਂਦਾ, ਹਾਂਜੀ, ਚੰਗੀ ਇਸਤਰੀ ਹੁੰਦੀ, ਚੰਗੀਆਂ ਗੱਡੀਆਂ ਕਾਰਾਂ ਹੁੰਦੀਆਂ, ਉਹ ਵੀ ਨਹੀਂ ਹੋਇਆ ਕਹਿੰਦੇ, ਹਾਂਜੀ। ਇਸ ਕਰਕੇ ਮੈਂ ਕੀ ਕੀਤਾ ਦੁਨੀਆ 'ਤੇ ਆ ਕੇ? ਕੁਛ ਨਹੀਂ ਕੀਤਾ, ਆਪਣੀ ਮਾਂ ਦੀ ਜਵਾਨੀ ਖਰਾਬ ਕੀਤੀ, ਹਾਂਜੀ। ਨਰਾਜ ਛੰਦ ਅਦੋਖ ਬੇਦ ਬੋਧ ਕੋ ਅਧੈਨ ਮੈਂ ਨ ਕੀਨ ਹੈ। ਅਦੋਖ ਬੋਧ ਵੇਦ ਕੋ। ਅਦੋਖ ਬੋਧ ਹੁੰਦਾ ਵੀ ਜਿਹਦੇ 'ਚ ਕੋਈ ਦੋਸ਼ ਨਾ ਹੋਵੇ, ਬੋਧ ਹੁੰਦਾ ਗਿਆਨ, ਬੋਧ ਹੁੰਦਾ ਪੜ੍ਹਾਈ, ਸਟੱਡੀ, ਨੌਲੇਜ। ਕਹਿੰਦੇ ਜਿਹੜਾ ਵੇਦਾਂ ਦਾ ਗਿਆਨ ਹੈ ਉਹ ਦੋਸ਼ ਤੋਂ ਰਹਿਤ ਹੈ, ਉਹ ਮੁਕਤੀ ਦੇਣ ਵਾਲਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਿਹੜਾ ਗਿਆਨ ਹੈ, ਕਿਉਂਕਿ ਵੇਦ ਨਾਮ ਹੈ ਗਿਆਨ ਦਾ, ਜਿਸ ਨੂੰ ਜਾਣ ਕੇ ਤੁਸੀਂ ਆਪਣੀ ਆਤਮਾ ਨੂੰ ਜਾਣ ਸਕਦੇ, ਉਹਨੂੰ ਵੇਦ ਕਹਿੰਦੇ ਆ। ਵਿਦ ਧਾਤੂ ਤੋਂ ਵੇਦ ਬਣਿਆ। ਵਿਦ ਦਾ ਅਰਥ ਹੈ ਜਾਣਨਾ, ਨੌਲੇਜ। ਕਾਹਦੀ? ਆਪਣੇ ਆਪ ਦੀ। ਬਾਹਰ ਦੀ ਨੌਲੇਜ ਤਾਂ ਸਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਮਿਲਦੀ ਹੈ, ਪੈਸੇ ਮਿਲਦੇ ਨੇ ਤਾਂ ਲੋਕ ਪੜ੍ਹਦੇ ਨੇ। ਗੁਰੂ ਗ੍ਰੰਥ ਸਾਹਿਬ ਕਿਉਂ ਨਹੀਂ ਪੜ੍ਹਦੇ? ਧਰਮ ਗ੍ਰੰਥਾਂ ਨੂੰ ਕਿਉਂ ਨਹੀਂ ਪੜ੍ਹਦੇ? ਸਿੱਖਾਂ ਦੇ ਬੱਚਿਆਂ ਦੇ ਤਰਲੇ ਕੱਢੀ, ਆ ਜਾਓ ਪੜ੍ਹ ਲਓ, ਪੜ੍ਹ ਲਓ, ਪੜ੍ਹ ਲਓ। ਉਹਨਾਂ ਨੂੰ ਪਤਾ ਵੀ ਪੈਸੇ ਤਾਂ ਮਿਲਣੇ ਕੋਈ ਨਹੀਂ, ਹਾਂਜੀ। ਅਤੇ ਕਹਿੰਦੇ ਵੀ ਜਿਹੜਾ ਅਦੋਖ ਬੋਧ ਵੇਦ ਕੋ, ਜੋ ਮੁਕਤੀ ਦੇਣ ਵਾਲਾ ਗਿਆਨ ਸੀਗਾ, ਦੋਸ਼ ਤੋਂ ਰਹਿਤ ਸੀ, ਅਦੋਖ ਸੀਗਾ। ਅਧੈਨ ਮੈਂ ਨਕੀਨ ਹੈ, ਉਹ ਮੈਂ ਅਧਿਐਨ ਨਹੀਂ ਕੀਤਾ। ਅਧਿਐਨ ਕਹਿੰਦੇ ਨੇ ਸਟੱਡੀ, ਮੈਂ ਉਹ ਪੜ੍ਹਾਈ ਨਹੀਂ ਕੀਤੀ। ਵੇਦਾਂ ਸ਼ਾਸਤਰਾਂ ਦੀ, ਗੁਰਬਾਣੀ ਦੀ ਵਿੱਦਿਆ ਨਹੀਂ ਪੜ੍ਹਦੇ ਲੋਕ। ਕਿਉਂ ਨਹੀਂ ਪੜ੍ਹਦੇ? ਪੈਸੇ ਮਿਲਦੇ ਨਹੀਂ ਗੇ, ਅਤੇ ਇਹਦੋਂ ਕੀ ਫਾਇਦਾ? ਤਾਂ ਉਹ ਮੈਂ ਨਹੀਂ ਕੀਤਾ। ਜਿਹੜਾ ਮੈਨੂੰ ਮੁਕਤੀ ਦੇਣ ਵਾਲਾ ਗਿਆਨ ਸੀ ਉਹ ਮੈਂ ਨਹੀਂ ਲਿਆ। ਨਾ ਸੇਵ ਮਾਤ ਤਾਤ ਕੀ ਮਝਾਰ ਚਿੱਤ ਦੀਨ ਹੈ। ਨਾ ਸੇਵ ਮਾਤ ਤਾਤ ਕੀ, ਮਾਂ ਪਿਓ ਦੀ ਸੇਵਾ ਵਿੱਚ ਵੀ ਮਝਾਰਮਣੇ ਵਿੱਚ ਚਿੱਤ ਦੀਨ ਹੈ। ਆਪਣੀ ਮਾਂ ਪਿਓ ਦੀ ਸੇਵਾ 'ਚ ਵੀ ਚਿੱਤ ਨਹੀਂ ਦਿੱਤਾ। ਚਲੋ ਵੇਦ ਨਹੀਂ ਪੜ੍ਹੇ, ਮਾਂ ਪਿਓ ਦੀ ਸੇਵਾ ਹੀ ਕਰ ਲੈਂਦੇ, ਉਹ ਵੀ ਨਹੀਂ ਕੀਤੀ, ਹਾਂਜੀ। ਦਇਆ ਨਾ ਦੀਨ ਜੰਤ ਪੈ ਕਰੀ ਮਨਾ ਕੇ ਮੈਂ ਕਭੀ। ਦਇਆ ਨਾ ਦੀਨ ਜੰਤ ਪੈ। ਤੀਜਾ ਕੰਮ ਸੀ ਵੀ ਕਿਸੇ ਗਰੀਬ ਬਿਮਾਰ ਨੂੰ, ਕਿਸੇ ਭੁੱਖੇ ਨੂੰ ਦਇਆ ਕਰਕੇ ਰੋਟੀ ਖਵਾ ਦਿੰਦੇ, ਕਿਸੇ ਨੂੰ ਦਵਾਈ ਦੇ ਦਿੰਦੇ, ਕਿਸੇ ਨੂੰ ਪਾਣੀ ਪਿਆ ਦਿੰਦੇ। ਕਿਸੇ ਗਰੀਬ 'ਤੇ ਮੈਨੂੰ ਤਰਸ ਨਹੀਂ ਆਇਆ। ਮੈਂ ਕਦੀ ਵੀ ਉਹਨਾਂ ਦੇ ਉੱਤੇ ਦਇਆ ਨਹੀਂ ਕੀਤੀ, ਰੱਤੀ ਜਿੰਨੀ ਵੀ ਦਇਆ ਨਹੀਂ ਕੀਤੀ। ਮਨਾਕ ਮੈਨੇ ਥੋੜ੍ਹੀ ਜਿੰਨੀ ਵੀ, ਜੀ, ਮਨਾਕ ਦਾ ਅਰਥ ਹੁੰਦਾ ਥੋੜ੍ਹੀ ਜਿੰਨੀ ਵੀ ਮੈਂ ਕਦੀ ਸੰਤਾਂ ਮਹਾਂਪੁਰਸ਼ਾਂ 'ਤੇ, ਗਰੀਬਾਂ 'ਤੇ, ਦੁਖੀਆਂ 'ਤੇ, ਵਿਅੰਗਮਾਂ 'ਤੇ ਰਹਿਮ ਨਹੀਂ ਖਾਧਾ, ਹਾਂਜੀ। ਨਾ ਨਿਆਇਵੰਤ ਦਰਵਿਆ ਕੀ ਇਕੱਤਰ ਕੀਨ ਲਓ ਅਭੀ। ਤੇ ਨਾ ਹੀ ਮੈਂ ਪੈਸਾ ਇਕੱਠਾ ਕਰ ਸਕਿਆ ਨਿਆਏ ਦੇ ਨਾਲ। ਨਿਆਇਵੰਤ ਦਰਵਿਆ ਕੀ, ਨਿਆਇਵੰਤ ਦਰਵਿਆ ਹੁੰਦਾ ਵੀ ਜਿਹੜਾ ਸਹੀ ਮੈਨੇ 'ਚ 1 ਨੰਬਰ ਦੀ ਕਮਾਈ, 10 ਨੌਹਾਂ ਦੀ ਕਮਾਈ ਜਿਹਨੂੰ ਆਪਾਂ ਕਹਿੰਦੇ ਹਾਂ। ਪੈਸਾ ਤਾਂ ਮੈਂ ਇਕੱਠਾ ਕੀਤਾ, ਪਰ ਮੈਂ ਬੇਈਮਾਨੀ ਨਾਲ ਕੀਤਾ, ਧੋਖੇਧੜੀ ਨਾਲ ਕੀਤਾ। ਯਾਨੀ ਜਿਹੜਾ ਮੈਨੂੰ ਚਾਹੀਦਾ ਸੀ, ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ, ਭੀਖ ਖੁਆਰ। ਕਹਿੰਦੇ ਉੱਤਮ ਸਭ ਤੋਂ ਖੇਤੀ ਕਰਕੇ ਪੈਸਾ ਇਕੱਠਾ ਕਰਨਾ, ਦੂਜਾ ਹੈ ਵਪਾਰ ਕਰਨਾ, ਤੀਜਾ ਨੌਕਰੀ ਕਰਨੀ, ਚੌਥਾ ਫਿਰ ਭੀਖ ਮੰਗਣੀ। ਯਾਨੀ ਮੈਂ ਸਹੀ ਤਰੀਕੇ ਨਾਲ ਪੈਸਾ ਇਕੱਠਾ ਨਹੀਂ ਕਰ ਸਕਿਆ। ਨਾ ਨਿਆਇਵੰਤ ਦਰਵਿਆ ਕੀ ਇਕੱਤਰ ਕੀਨ ਲਓ ਅਭੀ। ਦਰਵਿਆ ਮੈਨੇ ਪੈਸੇ ਦੀ ਇਕੱਤਰਤਾ ਨਹੀਂ ਕੀਤੀ, ਨਿਆਇਵੰਤ ਸਹੀ ਤਰੀਕੇ ਨਾਲ, ਇਨਸਾਫ ਦੇ ਨਾਲ ਨਹੀਂ ਕੀਤੀ, ਹਾਂਜੀ। ਰਾਜ ਛੰਦ ਵਿਸਾਲ ਨੀਲ ਕੰਜ ਨੈਣ ਚੰਚਲੈ ਹਿਰਦੈ ਪ੍ਰਿਆ। ਫਿਰ ਜਿਹਦੀਆਂ ਅੱਖਾਂ ਮੋਟੀਆਂ ਮੋਟੀਆਂ ਸੀ ਤੇ ਨੀਲੇ ਕਮਲ ਵਰਗੀਆਂ ਸੀਗੀਆਂ, ਵਿਸ਼ਾਲ ਨੀਲ ਕੰਜ ਨੈਣ। ਨੀਲ ਕੰਜ ਮੈਨੇ ਨੀਲ ਕਮਲ ਵਰਗੀਆਂ ਅੱਖਾਂ ਸੀਗੀਆਂ, ਨੀਲੇ ਕਮਲ ਵਰਗੀਆਂ। ਚੰਚਲੇ ਹਿਰਦੈ ਪਿਆ, ਚੰਚਲ ਇਸਤਰੀ ਜਿਹੜੀ ਮਨ ਨੂੰ ਪਿਆਰੀ ਲੱਗਦੀ ਹੋਵੇ, ਜਿਹਨੂੰ ਵੇਖ ਕੇ ਮਨ 'ਚ ਪ੍ਰੇਮ ਜਾਗਦਾ ਹੋਵੇ, ਹਾਂਜੀ। ਨਕੀਨ ਸੁਪਨੈ ਪੇ ਮੈਂ ਅਲਿੰਗਨ ਮਹਾਤ੍ਰਿਆ। ਐਸੀ ਮਹਾਤ੍ਰਿਆ ਸੁੰਦਰ ਇਸਤਰੀ, ਪਦਮਨੀ ਇਸਤਰੀ ਦਾ ਮੈਂ ਸੁਪਨੇ ਵਿੱਚ ਵੀ ਅਲਿੰਗਨ ਨਹੀਂ ਕਰ ਸਕਿਆ। ਮੈਨੂੰ ਉਹ ਵੀ ਨਹੀਂ ਮਿਲੀ। ਨਾ ਮੈਂ ਪੈਸਾ ਇਕੱਠਾ ਕਰ ਸਕਿਆ ਅਤੇ ਨਾ ਹੀ ਮੈਨੂੰ ਸੁੰਦਰ ਇਸਤਰੀਆਂ ਦਾ ਸੰਗ ਮਿਲਿਆ। ਪਰ ਪਿੰਡ ਪੈਸ ਲੋਭ ਕਾਕ ਯੋ ਸਮਾਗਤ ਹੋ ਹਮੈ। ਪਰ ਪਿੰਡ ਪਰਾਏ ਪਿੰਡ, ਯਾਨੀ ਆਪਣੀ ਇਸਤਰੀ ਤਾਂ ਮਿਲੀ ਨਹੀਂ, ਅਤੇ ਪਰਾਈਆਂ ਇਸਤਰੀਆਂ ਦੇ ਦੂਸਰੇ ਪਿੰਡ ਕਹਿੰਦੇ ਨੇ ਸਰੀਰ ਨੂੰ, ਪਰਾਏ ਪਿੰਡਿਆਂ ਦੇ ਦੂਜੇ ਸਰੀਰਾਂ ਉੱਤੇ ਮੈਂ ਲਾਲਚ ਦੇ ਨਾਲ ਕਾਕ ਜਿਉਂ ਸਮਾਗਤੋ ਹਮੈ। ਕਾਕ ਮੈਨੇ ਕਊਆ, ਜਿਵੇਂ ਕਊਆ ਦੂਜਿਆਂ ਦੇ ਘਰਾਂ 'ਚ ਜਾ ਕੇ ਰੋਟੀ ਚੁੱਕਦਾ ਨਾ, ਦੂਜਿਆਂ ਦੀ ਥਾਲੀ ਦੇ ਵਿੱਚ ਮੂੰਹ ਮਾਰਦਾ, ਜਾਂ ਕਿਸੇ ਦੇ ਘੜੇ ਦੇ ਵਿੱਚ ਪਾਣੀ ਪਿਆ ਹੋਵੇ ਅਤੇ ਘੜੇ 'ਚ ਠੂੰਗਾ ਮਾਰ ਕੇ ਦੂਜੇ ਦਾ ਪਾਣੀ ਖਰਾਬ ਕਰ ਦਿੰਦਾ।
ਇੱਦਾਂ ਜਿਹੜੇ ਮਾੜੇ ਬੰਦੇ ਹੁੰਦੇ ਆ, ਦੂਜੇ ਦੀ ਧੀ ਭੈਣ ਤੇ ਨਿਗਾਹ ਮਾੜੀ ਰੱਖ ਕੇ ਉਹਦੇ ਘਰ 'ਚ ਵੀ ਕਲਾ ਕਲੇਸ਼ ਪਾ ਦਿੰਦੇ ਆ ਤੇ ਆਪਣਾ ਵੀ ਕਰਵਾ ਲੈਂਦੇ ਸਾਰਾ ਕੁਝ। ਕਹਿੰਦੇ ਮੈਂ ਕਾਂ ਦੀ ਤਰ੍ਹਾਂ ਦੂਜਿਆਂ ਦੇ ਘਰਾਂ ਵਿੱਚ, ਦੂਜਿਆਂ ਦੇ ਸਰੀਰ ਉੱਤੇ, ਦੂਜਿਆਂ ਦੀ ਇਸਤਰੀਆਂ ਉੱਤੇ ਨਿਗਾਹ ਰੱਖੀ ਹੈ। ਹਾਂਜੀ। ਵਿਕਾਸ ਮਾਤ ਆਸ ਕੰਜ ਨਾਸ ਕੋ ਕਰੀ ਜਮੈ। ਸਮਾਂ ਗਤੋ ਹਮੈ, ਸਮਾਂ ਗਤੋ ਹਮੈ ਦਾ ਅਰਥ ਹੈ ਵੀ ਮੇਰਾ ਸਮਾਂ ਇਦਾਂ ਹੀ ਲੰਘ ਗਿਆ, ਦੂਜਿਆਂ ਦੀ ਨਿਗਾਹ ਵਿੱਚ, ਪਰਾਈ ਦ੍ਰਿਸ਼ਟੀ ਵਿੱਚ ਮੇਰੀ ਜ਼ਿੰਦਗੀ ਲੰਘ ਗਈ ਹੈ। ਵਿਕਾਸ ਮਾਤ ਆਸ ਕੰਜ ਨਾਸ ਕੋ ਕਰੀ ਜਮੈ। ਵਿਕਾਸ ਮਾਤ ਆਸ ਕੰਜ, ਮਾਂ ਦੀ ਆਸ਼ਾ, ਮੇਰੀ ਮਾਂ ਸੋਚਦੀ ਸੀ ਮੇਰਾ ਪੁੱਤਰ ਬੜਾ ਧਰਮੀ ਕਰਮੀ ਹੋਵੇਗਾ, ਚੰਗਾ ਹੋਵੇਗਾ, ਕੋਈ ਕਮਾਈ ਕਰੇਗਾ, ਕੋਈ ਨੇਕ ਬਣੇਗਾ। ਹਾਂਜੀ। ਨਾ ਦਾਨੀ ਬਣਿਆ, ਨਾ ਸੂਰਮਾ ਬਣਿਆ, ਨਾ ਭਗਤ ਬਣਿਆ। ਕਹਿੰਦੇ ਮਾਂ ਦੀ ਆਸ ਦਾ ਜਿਹੜਾ ਵਿਕਾਸ ਖਿੜਿਆ ਹੋਇਆ ਸੀ ਨਾ, ਕਮਲ ਦਾ ਫੁੱਲ, ਮੈਂ ਉਹਨੂੰ ਪੱਟਣ ਲਈ ਨਾਸ ਕੋ ਕਰੀ ਜਮੈ, ਹਾਥੀ ਜੰਮਿਆ। ਕਹਿੰਦੇ ਨੇ ਹਾਥੀ ਜਿਹੜਾ ਨਾ ਕਮਲ ਦੇ ਫੁੱਲ ਉਜਾੜ ਦਿੰਦਾ, ਜਿੱਥੇ ਕਮਲ ਦਾ ਫੁੱਲ ਲੱਗਾ ਹਾਥੀ ਚਲਾ ਜੇ ਨਾ, ਉਹ ਆਪਣੀ ਸੁੰਡ ਦੇ ਨਾਲ ਪੁੱਟ ਕੇ ਸੁੱਟ ਦਿੰਦਾ ਉਹਨੂੰ। ਕਹਿੰਦੇ ਮੈਂ ਇਹੋ ਜਿਹਾ ਹਾਥੀ ਜੰਮਿਆ ਵੀ ਆਪਣੀ ਮਾਂ ਦੀ ਆਸਾ ਦਾ ਜਿਹੜਾ ਫੁੱਲ ਸੀਗਾ ਕਮਲ, ਉਹਨੂੰ ਮੈਂ ਪੱਟ ਸੁੱਟਿਆ ਹੈ। ਕਬਿਤ ਤਾਂ ਜੀਵਨ ਕੋ ਤਿਕਾਰ, ਜੋ ਦੁੱਖ ਕੋ ਅਗਾਰ। ਉਸ ਜ਼ਿੰਦਗੀ ਨੂੰ, ਉਸ ਜੀਵਨ ਨੂੰ, ਉਸ ਲਾਈਫ ਨੂੰ ਤਿਕਾਰ ਹੈ, ਲਾਹਨਤ ਹੈ, ਜਿਹੜੀ ਦੁੱਖਾਂ ਦਾ ਘਰ ਹੈ, ਜਿਹੜੀ ਜ਼ਿੰਦਗੀ 'ਚ ਸੁੱਖ ਕੋਈ ਨਹੀਂ, ਦੁੱਖ ਹੀ ਦੁੱਖ ਹੈ। ਜੋ ਦੁੱਖ ਕੋ ਅਗਾਰ, ਅਗਾਰ ਮੈਨੇ ਦੁੱਖਾਂ ਦਾ ਘਰ ਹੈ, ਅਗਾਰ ਘਰ ਨੂੰ ਕਹਿੰਦੇ ਆ। ਮਿੱਤਰ ਬੰਧ ਪਰਿਵਾਰ ਕਰ ਨਿਤ ਜਿਤ ਹੈ। ਹਾਂ, ਮਿੱਤਰ ਬੰਧੂ ਪਰਿਵਾਰ ਕਰ ਨਿਤ ਜਿੱਤ ਹੈ। ਮਿੱਤਰਾਂ ਬੰਧੂਆਂ ਪਰਿਵਾਰ ਕਰਕੇ ਜਿਹੜਾ ਬੰਦਾ ਜਿੱਤਿਆ ਹੋਇਆ, ਸਾਨੂੰ ਕਿੰਨੇ ਲੋਕਾਂ ਨੇ ਜਿੱਤਿਆ ਹੋਇਆ। ਅਸੀਂ ਕਹਿੰਦੇ ਹਾਂ ਜੇਤੂ, ਜੇਤੂ ਥੋੜ੍ਹੇ ਹਾਰੇ ਹੋਏ ਹਾਂ ਅਸੀਂ। ਇੱਕ ਤਾਂ ਸਾਨੂੰ ਮਾਂ ਪਿਓ ਨੇ, ਭੈਣ ਭਰਾਵਾਂ ਨੇ, ਪਤਨੀ ਨੇ, ਧੀਆਂ ਪੁੱਤਾਂ ਨੇ, ਰਿਸ਼ਤੇਦਾਰਾਂ ਨੇ ਜਿੱਤਿਆ ਹੋਇਆ। ਉਹਨਾਂ ਦੀ ਸਾਨੂੰ ਗੱਲ ਮੰਨਣੀ ਪੈਂਦੀ ਹੈ। ਜੋ ਵਿਆਹ ਸ਼ਾਦੀ 'ਤੇ ਬੁਲਾਉਂਦੇ ਸਾਨੂੰ ਜਾਣਾ ਪੈਂਦਾ, ਜੇ ਕੋਈ ਲਾਂਭਾ ਦਿੰਦੇ ਉਹ ਸੁਣਨਾ ਪੈਂਦਾ। 100 ਬੰਦਿਆਂ ਦੇ ਰਿਸ਼ਤੇਦਾਰਾਂ ਦੀ ਸਾਨੂੰ ਮੁਥਾਜੀ ਕਰਨੀ ਪੈਂਦੀ ਹੈ, ਉਹਨਾਂ ਦੇ ਨਾਲ ਬਣਾ ਕੇ ਰੱਖਣੀ ਪੈਂਦੀ ਹੈ। ਅਸੀਂ ਉਹਨਾਂ ਦੀ ਗੱਲ ਨਹੀਂ ਕੱਟ ਸਕਦੇ। ਇਸ ਕਰਕੇ ਅਸੀਂ ਜਿਹੜੇ ਆ, ਇਹਨਾਂ ਰਿਸ਼ਤੇਦਾਰਾਂ ਨੇ ਸਾਨੂੰ ਕਾਬੂ ਕੀਤਾ ਹੈ। ਰਿਸ਼ਤੇਦਾਰ ਕਹਿੰਦੇ ਅੰਮ੍ਰਿਤ ਨਾ ਛਕੋ, ਅਸੀਂ ਨਹੀਂ ਛਕਦੇ। ਆਹ ਰਿਸ਼ਤੇਦਾਰ ਕਹਿੰਦੇ ਗੁਰਦੁਆਰੇ ਨਾ ਜਾਇਆ ਕਰੋ, ਅਸੀਂ ਨਹੀਂ ਜਾਂਦੇ। ਕਿਉਂ? ਰਿਸ਼ਤੇਦਾਰ ਕਿਤੇ ਨਾਰਾਜ਼ ਨਾ ਹੋ ਜਾਣ। ਠੀਕ ਹੈ। ਇਸ ਕਰਕੇ ਸਾਨੂੰ ਰਿਸ਼ਤੇਦਾਰਾਂ ਨੇ, ਪਰਿਵਾਰਾਂ ਨੇ ਬੰਧਨ ਪਾਏ ਹੋਏ ਨੇ। ਹਾਂਜੀ। ਦੀਨਨਾਥ ਜਨੋ ਪਰ ਉਪਕਾਰ ਕੋ ਵਪਾਰ। ਦੀਨਾਨਾਥ ਜਨੋ ਪਰ ਉਪਕਾਰ ਕੋ ਵਪਾਰ। ਦੀਨਾਨਾਥ ਜਨੋ ਪਰ, ਇਹਦਾ ਪਾਠ ਜਮ ਕੇ ਇੱਦਾਂ ਲਾਣੀ, ਦੀਨ ਅਨਾਥ। ਦੀਨਾਨਾਥ ਪੜ੍ਹਨ ਵੇਲੇ ਇਕੱਠਾ ਪੜ੍ਹਨਾ, ਪਰ ਅਰਥ ਕਰਨ ਲੱਗਿਆ ਦੀਨ ਤੇ ਅਨਾਥ। ਦੀਨ ਕਹਿੰਦੇ ਨਿਮਾਣੇ ਨੂੰ, ਗਰੀਬ ਨੂੰ। ਅਨਾਥ ਜਿਹਦਾ ਕੋਈ ਵਾਲੀ ਵਾਰਸ ਨਾ ਹੋਵੇ, ਮਾਂ ਪਿਓ ਨਾ ਹੋਵੇ, ਉਹਨੂੰ ਕਹਿੰਦੇ ਬੱਚਾ ਅਨਾਥ ਹੈ, ਇਹਦਾ ਮਾਂ ਪਿਓ ਕੋਈ ਨਹੀਂ। ਜਾਂ ਜਿਹਦਾ ਕੋਈ ਵਾਲੀ ਵਾਰਸ ਨਾ ਹੋਵੇ, ਉਹਨੂੰ ਕਹਿੰਦੇ ਅਨਾਥ। ਜਿਹੜੇ ਵਿਚਾਰੇ ਦੀਨ ਗਰੀਬ ਸੀਗੇ, ਅਨਾਥ ਸੀਗੇ, ਉਹਨਾਂ ਜਨਾਂ ਪਰ, ਉਹਨਾਂ ਦੇ ਉੱਤੇ ਉਪਕਾਰ ਕੋ ਵਪਾਰ, ਯਾਨੀ ਉਹਨਾਂ ਦੇ ਉੱਤੇ ਉਪਕਾਰ ਕਰਨ ਦਾ ਜਿਹੜਾ ਵਪਾਰ ਹੈ। ਵਪਾਰ ਹੁੰਦਾ ਕੋਈ ਵਿਹਾਰ ਕਰਨਾ, ਲੈਣਾ ਦੇਣਾ, ਕੁਛ ਵੀ ਕਰਨਾ, ਉਹਨੂੰ ਕਹਿੰਦੇ ਵਪਾਰ। ਅਤੇ ਕਹਿੰਦੇ ਜਿਹੜਾ ਗਰੀਬਾਂ 'ਤੇ ਦਇਆ ਕਰਨ ਦਾ ਵਪਾਰ ਸੀਗਾ, ਭੁੱਖੇ ਨੂੰ ਰੋਟੀ ਖਵਾਉਣ ਦਾ, ਬਿਮਾਰ ਨੂੰ ਦਵਾਈ ਦਵਾਉਣ ਦਾ, ਪਿਆਸੇ ਨੂੰ ਪਾਣੀ ਪਿਆਉਣ ਦਾ ਜਿਹੜਾ ਵਪਾਰ ਸੀਗਾ। ਹਾਂਜੀ। ਤਾਕੋ ਤ੍ਰਿਸ਼ਕਾਰ ਜਾ ਮਝਾਰ ਨਿਤ ਥਿਤ ਹੈ। ਇਹੋ ਜਿਹੀਆਂ ਚੀਜ਼ਾਂ ਦਾ, ਚੰਗੇ ਗੁਣਾਂ ਦਾ ਜਿਹੜੇ ਬੰਦੇ ਦੀ ਲਾਈਫ ਦੇ ਵਿੱਚ ਤਿਰਸਕਾਰ ਹੁੰਦਾ, ਯਾਨੀ ਉਸ ਨੇ ਇਹਨਾਂ ਚੀਜ਼ਾਂ ਦਾ ਸਤਿਕਾਰ ਨਹੀਂ ਕੀਤਾ। ਉਹਨੇ ਕਦੀ ਕਿਸੇ ਨੂੰ ਪਾਣੀ ਨਹੀਂ ਪਿਆਇਆ, ਕਿਸੇ ਗਰੀਬ ਦੀ ਮਦਦ ਨਹੀਂ ਕੀਤੀ, ਜਿਹੜਾ ਆਪਣੇ ਪਰਿਵਾਰ ਦੇ ਮੋਹ 'ਚ ਹੀ ਫਸਿਆ ਰਿਹਾ, ਆਪਣੀ ਜ਼ਿੰਦਗੀ ਲਈ ਜੀਆ, ਸਿਰਫ ਵੀ ਆਪਣੇ ਲਈ, ਵੀ ਆਪਣਾ ਪਰਿਵਾਰ ਰਾਜੀ ਰਵੇ, ਆਪਣੇ ਬਸ ਆਪਣੇ ਰਿਸ਼ਤੇਦਾਰ ਖੁਸ਼ ਰਹਿਣ, ਖਾਓ ਪੀਓ ਮੌਜਾਂ ਲਓ, ਇੰਨੀ ਕੁ ਜ਼ਿੰਦਗੀ। ਲੋਕਾਂ ਦੀ ਸੋਚ ਮੈਂ ਦੇਖੀ ਹੈ ਇੱਥੋਂ ਤੱਕ ਹੀ ਹੈ ਵੀ ਆਪਣਾ ਬਸ ਲਾਈਫ ਸਟਾਈਲ ਵਧੀਆ ਹੋਵੇ, ਪਰਿਵਾਰ ਠੀਕ ਹੋਵੇ, ਨਾ ਧਰਮ ਦਾ ਪਤਾ, ਨਾ ਪੰਥ ਦਾ ਪਤਾ, ਨਾ ਗੁਰਬਾਣੀ ਦਾ ਪਤਾ, ਨਾ ਦੇਸ਼ ਦਾ ਪਤਾ, ਨਾ ਸਮਾਜ ਦੇ ਭਲੇ ਦੀ ਕੋਈ ਗੱਲ ਕਰਨੀ ਹੈ। ਆਪਣੇ ਪਰਿਵਾਰ ਨੂੰ ਤਾਂ ਭਾਵੇਂ ਰਸਗੁੱਲੇ ਖਵਾਈ ਜਾਣ, ਦੂਜੇ ਨੂੰ ਵਿਚਾਰੇ ਨੂੰ ਪਾਣੀ ਵੀ ਨਹੀਂ ਪਿਆਉਣਾ। ਉਹ ਜਿਹੜੀ ਹਾਲਤ ਹੈ, ਕਹਿੰਦੇ ਤਾਂ ਕੋ ਤਿਰਸਕਾਰ ਜਾਂ ਮਝਾਰ ਨਿਤ ਥਿਤ ਹੈ। ਤਾਂ ਕੋ ਮੈਨੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਗਰੀਬਾਂ ਅਨਾਥਾਂ ਦੇ ਉੱਤੇ ਭਲਾ ਕਰਨ ਵਾਲੀਆਂ ਗੱਲਾਂ ਨੇ, ਉਹਦਾ ਤਿਰਸਕਾਰ ਜਿਸ ਬੰਦੇ ਦੇ ਮਨ ਵਿੱਚ ਨਿਤ ਹੀ ਟਿਕਿਆ ਹੋਇਆ, ਥਿਤ ਹੈ ਮੈਨੇ ਟਿਕਿਆ ਹੋਇਆ, ਯਾਨੀ ਚੰਗੀ ਗੱਲ ਨਹੀਂ। ਉਹ ਸਾਡਾ ਇੱਕ ਮਹਾਂਪੁਰਸ਼ ਨੇ, ਉਹ ਕਹਿੰਦੇ ਹੁੰਦੇ ਆ, ਕਹਿੰਦੇ ਛੁੱਟ ਭਲਾਈਓ ਸਾਰਾ ਕੁਝ ਕਰ ਲਈਦਾ। ਛੁੱਟ ਭਲਾਈਓ
ਭਲਾਈ ਨਹੀਂ ਕਰਨੀ ਤੇ ਬਾਕੀ ਸਾਰਾ ਕੁਝ ਹੀ ਕਰ ਲੈਣਾ। ਹਾਂਜੀ। ਜਾ ਕੇ ਭਾਲ ਵਿਖੈ ਇੰਦ ਦਵੰਦ ਤਾਪਦਾਰ ਬਿੰਦ। ਜਾਂ ਕੇ ਭਾਲ, ਭਾਲ ਮੈਨੇ ਮੱਥੇ, ਜਿਹਦੇ ਮੱਥੇ ਦੇ ਵਿੱਚ ਚੰਦਰਮਾ ਹੈ। ਚੰਦਰਮਾ ਕਿਹਦੇ ਮੱਥੇ ਤੇ ਹੈ? ਸ਼ਿਵ ਜੀ ਮਹਾਰਾਜ ਦੇ। ਜਾਂ ਕੇ ਭਾਲ ਵਿਖੇ ਇੰਦ, ਜਿਹਦੇ ਮੱਥੇ ਤੇ ਸ਼ਿਵ ਜੀ ਮਹਾਰਾਜ ਦੇ ਚੰਦਰਮਾ ਸ਼ੋਭਦਾ। ਦਵੰਦ ਤਾਂ ਪਦਾਰ ਬਿੰਦ, ਉਹਦੇ 2 ਚਰਨ ਹਨ ਭਗਵਾਨ ਸ਼ਿਵ ਜੀ ਦੇ, ਕਮਲ ਵਰਗੇ ਸੋਹਣੇ, ਪਦਾਰ ਬਿੰਦ। ਹਾਂਜੀ। ਕੋ ਧਿਆਨ ਜਾਮੋ ਮੰਦ ਭੂਤ ਨਿੰਦਾ ਨਿਤ ਹੈ। ਹਾਂ, ਦਵੰਦ ਤਾਂ ਪਦਾਰ ਬਿੰਦ ਕੋ ਧਿਆਨ ਜਾਮੋ ਮੰਦ। ਜਿਸ ਬੰਦੇ ਦੇ ਮਨ ਵਿੱਚ ਭਗਵਾਨ ਸ਼ਿਵ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਮੱਧਮ ਹੈ, ਯਾਨੀ ਪ੍ਰਮਾਤਮਾ ਦੇ, ਗੁਰੂ ਦੇ, ਪਰਮੇਸ਼ਰ ਦੇ ਚਰਨਾਂ ਦਾ ਕਦੀ ਉਹਨੇ ਧਿਆਨ ਕੀਤਾ ਹੀ ਨਹੀਂਗਾ, ਉਹਨੇ ਕਦੀ ਵਾਹਿਗੁਰੂ ਆਖਿਆ ਹੀ ਨਹੀਂ। ਇੱਥੇ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਮਤਲਬ ਸ਼ਿਵ ਜੀ ਮਹਾਰਾਜ ਦਾ ਉਹ ਜੇ ਨਾਮ ਆ ਗਿਆ ਤੇ ਉਸ ਪਾਸੇ ਆਪਣੀ ਸੁਰਤੀ ਜੋੜ ਕੇ ਕੁਝ ਸ਼ੰਕਾ ਨਹੀਂ ਮਨ 'ਚ ਪਾਉਣਾ। ਇੱਥੇ ਗੱਲ ਪਰਮਾਤਮਾ ਦੀ ਆ ਰਹੀ ਹੈ, ਭਾਵੇਂ ਉਹਨੂੰ ਕੋਈ ਕਿਸੇ ਰੂਪ 'ਚ ਪੂਜਦਾ ਹੈ, ਕੋਈ ਕਿਸੇ ਰੂਪ 'ਚ ਪੂਜਦਾ, ਉਹ ਵੱਖਰਾ ਮੈਟਰ ਹੈ। ਤਾਂ ਕਹਿੰਦੇ ਜਿਹੜਾ ਭਗਵਾਨ ਪਰਮੇਸ਼ਰ, ਵਾਹਿਗੁਰੂ, ਅਕਾਲ ਪੁਰਖ, ਅੱਲਾ, ਗਾਡ ਜੋ ਵੀ ਹੈ, ਉਹਦਾ ਧਿਆਨ, ਉਹਦੇ ਚਰਨਾਂ ਦਾ ਧਿਆਨ ਬੰਦੇ ਦੇ ਮਨ 'ਚ ਮੱਧਮ ਹੈ। ਜੇ ਉਹਨੂੰ ਕਹੀਏ ਵੀ ਤੂੰ ਨਾਮ ਜਪ ਲੈ, ਬਾਣੀ ਪੜ੍ਹ ਲੈ, ਕਥਾ ਕਰ ਲੈ, ਕੀਰਤਨ, ਉਹਨੂੰ ਆਲਸ ਪੈ ਜਾਂਦੀ, ਪੁੱਠੇ ਕੰਮ ਕਰਨੇ ਸਾਰਾ ਦਿਨ ਕਰੀ ਜਾਂਦਾ। ਹਾਂਜੀ। ਤੇ ਬੁਰੇ ਕਾਮ ਕੋ ਉੱਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਉਹ ਬੰਦੇ ਦਾ ਕਹਿੰਦੇ ਇੱਦਾਂ ਦਾ ਜਿਹੜਾ ਉਸ ਜੀਵਨ ਨੂੰ ਧਿਕਾਰ ਹੈ, ਫਿਰ ਉਹ ਜੀਵਨ ਸਤਿਕਾਰਯੋਗ ਨਹੀਂ, ਉਹ ਜੀਵਨ ਵਡਿਆਈਯੋਗ ਨਹੀਂ, ਉਹ ਜੀਵਨ ਲਾਹਨਤਯੋਗ ਹੈ। ਭੂਤ ਨਿੰਦਾ ਨਿਤ ਹੈ। ਹਾਂ, ਕਹਿੰਦੇ ਭੂਤ ਨਿੰਦਾ ਨਿਤ ਹੈ। ਭੂਤਾਂ ਦੀ ਨਿੰਦਾ ਜਿਹੜੀ ਹੈ ਉਹ ਨਿੱਤ ਹੀ, ਭਾਵ ਪ੍ਰਾਣੀਆਂ ਦੀ ਨਿੰਦਾ ਕਰਦੇ ਹਨ, ਉਹ ਦੂਜਿਆਂ ਦੀ ਨਿੰਦਾ ਕਰਦੇ ਹਨ। ਹਾਂਜੀ। ਅਲ ਲੋਲ ਲੋਚਨ ਵਿਸਾਲ ਕੋਚ ਤਟ ਤ੍ਰਿਆ। ਅਲ ਲੋਲ ਲੋਚਨ, ਕਹਿੰਦੇ ਜਿਸ ਇਸਤਰੀ ਦੀਆਂ ਅੱਖਾਂ ਚੰਚਲ ਹਨ, ਭੌਰੇ ਵਰਗੀਆਂ ਸੁੰਦਰ ਚੰਚਲ ਹਨ, ਤੇ ਲੋਚਨ ਨੇ ਅੱਖਾਂ, ਵਿਸਾਲ ਕੋਟ, ਕਹਿੰਦੇ ਜਿਹਦੀ ਛਾਤੀ ਚੌੜੀ ਹੈ ਤੇ ਕੱਚ, ਕੋਚ ਉਹਨਾਂ ਛਾਤੀ ਨੂੰ ਕਹਿੰਦੇ ਆ, ਥਣਾ ਨੂੰ। ਹਾਂਜੀ। ਤਟ ਤ੍ਰਿਆ ਭਾਵ ਛਾਤੀ ਚੌੜੀ ਹੈ, ਸੁੰਦਰ ਹੈ, ਜਵਾਨ ਇਸਤਰੀ ਹੈ। ਤਾਕੂ ਮੇਲਾ ਪੀ ਨਾ ਭਇਓ ਯਹੀ ਵੇਲਾ ਬਿਤ ਹੈ। ਉਹਦਾ ਮੇਲ ਵੀ ਨਹੀਂ ਹੋਇਆ, ਭਾਵ ਨਾ ਮੈਂ ਭੋਗੀ ਬਣ ਸਕਿਆ, ਕਹਿਣ ਦਾ ਮਤਲਬ ਇਹ ਹੈ, ਨਾ ਮੈਂ ਜੋਗੀ ਬਣ ਸਕਿਆ, ਕਿਸੇ ਪਾਸੇ ਦਾ ਵੀ ਨਹੀਂ ਬਣਿਆ ਸੰਸਾਰ 'ਚ। ਇਸ ਤਰ੍ਹਾਂ ਯੋਂ ਹੀ ਵੇਲਾ ਬਿਤ ਹੈ, ਇੱਦਾਂ ਹੀ ਮੇਰੀ ਉਮਰ ਦਾ ਸਮਾਂ ਜਿਹੜਾ ਉਹ ਲੰਘਦਾ ਗਿਆ, ਬੀਤ ਗਿਆ। ਹਾਂਜੀ। ਕਬਿਤ ਵਾਦੀ ਬ੍ਰਿੰਦ ਕੇ ਦਮਨ ਵਾਰੀ ਪਿਆਰੀ ਸੰਤਨ ਕੋ। ਵਾਦੀ ਬਿੰਦ ਕੇ ਦਮਨ ਵਾਰੀ। ਵਾਦੀ ਕਹਿੰਦੇ ਨੇ ਵਾਦ ਵਿਵਾਦ ਕਰਨਾ, ਝਗੜਾ ਕਰਨਾ। ਦੁਨੀਆ ਦੇ ਬੜੇ ਝਗੜੇ ਨੇ, ਜਿਹੜੀ ਝਗੜਿਆਂ ਨੂੰ ਮਿਟਾਉਣ ਵਾਲੀ ਹੈ ਉਹ ਗੁਰੂ ਦੀ ਬਾਣੀ ਹੈ। ਵਾਦੀ ਬ੍ਰਿੰਦ ਕੇ ਦਮਨ ਵਾਰੀ, ਸਾਰੇ ਝਗੜਿਆਂ ਨੂੰ ਮਿਟਾਉਣ ਵਾਲੀ, ਵਾਦ ਵਿਵਾਦ ਨੂੰ ਦੂਰ ਕਰਨ ਵਾਲੀ। ਗੁਰਬਾਣੀ 'ਚ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਬਚਨ ਨੇ, ਬਿਨ ਬਾਦ ਵਿਰੋਧ ਹੈ ਕੋਈ ਨਹੀਂ। ਵਾਦ ਵਿਰੋਧ ਤੋਂ ਕੋਈ ਬਚਿਆ ਹੀ ਨਹੀਂ। ਮੈਂ ਤੇ ਖਾ ਲਿਓ 3 ਸਾਲਾਂ ਹੀ, ਮੈਨੂੰ ਦਿਖਾ ਦਿਓ ਵੀ ਕੋਈ ਵਾਦ ਵਿਵਾਦ ਤੋਂ ਬਚਿਆ। ਜੇ ਤੁਸੀਂ ਮੈਨੂੰ ਦਿਖਾ ਦਿਓਗੇ ਤਾਂ ਮੈਂ ਉਹਦੀ ਸਿਫਤ ਕਰਾਂਗਾ। ਕਹਿੰਦੇ ਜਿਹੜੀ ਵਾਦ ਵਿਵਾਦ ਤੋਂ ਬਚੀ ਗੁਰੂ ਦੀ ਬਾਣੀ ਹੈ, ਪਿਆਰੀ ਸੰਤਨ ਕੋ, ਸੰਤਾਂ ਨੂੰ ਪਿਆਰੀ ਲੱਗਦੀ ਹੈ। ਐਸੀ ਵਿਦਿਆ ਕੇ ਸਲੋਕ ਪਠਿਓ ਮੈਂ ਨਾ ਲੋਕ ਮੈਂ। ਐਸੀ ਵਿਦਿਆ ਕੋ ਸਲੋਕ, ਇਹੋ ਜਿਹੀ ਵਿਦਿਆ ਦਾ ਜਿਹੜਾ ਸਲੋਕ ਹੈ, ਪਠਿਓ ਮੈਂ ਨਾ ਲੋਕ ਮੈਂ ਇਸ ਦੁਨੀਆ 'ਤੇ ਆ ਕੇ ਸਲੋਕ ਪੜ੍ਹਿਆ ਹੀ ਨਹੀਂ। ਗੁਰਬਾਣੀ ਦੀ ਕੋਈ ਪੰਕਤੀ ਨਹੀਂ ਪੜ੍ਹੀ ਜਿਹੜੀ ਮੇਰੇ ਮਨ ਦੇ ਝਗੜੇ ਮਿਟਾ ਸਕਦੀ ਸੀ, ਜਿਹੜੇ ਮਨ ਦੇ ਸ਼ੰਕੇ ਮਿਟਾ ਸਕਦੀ ਸੀ। ਗੁਰਬਾਣੀ ਜਿਹੜੀ ਹੈ ਨਾ, ਮਨ ਦੇ ਸ਼ੰਕੇ ਮਿਟਾਉਣ ਲਈ ਹੈ। ਕਈ ਲੋਕ ਨਾ ਅੱਜ ਕੱਲ੍ਹ ਸ਼ੰਕੇ ਚੁੱਕੀ ਫਿਰਦੇ ਆ, ਉਹ ਸਮਝਦੇ ਆ ਵੀ ਅਸੀਂ ਜਿੰਨੇ ਸ਼ੰਕੇ ਕਰਦੇ ਹਾਂ ਸਾਨੂੰ ਜ਼ਿਆਦਾ ਸਿਆਣੇ ਆ। ਅਤੇ ਲੋਕ ਗਿਆਨੀਆਂ ਨੂੰ, ਕਥਾਵਾਚਕਾਂ ਨੂੰ, ਰਾਗੀਆਂ ਢਾਡੀਆਂ ਨੂੰ ਅਕਸਰ ਵੇਖਿਆ ਨਾ, ਉਸ ਇਹੋ ਜਿਹਾ ਸਵਾਲ ਕਰਨਗੇ ਜਾਣ ਬੁੱਝ ਕੇ ਵੀ ਉਹ ਸੋਚਦੇ ਆ ਵੀ ਸ਼ਾਇਦ ਇਹਨਾਂ ਨੂੰ ਉਹਦਾ ਜਵਾਬ ਨਹੀਂ ਆਉਂਦਾ। ਸਵਾਲ ਵੀ ਪੁੱਠਾ ਹੁੰਦਾ, ਕਈ ਵਾਰੀ ਜਵਾਬ ਦੇਣ ਦੀ ਲੋੜ ਨਹੀਂ ਹੁੰਦੀ, ਜੋ ਸਵਾਲ ਹੋਵੇ ਤਾਂ ਉਹਦਾ ਜਵਾਬ ਦਈਏ। ਅਤੇ ਵਾਦ ਵਿਵਾਦ ਕਰਨ ਵਾਲੇ ਸਵਾਲ, ਬੇਲੋੜੇ ਸਵਾਲ ਉਹ ਕਰਦੇ ਨੇ, ਪਰ ਜਿਹੜੀ ਮਨ ਦੇ ਸ਼ੰਕੇ ਮਿਟਾਉਣ ਵਾਲੀ ਬਾਣੀ ਉਹ ਪੜ੍ਹਦੇ ਨਹੀਂ। ਸ਼ੰਕਾ ਮਿਟਾਉਣਾ ਵੱਡੀ ਗੱਲ ਹੈ ਕਿ ਸ਼ੰਕਾ ਪਾਉਣਾ ਵੱਡੀ ਗੱਲ ਹੈ। ਸਾਧੂਆਂ ਦੀ ਬੋਲੀ 'ਚ ਸ਼ੰਕੇ ਦੇ ਇੱਕ ਲਘੂ ਸ਼ੰਕਾ, ਇੱਕ ਦੀਰਘ ਸ਼ੰਕਾ ਹੁੰਦਾ। ਲਘੂ ਸ਼ੰਕਾ ਕਹਿੰਦੇ ਪਿਸ਼ਾਬ ਨੂੰ, ਅਤੇ ਦੀਰਘ ਸ਼ੰਕਾ ਕਹਿੰਦੇ ਜੰਗਲ ਪਾਣੀ ਜਾਣ ਨੂੰ। ਜਿਹੜੇ ਸ਼ੰਕੇ ਚੁੱਕੀ ਫਿਰਦੇ ਨੇ, ਸਮਝੋ ਗੰਦਗੀ ਚੁੱਕੀ ਫਿਰਦੇ ਨੇ। ਜਿਵੇਂ ਪਿਸ਼ਾਬ ਅਤੇ ਮਲ ਸਾਡੇ ਸਰੀਰ ਦੀ ਮੈਲ ਹੈ, ਵਿਸ਼ਟਾ,
ਇਦਾਂ ਸਾਡੇ ਮਨ ਦੀ ਮੈਲ ਸ਼ੰਕਾ, ਮਨ 'ਚ ਜਿਹੜਾ ਵੇਸਟ ਨਿਕਲਦਾ ਨਾ, ਉਹ ਕਿੰਤੂ ਪਰੰਤੂ ਹੁੰਦਾ, ਤੇ ਉਹਨੂੰ ਅਸੀਂ ਸਮਝਦੇ ਵੀ ਬੜੀ ਵੱਡੀ ਗੱਲ ਹੈ। ਜਿਵੇਂ ਕਈ ਬੰਦੇ ਨਾ, ਕਈ ਨਿਆਣੇ ਉਹ ਮੈਦਾਨ ਨਹੀਂ ਜਾਂਦੇ, ਜੰਗਲ ਪਾਣੀ ਨਹੀਂ ਜਾਂਦੇ, ਮੁਗਲ ਮਾਰੀ ਜਾਂਦੇ। ਹਾਂਜੀ, ਕਿਉਂ? ਉਹ ਕਹਿੰਦੇ ਵੀ ਸ਼ਾਇਦ ਅਸੀਂ ਪਤਾ ਨਹੀਂ ਬੜੀ ਵੱਡੀ ਕੁਰਬਾਨੀ ਕਰ ਰਹੇ ਹਾਂ ਵੀ ਮੈਦਾਨ ਰੋਕਿਆ ਅਸੀਂ। ਉਹ ਤੇ ਆਪਣੀ ਗੰਦਗੀ ਚੁੱਕੀ ਫਿਰਦੇ। ਇੱਦਾਂ ਹੀ ਜਿਹੜੇ ਸ਼ੰਕੇ ਪਾਲੀ ਜਾਂਦੇ ਆ, ਸ਼ੰਕੇ ਕੱਢਦੇ ਹੀ ਨੇ ਅੰਦਰੋਂ, ਉਹ ਸਮਝੋ ਉਹਨਾਂ ਦੇ ਅੰਦਰ ਗੰਦਗੀ ਦੇ ਮੁਗਲ ਵੱਜਣੇ ਆ। ਫਿਰ ਵਿਚਾਰਾਂ ਦੇ ਵਿੱਚੋਂ ਮੁਸ਼ਕ ਆਉਣੀ, ਉਹਨਾਂ ਦੀ ਜਿਹੜੀ ਵਿਚਾਰ ਨੇ ਉਹ 'ਚ ਬਦਬੂ ਆਉਣੀ ਹੈ। ਇਸ ਕਰਕੇ ਕਹਿੰਦੇ ਵੀ ਉਹ ਬਾਣੀ ਜਿਹੜੀ ਉਹ ਵਿਦਿਆ ਸੀ ਜਿਹੜੀ ਮਨ ਨੂੰ ਸੈਟੀਸਫਾਈ ਕਰ ਸਕਦੀ ਸੀ, ਉਹ ਮੈਂ ਨਹੀਂ ਪੜ੍ਹੀ। ਹਾਂਜੀ। ਖੜਗੋਂ ਕੇ ਅਗਰ ਕਰ ਕਰੀ ਕੁੰਭ ਪੀਠਨ ਕੋ। ਫਿਰ ਕਹਿੰਦੇ ਸੂਰਬੀਰ ਬਹਾਦਰ ਬਣ ਕੇ ਖੜਗੋਂ ਕੇ ਅਗਰ ਕਰ, ਖੰਡਿਆਂ ਦੀ ਧਾਰ ਦੇ ਅੱਗੇ, ਕਰੀ ਮੈਨੇ ਹਾਥੀ, ਕੁੰਭ ਮੈਨੇ ਉਹਦੇ ਮੱਥੇ, ਤੇ ਪੀਠਨ ਕੋ ਉਹਨਾਂ ਨੂੰ ਪੀਸਣ ਵਾਸਤੇ। ਸੂਰਬੀਰ ਬਹਾਦਰ ਜਿਵੇਂ ਬਾਬਾ ਬਚਿੱਤਰ ਸਿੰਘ ਜੀ ਮਹਾਂਪੁਰਸ਼ 10ਵੇਂ ਪਾਤਸ਼ਾਹ ਥਾਪੀ ਲੈ ਕੇ ਹਾਥੀ ਦਾ ਮੱਥਾ ਪਾੜ ਕੇ ਰੱਖਦਾ। ਕਹਿੰਦੇ ਇੱਦਾਂ ਦਾ ਸੂਰਮਿਆਂ ਵਾਲਾ ਕੰਮ ਵੀ ਨਹੀਂ ਮੈਂ ਕਰ ਸਕਿਆ। ਹਾਂ, ਪੀਠ ਕੇ ਨਾ ਜਸ ਨੀਠ ਕੀਨੋ ਸੁਰ ਲੋਕ ਮੈਂ ਕਹਿੰਦੇ ਉਹਨਾਂ ਮਸਤੇ ਹਾਥੀਆਂ ਦੇ ਮੱਥੇ ਪੀ ਨਹੀਂ ਸਕਿਆ, ਯਾਨੀ ਦੁਸ਼ਮਣਾਂ ਦੇ ਨਾਲ ਮੈਂ ਖੰਡਾ ਨਹੀਂ ਖੜਕਾ ਸਕਿਆ, ਮੈਂ ਬਹਾਦਰ ਸੂਰਮਾ ਨਹੀਂ ਬਣ ਸਕਿਆ। ਨਾ ਜਸ ਨੀਠ ਕੀਨੋ ਸੁਰ ਲੋਕ ਮੈਂ ਜਸ ਨਹੀਂ ਲਿਆ, ਮੈਂ ਸੋਭਾ ਨਹੀਂ। ਹੁਣ ਬਾਬੇ ਬਚਿੱਤਰ ਸਿੰਘ ਦੀ, ਬਾਬੇ ਦੀਪ ਸਿੰਘ ਦੀ ਸੂਰਮਿਆਂ ਦੀ ਸੋਭਾ ਹੈ ਨਾ, ਬਹਾਦਰਾਂ ਦੀ ਸੋਭਾ ਰਹਿਣੀ, ਸਦਾ ਹੀ ਰਹਿਣੀ, ਉਹ ਵੀ ਮੈਂ ਨਹੀਂ ਕਰ ਸਕਿਆ। ਤੇ ਉਹਦੇ ਨਾਲ ਦੇਵਲੋਕ ਮਿਲਦਾ, ਸਵਰਗ ਮਿਲਦਾ, ਤੇ ਮੈਂ ਸਵਰਗ ਲੋਕ ਹੀ ਜਾਣਾ ਜਦੋਂ ਮੈਂ ਕੋਈ ਕੰਮ ਕੀਤਾ ਹੀ ਨਹੀਂ ਉੱਥੇ ਜਾਣ ਵਾਲਾ। ਹਾਂਜੀ। ਕਾਂਤਾ ਕੇ ਅਦਰ ਮ੍ਰਿਦ ਦੁਲਵਤ ਰਸ ਨਿਦ। ਕਾਂਤਾ ਕੇ ਅਦਰ ਮਿਰਦ ਦਲਵਤ ਰਸ ਨਿਦ, ਸੋ ਨਾ ਚੂਸੇ ਉਹਦਾ ਬਿਦ ਸਵਚਿਤ ਅਸ਼ੋਕ ਮੈਂ। ਇਹਦਾ ਪੰਕਤੀ ਦਾ ਅਰਥ ਹੈ ਵੀ ਕਾਂਤਾ ਮੈਨੇ ਇਸਤਰੀ ਜਿਹਦੇ ਚਿਹਰੇ ਦੀ ਬੜੀ ਸੋਹਣੀ ਕ੍ਰਾਂਤੀ ਨਿਕਲਦੀ, 18-19 ਸਾਲ ਦੀ ਉਮਰ, 20 ਸਾਲ ਦੀ ਉਮਰ 'ਚ ਚਮਕ ਪੈਂਦੀ ਨਾ ਚਿਹਰੇ ਤੋਂ, ਫੇਸ ਤੋਂ, ਉਹਨੂੰ ਕਹਿੰਦੇ ਕਾਂਤਾ। ਜਿਹਦੇ ਚਿਹਰੇ ਤੋਂ ਕ੍ਰਾਂਤੀ ਨਿਕਲਦੀ ਹੋਵੇ, ਸੁੰਦਰਤਾ ਦਾ ਸੂਰਜ ਵਰਗਾ ਪ੍ਰਕਾਸ਼ ਪੈਂਦਾ ਹੋਵੇ, ਉਹਨੂੰ ਕਾਂਤਾ। ਅਦਰ ਕਹਿੰਦੇ ਬੁੱਲ। ਉਸ ਕਾਂਤਾ ਦੇ ਬੁੱਲ ਨੇ ਮਿਰਦ ਦਲਵਤ ਰਸ ਨਿਧ, ਮਿਰਦ ਮੈਨੇ ਕੋਮਲ ਪੱਤਿਆਂ ਵਰਗੇ ਨੇ ਬੁੱਲ, ਰਸ ਦੇ ਉਹਨਾਂ 'ਚ ਰਸ ਨਿਕਲਦਾ, ਰਸ ਦਾ ਉਹ ਖਜ਼ਾਨਾ ਨੇ। ਸੋ ਨਾ ਚੂਸੇ, ਭਾਵ ਮੈਂ ਉਹ ਜਿਹੜਾ ਇਸਤਰੀ ਦਾ ਚੁੰਮਨ ਹੈ ਉਹ ਵੀ ਨਹੀਂ ਮੈਂ ਕਰ ਸਕਿਆ। ਉਹਦਾ ਬਿਦ, ਉਹਦਾ ਮੈਨੇ ਚੜ੍ਹਿਆ ਹੋਇਆ, ਬਿਦ ਮੈਨੇ ਚੰਦਰਮਾ। ਪੂਰਨਮਾਸ਼ੀ ਦੀ ਰਾਤ ਹੋਵੇ, ਸੁੰਦਰ ਇਸਤਰੀ ਕੋਲ ਹੋਵੇ, ਉਹਦੇ ਨਾਲ ਬੈਠੇ ਬਚਨ ਬਿਲਾਸ ਕਰਦੇ, ਉਹਦਾ ਜਿਹੜਾ ਆਨੰਦ ਹੈ ਉਹ ਵੀ ਨਹੀਂ ਮੈਂ ਲੈ ਸਕਿਆ। ਸਵੱਛਿਤ ਅਸ਼ੋਕ ਮੈਂ, ਆਪਣੀ ਇੱਛਾ ਨਾਲ, ਆਪਣੀ ਮਰਜ਼ੀ ਨਾਲ ਮੈਂ ਵੀ ਨਹੀਂ ਕਰ ਸਕਿਆ, ਤੇ ਅਸ਼ੋਕ ਵੀ ਨਹੀਂ ਹੋ ਸਕਿਆ। ਯਾਨੀ ਪਹਿਲੀ ਪੰਕਤੀ 'ਚ ਲਿਖਿਆ ਸੀ ਵੀ ਜਿਹੜੀ ਬਾਣੀ ਮਨ ਦੇ ਸ਼ੰਕੇ ਮਿਟਾਉਣ ਵਾਲੀ ਬ੍ਰਹਮ ਵਿਦਿਆ, ਮੈਂ ਉਹ ਵੀ ਨਹੀਂ ਪੜ੍ਹੀ। ਦੂਜੇ 'ਚ ਵੀ ਮੈਂ ਸੂਰਮਾ ਬਹਾਦਰ ਯੋਧਾ ਬਣ ਕੇ ਜੰਗ 'ਚ ਲੜਦਾ, ਉਹ ਵੀ ਮੈਂ ਕੁਛ ਨਹੀਂ ਕੀਤਾ, ਬਹਾਦਰ ਵੀ ਨਹੀਂ ਮੈਂ ਬਣਿਆ। ਤੀਜੀ ਪੰਕਤੀ 'ਚ ਕਹਿੰਦੇ ਵੀ ਜਿਹੜਾ ਭੋਗੀਆਂ ਦਾ ਰਸ ਦਾ ਸਿਖਰ ਹੁੰਦਾ, ਸੁੰਦਰ ਇਸਤਰੀਆਂ ਦਾ ਸੰਗ, ਉਹ ਵੀ ਨਹੀਂ ਮੈਨੂੰ ਨਸੀਬ ਹੋਇਆ। ਹਾਂਜੀ। ਗਿਆਨ ਨਾਕ ਨਾਰੀ ਤੀਨ ਕੋ ਨ ਰਸ ਲੀਨ। ਗਿਆਨ ਨਾਕ ਨਾਰੀ ਤਿੰਨ ਕੋ ਨ ਰਸ ਲੀਨ, ਤਿੰਨਾਂ ਦਾ ਮੈਂ ਰਸ ਨਹੀਂ ਲਿਆ, ਨਾ ਤਾਂ ਮੈਂ ਗਿਆਨ ਦਾ ਰਸ ਲਿਆ, ਬ੍ਰਹਮ ਵਿਦਿਆ ਨਹੀਂ ਪੜ੍ਹੀ, ਤੇ ਸਵਰਗ ਦਾ ਰਸ ਲੈਣਾ ਸੀ ਜੰਗ ਕਰਕੇ, ਯੁੱਧ ਕਰਕੇ ਸ਼ਹੀਦੀ ਪਾਣੀ, ਮੈਂ ਸਵਰਗਾਂ ਨੂੰ ਜਾਣਾ ਸੀ, ਉਹ ਵੀ ਨਹੀਂ ਮੈਂ ਖੱਟਿਆ। ਕਹਿੰਦਾ ਇਸਤਰੀ ਦਾ ਰਸ ਇਸ ਦੁਨੀਆ ਤੇ ਲੈਣਾ ਸੀਗਾ, ਉਹ ਵੀ ਨਹੀਂ ਮੈਂ ਲਿਆ। ਅਹੋ ਬ੍ਰਿਥਾ ਜੁਬਾ ਖੀਨੋ ਜੈਸੇ ਦੀਪ ਸੂਨੋ ਓਕ ਮੈਂ। ਆਹੋ, ਬੜੇ ਅਫਸੋਸ ਦੀ ਗੱਲ ਹੈ, ਬਿਰਥਾ ਜੁਬਾ ਖੀਨੋ, ਮੈਂ ਆਪਣੀ ਜਵਾਨੀ ਬਿਰਥਾ ਹੀ ਗਵਾ ਲਈ। ਜੈਸੇ ਦੀਪ ਸੂਨੋ ਓਕ ਮੈਂ, ਜਿਵੇਂ ਘਰ 'ਚ ਖਾਲੀ ਘਰ 'ਚ ਦੀਵਾ ਬਾਲਿਆ ਹੋਵੇ, ਉੱਥੇ ਕੋਈ ਰਹਿੰਦਾ ਨਾ ਹੋਵੇ, ਤੇ ਉਹ ਦੀਵੇ ਦਾ ਕੀ ਫਾਇਦਾ। ਜਿਵੇਂ ਖਾਲੀ ਘਰ 'ਚ ਦੀਵਾ ਬਾਲਿਆ, ਉੱਥੇ ਕੋਈ ਰਹਿੰਦਾ ਹੀ ਨਹੀਂ, ਬਲਦਾ ਬਲੀ ਜਾਵੇ, ਉਹਦਾ ਕੋਈ ਫਾਇਦਾ ਨਹੀਂ ਗਾ। ਇੱਦਾਂ ਮੇਰੀ ਜਵਾਨੀ ਖਾਲੀ ਘਰ 'ਚ ਦੀਵਾ ਹੀ ਹੈ, ਐਵੇਂ ਹੀ ਗਵਾਚ ਗਈ, ਤੇਲ ਐਵੇਂ ਹੀ ਚਲਾ ਗਿਆ। ਤੇਲ ਜਲੇ ਬਾਤੀ ਠਹਿਰਾਨੀ, ਸੂਨਾ ਮੰਦਰ ਹੋਈ, ਇੱਕ ਦਿਨ ਖਾਲੀ ਚਲੇ ਜਾਣਾ, ਜ਼ਿੰਦਗੀ 'ਚ ਖੱਟਿਆ ਹੀ ਕੁਛ ਨਹੀਂ। ਹਾਂਜੀ। ਕਬਿਤ ਦੀਪ ਮੈਂ ਪਤੰਗ ਪਰ ਜਰੇ ਨਾ ਪ੍ਰਤਾਪ ਜਾਨੈ। ਦੀਪ ਮੈਂ ਦੀਵੇ ਦੇ ਉੱਤੇ ਪਤੰਗਾ, ਭੰਬੜ ਜਿਹੜਾ ਛੋਟਾ ਜਿਹਾ ਹੁੰਦਾ ਨਾ, ਉਹਨੂੰ ਭੰਬੜ ਵੀ ਕਹਿੰਦੇ ਨੇ, ਪਤੰਗਾ ਵੀ ਕਹਿੰਦੇ ਨੇ, ਦੀਵਿਆਂ ਦੇ ਉੱਤੇ ਨਹੀਂ ਆ ਜਾਂਦੇ ਭੰਬੜ। ਕਹਿੰਦੇ ਦੀਪ ਮੈਂ ਪਤੰਗ ਭਰੇ, ਦੀਵੇ ਦੇ ਉੱਤੇ ਪਤੰਗਾ ਪੈਂਦਾ, ਜਰੇ ਸੜ ਜਾਂਦਾ, ਉਹਦੀ ਪ੍ਰਤਾਪ, ਅਗਨੀ ਦੇ ਪ੍ਰਤਾਪ ਨੂੰ ਨਹੀਂ ਜਾਣਦਾ,
ਉਹਦੀ ਅਗਨੀ ਦੇ ਪ੍ਰਤਾਪ ਨੂੰ ਨਹੀਂ ਜਾਣਦਾ, ਉਹ ਸੜ ਜਾਂਦਾ। ਮੀਨ ਸੋ ਅਗਿਆਨ ਭਖੇ ਕੁੰਡੀ ਮਿਲੇ ਮਾਸ ਕੋ। ਤੇ ਮੱਛੀ ਜਿਹੜੀ ਹੈ ਅਗਿਆਨਤਾ ਦੇ ਨਾਲ ਗੰਡੋਏ ਦਾ ਮਾਸ ਜਿਹੜਾ ਕੁੰਡੀ ਨੂੰ ਲਾਇਆ ਹੁੰਦਾ ਉਹਨੂੰ ਖਾਣ ਆ ਜਾਂਦੀ ਹੈ। ਕੇਂਚੂਏ ਦਾ ਨਹੀਂ, ਗੰਡੋਆ ਜਿਹੜਾ ਹੁੰਦਾ ਉਹਦਾ ਮਾਸ ਨਾ ਉਹ ਅੱਗੇ ਲਾ ਲੈਂਦੇ ਨੇ ਕੁੰਡੀ ਦੇ, ਅਤੇ ਉਹ ਮੱਛੀ ਨੂੰ ਸੁੱਟ ਦਿੰਦੇ ਨੇ, ਜਾਂ ਆਟਾ ਊਟਾ ਵੀ ਲਾ ਦਿੰਦੇ ਨੇ ਕਈ ਵਾਰੀ, ਅਤੇ ਉਹ ਮੱਛੀ ਉਹਨੂੰ ਮੂੰਹ ਪਾਉਂਦੀ ਹੈ, ਉਹ ਕੁੰਡੀ 'ਚ ਫਸ ਜਾਂਦੀ। ਅਗਿਆਨ ਵਿੱਚ ਉਹਨੂੰ ਪਤਾ ਨਹੀਂ ਹੁੰਦਾ ਵੀ ਮੇਰੀ ਮੌਤ ਹੈ। ਮੀਨ ਜਿਵੇਂ ਪਤੰਗਾ ਹੈ, ਉਹਨੂੰ ਇਹ ਨਹੀਂ ਪਤਾ ਵੀ ਮੈਂ ਦੀਵੇ 'ਤੇ ਸੜ ਜਾਣਾ। ਉਹ ਰੂਪ ਵੇਖਣਾ ਹੁੰਦਾ, ਉਹਦੀ ਚਮਕ ਵੇਖਦਾ, ਉੱਤੇ ਬਹਿੰਦਾ ਸੜ ਜਾਂਦਾ। ਇੱਦਾਂ ਹੀ ਕਹਿੰਦੇ ਮੱਛੀ ਜਿਹੜੀ, ਉਹਨੂੰ ਇਹ ਨਹੀਂ ਪਤਾ ਵੀ ਕੁੰਡੀ ਨੂੰ ਮਾਸ ਲੱਗਾ, ਇਹ ਮੇਰੀ ਮੌਤ ਹੈ, ਇਹ ਕੁੰਡੀ ਮੇਰੇ ਫਸ ਜਾਣੀ ਹੈ। ਅਤੇ ਅਗਿਆਨ ਕਿ ਭਖੇ ਕੁੰਡੀ ਮਿਲੇ ਮਾਸ ਕੋ, ਕੁੰਡੀ ਨੂੰ ਮਿਲੇ ਮਾਸ ਨੂੰ ਮੱਛੀ ਜਿਹੜੀ ਅਗਿਆਨ ਨਾਲ ਖਾ ਲੈਂਦੀ ਹੈ। ਗਜ ਗਜੀ ਹੇਤ ਪਰੇ ਖਾਤ ਖਾਤ ਅੰਕਸ ਕੋ। ਗਜ ਗਜੀ ਹੇਤ ਪਰੇ ਖਾਤ, ਇੱਥੇ ਪਹਿਲਾ ਵਿਸਰਾਮ ਹੈ। ਗਜ ਕਹਿੰਦੇ ਹਾਥੀ ਨੂੰ, ਗਜੀ ਕਹਿੰਦੇ ਹਾਥਣੀ ਨੂੰ। ਹਾਥਣੀ ਦੇ ਵਾਸਤੇ ਹਾਥੀ ਟੋਏ 'ਚ ਪੈ ਜਾਂਦਾ, ਬੜਾ ਡੋਆ ਟੋਆ ਪੱਟ ਕੇ ਨਾ ਉੱਤੇ ਕੱਖਾਂ ਦਾ ਛੱਤ ਪਾ ਛੱਡਦੇ ਆ, ਉਹਦੇ ਉੱਤੇ ਕਾਗਜ਼ਾਂ ਦੀ ਹਾਥਣੀ ਬਣਾ ਕੇ ਰੱਖ ਦਿੰਦੇ ਆ, ਖੜੀ ਕਰ ਦਿੰਦੇ ਆ। ਹਾਥਣੀ ਨੂੰ ਵੇਖ ਕੇ ਉਹ ਕੰਮ ਹੀ ਹੋ ਕੇ ਹਾਥੀ ਆਉਂਦਾ। ਜਦੋਂ ਉਹ ਘਾਹ ਦੇ ਉੱਤੇ ਟੋਏ ਦੇ ਪੈਰ ਰੱਖਦਾ, ਉਹ ਥੱਲੇ ਟੋਆ ਹੁੰਦਾ, ਉਹਦੇ 'ਚ ਜਰਾ ਜਾਂਦਾ। ਉੱਥੇ ਫਿਰ ਉਹਨੂੰ 5-7 ਦਿਨ 10 ਦਿਨ ਭੁੱਖਾ ਰੱਖਦੇ ਆ, ਉਹਦੀ ਤਾਕਤ ਘਟ ਜਾਂਦੀ। ਫਿਰ ਉਹਨੂੰ ਡੰਡੇ ਮਾਰਦੇ, ਉਹਨੂੰ ਕਾਬੂ ਕਰਦੇ, ਸਿਖਾਉਂਦੇ ਉਹਨੂੰ। ਫਿਰ ਉਹ ਜਿਹੜਾ ਜੰਗਲੀ ਹਾਥੀ ਹੁੰਦਾ ਨਾ, ਉਹਨਾਂ ਦਾ ਕੈਦੀ ਬਣ ਜਾਂਦਾ। ਮਹਾਰਾਜ ਦੀ ਬਾਣੀ 'ਚ ਬਚਨ ਹੁੰਦਾ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਚਲਤ ਰਚਿਓ ਜਗਦੀਸ਼। ਕਲਬੂਤ ਬਣਾਇਆ ਹੋਇਆ ਹਾਥਣੀ ਦਾ, ਅਤੇ ਇੱਦਾਂ ਹੀ ਇਹ ਸੰਸਾਰ ਮਹਾਰਾਜ ਪਰਮਾਤਮਾ ਨੇ ਬਣਾਇਆ ਹੋਇਆ, ਸਾਨੂੰ ਸਾਰਿਆਂ ਨੂੰ ਚੱਕਰ ਪਾਇਆ ਹੋਇਆ। ਅਤੇ ਉਹ ਕਹਿੰਦੇ ਵੀ ਗਜ ਗਜੀ ਹੇਤ ਪਰੇ ਖਾਤ, ਖਾਤ ਮੈਨੇ ਟੋਆ, ਖੂਹ ਖਾਤਾ ਨਹੀਂ ਕਹਿੰਦੇ ਆਪਾਂ, ਖਾਤ ਮੈਨੇ ਟੋਆ। ਕਹਿੰਦੇ ਹਾਥੀ ਦੇ ਵਾਸਤੇ ਹਾਥੀ ਜਿਹੜਾ ਉਹ ਟੋਏ 'ਚ ਪੈ ਜਾਂਦਾ। ਖਾਤ ਅੰਕਸ ਕੋ, ਉਦੋਂ ਬਾਅਦ ਫਿਰ ਉਹ ਅੰਕਸ ਖਾਂਦਾ, ਇੱਥੇ ਖਾਦ ਅਰਥ ਖਾਂਦਾ, ਅਤੇ ਉਹਦੇ ਸਿਰ ਦੇ ਵਿੱਚ ਜਦੋਂ ਉਹਨੂੰ ਕਾਬੂ ਕਰ ਲੈਂਦੇ ਆ, ਫਿਰ ਉਹਦੇ 'ਤੇ ਕੁੰਡਾ ਮਾਰਦੇ ਆ, ਜਿੱਧਰ ਜਿੱਧਰ ਮੋੜਦੇ ਉਹਨੂੰ ਉਧਰ ਮੁੜਦਾ, ਫਿਰ ਕੰਮ ਕਰਦਾ ਫਿਰ। ਹਾਂਜੀ। ਰਾਗ ਮੈਂ ਕੁਰੰਗ ਰਾਗ ਕਰੇ ਨਿਜ ਨਾਸ ਕੋ। ਤੇ ਰਾਗ ਮੈਂ ਕੁਰੰਗ, ਕੁਰੰਗ ਕਹਿੰਦੇ ਨੇ ਹਿਰਨ ਨੂੰ, ਉਹਨੂੰ ਸੁਣਨ ਦਾ ਬੜਾ ਸ਼ੌਂਕ ਹੁੰਦਾ। ਅਤੇ ਉਹ ਜਦੋਂ ਕੰਡੇ ਹੇੜੇ ਦੀ ਆਵਾਜ਼ ਆਉਂਦੀ ਨਾ, ਉਧਰ ਧਿਆਨ ਨਾਲ ਸੁਣਨ ਜਾਂਦਾ। ਅਤੇ ਉਧਰ ਸ਼ਿਕਾਰੀ ਨੇ ਅੱਗੇ ਤੀਰ ਜਾਂ ਬੰਦੂਕ ਜਾਂ ਜਾਲ ਵਿਛਾਇਆ ਹੁੰਦਾ ਉਹਨੂੰ ਮਾਰਨ ਦਾ। ਅਤੇ ਰਾਗ ਮੈਂ ਕੁਰੰਗ ਰਾਗ ਕਰੇ, ਕਹਿੰਦੇ ਜਿਹੜਾ ਹਿਰਨ ਹੈ ਨਾ, ਉਹ ਕੰਨਾਂ ਦੇ ਸੁਣਨ ਦਾ, ਰਾਗ ਸੁਣਨ ਦਾ ਸ਼ੌਕੀਨ ਹੈ। ਉਹਨੂੰ ਸਰੋਤ ਤੇ ਬੜੀ ਉਹਨੂੰ ਖਿੱਚ ਹੈ, ਅਤੇ ਉਹ ਸੁਣਨ ਜਾਂਦਾ। ਕਰੇ ਨਿਜ ਨਾਸ ਕੋ, ਆਪਣਾ ਨਾਸ ਕਰ ਲੈਂਦਾ, ਯਾਨੀ ਆਪ ਮਰ ਜਾਂਦਾ। ਹਾਂਜੀ। ਪੰਕਜ ਕੀ ਗੰਧ ਬੀਚ ਨੀਚ ਭ੍ਰਿੰਗ ਮੀਚ ਗਹੇ। ਪੰਕਜ ਕੀ ਗੰਧ ਬੀਚ, ਪੰਕਜ ਕਹਿੰਦੇ ਕਮਲ ਦਾ ਫੁੱਲ, ਜੋ ਪੰਕ ਮੈਨੇ ਚਿੱਕੜ, ਜੋ ਮੈਨੇ ਜੰਮਿਆ, ਜਿਹੜਾ ਚਿੱਕੜ 'ਚ ਜੰਮਦਾ ਉਹ ਕੀ ਹੁੰਦਾ, ਕਮਲ ਦਾ ਫੁੱਲ। ਉਹਦੀ ਸੁਗੰਧੀ ਵਿੱਚ ਨੀਚ ਭ੍ਰਿੰਗ ਮੀਚ ਗਏ, ਭ੍ਰਿੰਗ ਯਾਨੀ ਭੌਰਾ, ਉਹਦੇ ਵਿੱਚ ਆ ਕੇ ਬਹਿ ਜਾਂਦਾ। ਰਾਤ ਨੂੰ ਕੀ ਹੁੰਦਾ, ਕਮਲ ਦੀਆਂ ਪੰਖੜੀਆਂ ਬੰਦ ਹੋ ਜਾਂਦੀਆਂ, ਹਾਂਜੀ, ਅਤੇ ਉਹ 'ਚ ਕੈਦ ਹੋ ਜਾਂਦਾ, ਉਹ ਫਿਰ ਵੀ ਨਹੀਂ ਨਿਕਲਦਾ। ਕਈ ਵਾਰੀ ਹਾਥੀ ਆ ਕੇ ਉਹ ਕਮਲ ਦੇ ਫੁੱਲ ਨੂੰ ਤੋੜ ਕੇ ਮੂੰਹ 'ਚ ਪਾ ਲੈਂਦਾ, ਉਹ ਵਿੱਚ ਹੀ ਜਿਹੜਾ ਉਹ ਭੌਰਾ ਉਹ ਹਾਥੀ ਦੇ ਮੂੰਹ 'ਚ ਆ ਕੇ ਮਰ ਜਾਂਦਾ। ਕਈ ਵਾਰੀ ਉਹਦਾ ਕਮਲ ਦੇ ਫੁੱਲ ਦੇ ਵਿੱਚ ਨਾ ਵੀ ਹਾਥੀ ਤੋੜੇ ਤਾਂ ਵੀ ਸਾਹ ਨਾ ਆਣ ਕੇ ਮਰ ਜਾਂਦਾ। ਤਾਂ ਕਹਿੰਦੇ ਇਸ ਦਾ ਭੌਰਾ ਜਿਹੜਾ ਉਹ ਪਤੰਗ ਕਮਲ ਦੇ ਫੁੱਲ ਦੇ ਉੱਤੇ ਭੌਰਾ ਮਰ ਜਾਂਦਾ, ਮੌਤ ਗ੍ਰਹਿਣ ਕਰ ਲੈਂਦਾ। ਇਤਿਆਦ ਅੱਗ ਔਗਿਆ ਨਾਸ ਕਰੇ ਨਿਜ ਸਾਸ ਕੋ। ਇਤਿਆਦ ਅੱਗ ਨਾਸ ਕਰੇ ਨਿਜ ਸਾਸ ਕੋ। ਇਤਿਆਦਿਕ ਇਸ ਪ੍ਰਕਾਰ ਦੇ ਅੱਗੇ ਮੈਨੇ ਅਗਿਆਨੀ ਬੇਸਮਝ ਜੀਵ ਜਿਹੜੇ ਨੇ ਆਪਣਾ ਨਾਸ ਕਰ ਲੈਂਦੇ। ਕਰੇ ਨਿਜ ਨਾਸ ਕੋ ਵੀ ਪਾਠ ਵੀ ਹੁੰਦਾ, ਅਤੇ ਹਰੇ ਨਿਜ ਸਾਸ ਕੋ ਵੀ ਪਾਠ ਵੀ ਹੁੰਦਾ। ਕਰੇ ਨਿਜ ਸਾਸ ਕੋ, ਨਾਸ ਕਰੇ ਨਿਜ ਸਾਸ ਕੋ, ਯਾਨੀ ਉਹ ਜਿਹੜੇ ਨੇ ਅਗਿਆਨੀ ਆਪਣੇ ਸਵਾਸਾਂ ਦਾ ਨਾਸ ਕਰ ਲੈਂਦੇ, ਆਪਣੀ ਜ਼ਿੰਦਗੀ ਦੇ ਬਹਿੰਦੇ। ਜਿਹੜੇ ਕੌਣ ਕੌਣ, ਪਤੰਗਾ, ਮੱਛੀ, ਹਾਥੀ, ਹਿਰਨ ਅਤੇ ਭੌਰਾ। ਮਹਾਰਾਜ ਨੇ ਬਾਣੀ 'ਚ ਲਿਖਿਆ, ਮਿਰਗ ਭ੍ਰਿੰਗ ਪਤੰਗ ਕੂੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤ ਕਾਸ। ਬੰਦੇ ਦੇ ਪੰਜੇ ਹੀ ਨੇ, ਬੰਦਾ ਅੱਖਾਂ ਨਾਲ ਵੀ ਦੇਖਦਾ, ਕੰਨਾਂ ਨਾਲ ਵੀ ਸੁਣਦਾ, ਚਮੜੀ ਦਾ ਵੀ ਹੈ, ਇਹਨੂੰ ਰਸਨਾ ਦਾ ਵੀ ਹੈ, ਅਤੇ ਨੱਕ ਦਾ ਵੀ ਹੈ। ਸਾਡੇ ਦੇ ਪੰਜੇ ਹੀ ਨੇ। ਉਹ ਇੱਕ ਵਾਲਾ ਫਸ ਜਾਂਦਾ, ਮੱਛੀ ਜੀਭ ਪਿੱਛੇ ਫਸ ਜਾਂਦੀ, ਸਿਰਫ ਸਵਾਦ ਪਿੱਛੇ,
ਤੇ ਹਿਰਨ ਕੰਨਾਂ ਪਿੱਛੇ, ਹਾਥੀ ਸਪਰਸ਼ ਪਿੱਛੇ, ਤੇ ਭੌਰਾ ਜਿਹੜਾ ਉਹ ਨੱਕ ਪਿੱਛੇ, ਤੇ ਪਤੰਗਾ ਅੱਖਾਂ ਪਿੱਛੇ। ਅਸੀਂ ਸਾਰੇ ਆ, ਸਾਡਾ ਕੀ ਬਣੇਗਾ? ਹਾਂ। ਅਹੋ ਹਾਸ ਗਨ ਮਹਾ ਮੋਹ ਕੋ ਪ੍ਰਤਾਪ ਲਾਹਾ। ਕਹਿੰਦੇ ਬੜੀ ਹਾਸੀ ਵਾਲੀ ਗੱਲ ਹੈ ਵੀ ਇਹ ਮਹਾ ਮੋਹ ਦਾ ਪ੍ਰਤਾਪ ਵੇਖਿਆ। ਮਹਾ ਮੋਹ ਜਿਹੜਾ ਨਾ ਇਹ ਬੜਾ ਬਲੀ ਹੈ। ਹਾਂਜੀ। ਸੁਭ ਸੁਭ ਜਾਨੋ ਪੈਨ ਹਾਨੋ ਭੋਗ ਆਜ ਕੋ। ਮੈਨੂੰ ਉਹਨਾਂ ਨੂੰ ਜਾਨਵਰਾਂ ਨੂੰ ਤਾਂ ਪਤਾ ਨਹੀਂ, ਮੱਛੀ ਨੂੰ ਪਤਾ ਨਹੀਂ, ਹਿਰਨ ਨੂੰ ਪਤਾ ਨਹੀਂ, ਹਾਥੀ ਨੂੰ ਪਤਾ ਨਹੀਂ, ਹਾਂਜੀ, ਭੌਰੇ ਨੂੰ ਪਤਾ ਨਹੀਂ, ਪਤੰਗੇ ਨੂੰ ਪਤਾ ਨਹੀਂ, ਮੈਨੂੰ ਸਾਰਾ ਪਤਾ। ਪਰ ਮਾਂ ਮੋਹ ਨੇ ਮੈਨੂੰ ਇਹਨਾਂ ਫੜਿਆ, ਸੁਭ ਅਸ਼ੁਭ ਜਾਨੋ, ਮੈਂ ਚੰਗੇ ਮਾੜੇ ਦੀ ਵਿਚਾਰ ਜਾਣਦਾ, ਮੈਨੂੰ ਸਾਰਾ ਗਿਆਨ ਹੈ। ਪੈ ਨਾ ਹਾਨੋ ਭੋਗ ਆਸ ਕੋ, ਪਰ ਅਜੇ ਵੀ ਇਹਨਾਂ ਪੰਜਾਂ ਭੋਗਾਂ ਨੂੰ ਛੱਡਣ ਦੀ ਮੈਂ ਆਸ ਨਹੀਂ ਛੱਡਦਾ। ਅਜੇ ਵੀ ਮੈਨੂੰ ਦੇਖਣ ਦੀ ਆਸ ਹੈ, ਸੁਣਨ ਦੀ ਆਸ ਹੈ, ਛੂਹਣ ਦੀ ਆਸ ਹੈ, ਖਾਣ ਦੀ ਆਸ ਹੈ, ਸੁੰਘਣ ਦੀ ਆਸ ਹੈ। ਮੈਂ ਅੱਜ ਮੈਨੂੰ ਪਤਾ, ਉਹਨਾਂ ਦੇ ਪਤਾ ਨਹੀਂ ਵਿਚਾਰਿਆਂ ਨੂੰ, ਉਹ ਤਾਂ ਮਰਦੇ ਆ। ਮੈਂ ਪਤਾ ਤੇ ਫਿਰ ਵੀ ਮਾਂ ਮੋਹ ਦੇ ਕਰਕੇ, ਮਾਂ ਮੋਹ ਐਡਾ ਪਰਬਲ ਹੈ ਵੀ ਮਾਂ ਮੋਹ ਗਿਆਨੀਆਂ ਨੂੰ ਵੀ ਮੂਰਖ ਬਣਾ ਛੱਡਦਾ। ਹਾਂਜੀ। ਦੋਹਰਾ ਮੋਹ ਮਹਾਤਮ ਰੂਪ ਕੋ ਗਹਿਨ ਮਹਾਤਮ ਆਹੇ। ਮੋਹ ਮਹਾਤਮ ਰੂਪ ਕੋ, ਜਿਹੜਾ ਮੋਹ ਦਾ ਮਹਾਤਮ ਰੂਪ ਹੈ, ਮੋਹ ਦਾ ਰੂਪ ਹੈ ਬੜਾ ਹਨੇਰੇ ਵਾਲਾ, ਤਮ ਮੈਨੇ ਹਨੇਰੇ ਵਾਲਾ। ਗਹਿਨ ਮਹਾਤਮ ਆਏ, ਕਹਿੰਦੇ ਇਹਦਾ ਜਿਹੜਾ ਇਹਨੂੰ ਪਕੜਨਾ ਜਿਹੜਾ ਨਾ ਉਹ ਬੜਾ ਕਠਿਨ ਹੈ। ਮਹਾਤਮ ਬਹੁਤ ਹੀ ਕਠਿਨ ਹੈ, ਯਾਨੀ ਮਾਂ ਮੋਹ ਨੂੰ ਸਮਝਣਾ, ਮਾਂ ਮੋਹ ਨੂੰ ਪਕੜ ਲੈਣਾ, ਮਾਂ ਮੋਹ ਤੋਂ ਬਚ ਜਾਣਾ, ਇਹਦਾ ਬਹੁਤ ਔਖਾ। ਕਹਿੰਦੇ ਮੋਹੇ ਪੁਰਖ ਮਹਾਤਮਾ ਜਹ ਵਿਵੇਕ ਰਬ ਨਾਹੇ। ਮੋਹੇ ਪੁਰਖ ਮਹਾਤਮਾ, ਇੱਥੇ ਅਰਥ ਕਰਨਾ ਮਹਾਤਮਾ, ਜਿਹੜੇ ਤਮਾ ਵਾਲੇ, ਮਹਾਤਮਾ ਵਾਲੇ, ਜਿਨ੍ਹਾਂ 'ਚ ਬੜੀ ਤ੍ਰਿਸ਼ਨਾ, ਉਹ ਮਹਾਤਮਾ, ਹਾਂਜੀ, ਉਹ ਪੁਰਸ਼ ਮੋਹੇ ਗਏ। ਮੋਹੇ ਪੁਰਖ ਮਹਾਤਮਾ, ਜਿਹੜੇ ਤਮਾ ਵਾਲੇ ਸੀ, ਲਾਲਚੀ ਬਿਰ ਸੀ, ਹਾਂਜੀ, ਉਹ ਮੋਹੇ ਗਏ। ਜਿਹਨਾਂ 'ਚ ਬਹੁਤ ਅਗਿਆਨ ਸੀਗਾ, ਅੰਧਕਾਰ ਸੀਗਾ, ਉਹ ਮੋਹੇ ਗਏ, ਉਹ ਪੁਰਸ਼, ਹਾਂਜੀ, ਵੱਡੇ ਵੱਡੇ ਮਹਾਤਮਾ ਵੀ ਮੋਹੇ ਗਏ। ਕਹਿੰਦੇ ਜੈ ਵਿਵੇਕ ਰਬ ਨਾ, ਜਿੱਥੇ ਵਿਵੇਕ ਰੂਪੀ ਸੂਰਜ ਨਹੀਂ ਚੜਿਆ। ਜੇ ਸੂਰਜ ਚੜ੍ਹੇਗਾ ਤੇ ਪ੍ਰਕਾਸ਼ ਹੋਏਗਾ ਨਾ, ਜਿੱਥੇ ਗਿਆਨ ਦਾ ਸੂਰਜ ਨਹੀਂ ਚੜ੍ਹਿਆ ਉੱਥੇ ਮਾਂ ਮੋਹ ਨੇ ਸਾਰਿਆਂ ਨੂੰ ਕਾਬੂ ਕਰ ਲਿਆ। ਸਵਈਆ ਇਹ ਸ਼ਰੁਤ ਗਿਆਨ ਸੁਜਾਨਨ ਕੇ, ਇਹ ਜਿਹੜਾ ਵੇਦਾਂ ਦਾ ਗਿਆਨ ਹੈ, ਸ਼ਰੂਤੀਆਂ ਦਾ ਗਿਆਨ ਹੈ, ਸੁਜਾਨਨ ਕੇ, ਜਿਹੜੇ ਸਿਆਣੇ ਬੰਦੇ ਹਨ। ਅਭਿਮਾਨ ਮਦਾਦ ਵਿਕਾਰ ਨਿਵਾਰੇ, ਅਹੰਕਾਰ ਮਦ ਜਿਹੜਾ ਹੈ ਉਹਨੂੰ ਨਾਸ ਕਰਦੇ। ਜਿਵੇਂ ਸਾਧ ਸੰਗਤ ਜੀ, ਬੰਦੇ ਦੇ ਮਨ ਦੇ ਵਿੱਚ ਅਹੰਕਾਰ ਹੁੰਦਾ, ਕਿਸੇ ਗੁਣ ਦਾ ਹੁੰਦਾ, ਹਾਂਜੀ, ਤੇ ਕਹਿੰਦੇ ਜਦੋਂ ਵੇਦ ਪੜ੍ਹਦੇ ਹਾਂ, ਅਸੀਂ ਗੁਰਬਾਣੀ ਪੜ੍ਹਦੇ ਹਾਂ, ਉਹ ਪਤਾ ਲੱਗਦਾ ਵੀ ਇਹ ਸਾਰੇ ਗੁਣ ਤਾਂ ਵਾਹਿਗੁਰੂ ਦਿੱਤੇ ਹੋਏ ਨੇ, ਮੇਰਾ ਤਾਂ ਕੁਛ ਵੀ ਨਹੀਂ, ਹਾਂਜੀ। ਫਿਰ ਉਹਦਾ ਅਹੰਕਾਰ ਨਹੀਂ ਰਹਿੰਦਾ। ਵੇਦ ਪੜ੍ਹਨ ਨਾਲ, ਗੁਰਬਾਣੀ ਪੜ੍ਹਨ ਨਾਲ ਬੰਦੇ ਨੂੰ ਅਹੰਕਾਰ, ਕਹਿੰਦੇ ਕਿਹੜੀ ਚੀਜ਼ ਦਾ ਤੂੰ ਮਾਣ ਕਰ ਰਿਹਾ, ਤੇਰਾ ਤਾਂ ਕੋਈ ਹੈ ਹੀ ਨਹੀਂ ਕੁਛ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ। ਹੰਕਾਰ ਕਾਹਦਾ? ਸੋ ਵੇਦ ਜਿਹੜੇ ਨੇ ਜਾਂ ਗੁਰਬਾਣੀ ਹੈ, ਇਹ ਬੰਦੇ ਦਾ ਹੰਕਾਰ ਦੂਰ ਕਰਦੀ। ਪਰ ਕਿਹਨਾਂ ਬੰਦਿਆਂ ਦਾ? ਸੁਜਾਨਨ ਕੇ, ਜਿਹੜੇ ਚੰਗੇ ਬੰਦੇ, ਉਹਨਾਂ ਦੇ ਹੰਕਾਰ ਨੂੰ ਦੂਰ ਕਰਦੀ ਹੈ। ਹਾਂਜੀ। ਕੇਚਿਤ ਮੋਹ ਸਮ ਨੀਚਨ ਕੇ ਚਿਤ, ਨਹੀਂ, ਕੇਚਿਤ ਮੋਹ ਸਮ ਨੀਚਨ ਕੇ ਚਿਤ ਮੋਹ ਬਹੁ ਮਾਨ ਮਦਾਦਿਕ ਧਾਰੇ। ਕੁਝ ਮੇਰੇ ਵਰਗੇ ਨੀਚ ਬੰਦਿਆਂ ਦੇ ਮਨ ਵਿੱਚ ਇਹ ਜਿਹੜਾ ਵੇਦਾਂ ਦਾ ਗਿਆਨ ਹੈ, ਉਹ ਹੰਕਾਰ ਨੂੰ ਹੋਰ ਵਧਾ ਦਿੰਦਾ। ਉਹ ਕਹਿੰਦਾ ਮੈਂ 4 ਵੇਦ ਪੜ੍ਹੇ ਆ, ਮੈਂ 6 ਸ਼ਾਸਤਰ ਪੜ੍ਹੇ ਆ, ਮੈਂ 18 ਪੁਰਾਣ ਪੜ੍ਹੇ ਆ, ਮੈਂ 9 ਵਿਆਕਰਨ ਪੜ੍ਹੇ ਆ, ਮੈਂ ਕਾਂਸ਼ੀ 'ਚ ਪੜ੍ਹਿਆ, ਮੈਂ ਫਲਾਣੀ ਯੂਨੀਵਰਸਿਟੀ 'ਚ ਪੜ੍ਹਿਆ, ਮੈਂ ਫਲਾਣੀ ਸੰਪਰਦਾ 'ਚ ਪੜ੍ਹਿਆ। ਉਹਦੇ ਅਹੰਕਾਰ ਉਹਦਾ ਜ਼ਿਆਦਾ ਹੋ ਜਾਂਦਾ, ਨੀਚ ਬੰਦੇ ਦਾ। ਉਹੀ ਵਿਦਿਆ ਜਿਹੜੀ ਹੈ ਚੰਗੇ ਬੰਦੇ ਨੂੰ ਮੁਕਤੀ ਦੇ ਦਿੰਦੀ ਹੈ, ਤੇ ਨੀਚ ਬੰਦੇ ਦੇ ਅੰਦਰ ਹੰਕਾਰ ਪੈਦਾ ਕਰ ਦਿੰਦੀ ਹੈ। ਚੰਗੇ ਬੰਦੇ ਦਾ ਹੰਕਾਰ ਖਤਮ ਕਰਦੀ ਹੈ, ਮਾੜੇ ਬੰਦੇ ਨੂੰ ਉਹੀ ਵਿਦਿਆ, ਸੇਮ ਵਿਦਿਆ, ਹੋਰ ਹੰਕਾਰੀ ਬਣਾ ਦਿੰਦੀ ਹੈ। ਜੀ। ਸੂਨ ਯਥਾ ਮਠ ਸਾਧਨ ਕੋ ਆਤ। ਹਾਂ, ਜਿਵੇਂ ਜੰਗਲ 'ਚ ਖਾਲੀ ਕਮਰਾ ਹੋਵੇ, ਕੋਈ ਜੰਗਲ 'ਚ ਹੋਵੇ ਤੇ ਉੱਥੇ ਖਾਲੀ ਕਮਰਾ ਹੋਵੇ, ਕੋਈ ਪੁਰਾਣਾ, ਕਈ ਉਹਦੇ ਪੁਰਾਣੇ ਖੰਡਰ ਪਏ ਹੁੰਦੇ ਆ, ਦੇਖੇ ਨਾ ਆਪਾਂ, ਘਰ ਪਏ ਹੁੰਦੇ ਆ। ਸੂਨ ਮੈਨੇ ਖਾਲੀ, ਜਥਾ ਮੈਨੇ ਜਿਵੇਂ, ਮਠ ਮੈਨੇ ਕਮਰਾ, ਸਾਧਨ ਕੋ, ਹਾਂਜੀ,
ਮੋਹ ਕੋ ਸਾਧਨ ਦੋਖ ਪ੍ਰਹਾਰੇ। ਮੁਕਤੀ ਦਾ ਸਾਧਨ ਹੋਏਗਾ ਕਿਹਨਾਂ ਦਾ? ਜਿਹੜੇ ਸਾਧੂ ਨੇ। ਸਾਧੂ ਨੂੰ ਖਾਲੀ ਕਮਰਾ ਮਿਲ ਗਿਆ ਜੰਗਲ 'ਚ, ਉੱਥੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪੇ, ਸ਼ਾਂਤ, ਵੀ ਰੌਲਾ ਰੱਪਾ ਕੋਈ ਨਹੀਂ, ਕੋਈ ਆਉਂਦਾ ਨਹੀਂ, ਕੋਈ ਜਾਂਦਾ ਨਹੀਂ, ਇੱਥੇ ਆਪਾਂ ਰੱਬ ਰੱਬ ਕਰਦੇ ਹਾਂ। ਉਹ ਜਿਹੜਾ ਖਾਲੀ ਕਮਰਾ ਹੈ ਜੰਗਲ ਦੇ ਵਿੱਚ, ਸਾਧੂਆਂ ਵਾਸਤੇ ਮੁਕਤੀ ਦਾ ਕਾਰਨ ਆ। ਉੱਥੇ ਉਹਨਾਂ ਨੂੰ ਮੁਕਤੀ ਮਿਲੇਗੀ। ਹਾਂਜੀ। ਸੋ ਹਮ ਸੇ ਮਦ ਨਾ ਤਰ ਕੋ ਆਤੂ। ਹਾਂ, ਕਹਿੰਦੇ ਸਾਡੇ ਵਰਗੇ ਜਿਹੜੇ ਕਾਮੀ ਪੁਰਸ਼ ਨੇ, ਮਦ ਨਾਤਰ, ਕਾਮ ਨਾਲ ਜਿਹੜੇ ਅੰਨੇ ਹੋਏ ਫਿਰਦੇ ਨੇ, ਕਾਮ ਨਾਲ ਦੁਖੀ ਨੇ ਜਿਹੜੇ, ਕਾਮ ਕੋ ਕਾਰਨ ਬਾਮ ਸਵਾਰੇ। ਉਹ ਕਾਮ ਹੋਰ ਵਧਾ ਦਿੰਦਾ। ਉੱਥੇ ਇਕੱਲਾ ਬੈਠਾ ਇਸਤਰੀ ਨੂੰ ਯਾਦ ਕਰੇਗਾ, ਫੋਨ ਕਰੇਗਾ ਜਨਾਨੀਆਂ ਨੂੰ, ਹਾਂਜੀ, ਵੀ ਇੱਥੇ ਕੁਝ ਫਲਾਣੀ ਮੇਰੇ ਕੋਲ ਆਵੇ, ਮੇਰੇ ਕੋਲ ਬੈਠੇ ਤੇ ਮੈਂ ਗੱਲਾਂ ਕਰਾਂ ਉਹਦੇ ਨਾਲ। ਉੱਥੇ ਉਸ ਕਮਰੇ 'ਚ, ਜਿੱਥੇ ਜੰਗਲ 'ਚ ਕਮਰਾ ਬਣਿਆ, ਕੋਈ ਆਉਂਦਾ ਜਾਂਦਾ ਨਹੀਂ, ਨਾਮ ਜਪਣ ਵਾਲੇ ਦਾ ਤੇ ਬਿਰਤੀ ਨਾਮ 'ਚ ਜੋੜੇਗਾ। ਖਾਲੀ ਕਮਰਾ, ਉਹੀ ਖਾਲੀ ਕਮਰਾ ਵਿਕਾਰੀ ਬੰਦੇ ਦੇ ਮਨ ਦੇ ਵਿੱਚ ਵਿਕਾਰ ਪੈਦਾ ਕਰੇਗਾ। ਕਹਿੰਦੇ ਇਸੇ ਤਰ੍ਹਾਂ ਵੇਦ ਜਿਹੜੇ ਨੇ, ਗੁਰਬਾਣੀ ਹੈ, ਗ੍ਰੰਥ ਨੇ, ਇਹ ਬੰਦੇ ਦਾ ਹੰਕਾਰ ਖਤਮ ਕਰਦੇ, ਪਰ ਚੰਗੇ ਬੰਦੇ ਦਾ, ਮਾੜੇ ਬੰਦੇ ਦੇ ਮਨ 'ਚ ਇਹਨੇ ਹੰਕਾਰ ਹੋਰ ਪੈਦਾ ਕਰ ਦੇਣਾ। ਹਾਂਜੀ। ਕਬਿਤ ਪੁੰਨਨ ਕੇ ਵਾਸਤੇ ਸੁਭੋਗ ਚਿਰ ਵਸਤੇ। ਕਹਿੰਦੇ ਪੁੰਨਨ ਕੇ ਵਾਸਤੇ, ਜਿਹੜੇ ਪੁੰਨ ਕੀਤੇ ਸੀ ਪਿਛਲੇ ਜਨਮਾਂ 'ਚ, ਉਹਦੇ ਕਰਕੇ ਸਾਡੇ ਕੋਲ ਸੁੱਖ ਭੋਗ ਚਿਰ ਤਾਂ ਹੀ ਰਹਿੰਦੇ ਆ। ਗੱਡੀਆਂ, ਕਾਰਾਂ, ਸੁੱਖ ਅੱਜ ਜਿਹੜੇ ਆਪਾਂ ਭੋਗ ਰਹੇ ਹਾਂ ਨਾ, ਆਪਾਂ ਅਮਰੀਕਾ 'ਚ ਬੈਠੇ ਹਾਂ, ਇੱਥੇ ਸਾਨੂੰ ਕਿਸੇ ਚੀਜ਼ ਦੀ ਖਾਣ ਪੀਣ ਦੀ ਕਮੀ ਕੋਈ ਨਹੀਂ। ਗੱਡੀਆਂ, ਕਾਰਾਂ, ਉੱਥੇ ਸਾਈਕਲ ਲੈਣਾ ਵੀ ਇੰਡੀਆ 'ਚ ਜਿਨ੍ਹਾਂ ਬੰਦਿਆਂ ਕੋਲ ਔਖਾ ਹੁੰਦਾ ਸੀ, ਇੱਥੇ ਅਮਰੀਕਾ ਵਿੱਚ ਉਹ ਰੇਂਜ ਰੋਵਰ ਗੱਡੀਆਂ ਲਈ ਫਿਰਦੇ ਆ। ਹਾਂਜੀ। ਅਤੇ ਵਧੀਆ ਵਧੀਆ, ਕਿਉਂ? ਇੱਥੇ ਹੁਣ ਪੁੰਨ ਕੀਤੇ ਆ ਗਏ ਅੱਗੇ, ਪੁੰਨਨ ਕੇ ਵਾਸਤੇ, ਉਹਨਾਂ ਦੇ ਵਸ ਪੈ ਗਏ, ਭੋਗ ਚਿਰ ਵਾਸਤੇ, ਖਾਣ ਪੀਣ ਦੇ, ਪਹਿਨਣ ਦੇ ਭੋਗ ਬੰਦੇ ਕੋਲ ਜ਼ਿਆਦਾ ਚਿਰ ਰਹਿੰਦੇ। ਹਾਂ। ਨਮਿਤ ਨਸੇ ਨਸਤੇ ਪ੍ਰਿਆਦ ਆਦ ਦਿਨ ਮੈਂ। ਹੁਣ ਜਦੋਂ ਦਾ ਕਾਰਨ ਚਲਾ ਜਾਏਗਾ, ਨਿਮਿਤ ਕਹਿੰਦੇ ਨੇ ਕਾਰਨ ਨੂੰ, ਜਦੋਂ ਕਾਰਨ ਚਲਾ ਜਾਏਗਾ, ਕਾਰਿਆ ਵੀ ਚਲਾ ਜਾਏਗਾ। ਨਿਮਿਤ ਦਾ ਕਾਰਨ, ਇਹਨਾਂ ਮਕਾਨਾਂ ਦਾ, ਇਹਨਾਂ ਗੱਡੀਆਂ ਦਾ, ਇਹਨਾਂ ਸੁੱਖ ਆਰਾਮਾਂ ਦਾ ਕਾਰਨ ਕੀ ਹੈ? ਪੁੰਨ। ਜਦੋਂ ਪੁੰਨ ਖਤਮ ਹੋ ਗਏ, ਗੱਡੀਆਂ ਕਾਰਾਂ ਵੀ ਗਈਆਂ। ਹਾਂਜੀ। ਪੁੰਨਾਂ ਦੇ ਨਾਲ ਹੀ ਜਿਹੜੇ ਪੁੰਨ ਕੀਤੇ, ਕਿਸੇ ਸਾਧੂ ਕੋਈ ਕਿਸੇ ਦੇ ਘਰ ਗਿਆ ਰੋਟੀ ਮੰਗਣ ਗਿਆ, ਤੇ ਅੱਗੇ ਨਵੀਂ ਨੂੰਹ ਆਈ ਸੀਗੀ। ਨਵੀਂ ਨੂੰਹ ਜਿਹੜੀ ਸੀ, ਉਹ ਕਿਸੇ ਸਤਸੰਗੀਆਂ ਦੀ ਧੀ ਸੀਗੀ, ਤੇ ਬਾਕੀ ਜਿਹੜਾ ਟੱਬਰ ਸੀ ਸਾਰਾ, ਉਹ ਗੱਡੀਆਂ, ਕਾਰਾਂ, ਵਧੀਆ ਵਧੀਆ, ਹਾਥੀ ਘੋੜੇ, ਰਾਜਿਆਂ ਵਾਲਾ ਘਰ ਸੀਗਾ ਉਹਨਾਂ ਨੂੰ। ਪਰ ਮਾਇਆ ਧਾਰੀਆਂ 2-3 ਪੀੜ੍ਹੀਆਂ ਲੰਘ ਗਈਆਂ ਸੀ ਮਾਇਆ ਕਮਾਉਂਦਿਆਂ ਨੂੰ, ਉਹ ਬਿਰਤੀ ਨਹੀਂ ਸੀਗੀ। ਤੇ ਸਾਧੂ ਨੇ ਵੇਖ ਲਿਆ ਵੀ ਨੂੰਹ ਜਿਹੜੀ ਹੈ ਨਾ, ਉਹ ਕੋਈ ਸਮਝਣ ਵਾਲੀ ਹੈ। ਉਹਨੇ ਸਾਧੂ ਨੇ ਪੁੱਛਿਆ, ਪੁੱਤਰ ਰੋਟੀ ਤਾਜ਼ੀ ਖਾਂਦੇ ਹੋ ਕਿ ਬਹੀ ਖਾਂਦੇ ਹੋ? ਹਾਂਜੀ। ਨੂੰਹ ਕਹਿੰਦੀ, ਬਾਬਾ ਜੀ ਬਹੀ ਖਾਂਦੇ ਹਾਂ। ਬਹੀ ਹੁੰਦੀ ਜਿਹੜੀ ਕੱਲ੍ਹ ਦੀ ਜਾਂ ਪਰਸੋਂ ਦੀ ਪੁਰਾਣੀ ਬਹੀ ਖਾਂਦੇ ਹਾਂ। ਉਹ ਸੱਸ ਜਿਹੜੀ ਸੁਣਦੀ ਪਈ ਸੀ, ਉਹ ਤੇ ਲੜਨ ਨੂੰ ਪੈ ਗਈ ਵੀ ਤੂੰ ਸਾਡੀ ਬੇਇੱਜ਼ਤੀ ਕਰਾਨੀ ਹੈ, ਅਸੀਂ ਤਾਜ਼ੀ ਰੋਟੀ ਖਾਂਦੇ ਹਾਂ, 3 ਟਾਈਮ ਤਾਜ਼ੀ। ਉਹ ਕਹਿਣ ਲੱਗੇ, ਸੰਤ ਬੋਲ ਪਏ, ਕਹਿੰਦੇ ਮਾਤਾ ਤੂੰ ਨਹੀਂ ਸਮਝੀ, ਤੈਨੂੰ ਨਹੀਂ ਪਤਾ। ਇਹ ਸਮਝ ਗਈ ਕੁੜੀ, ਇਹਨੇ ਮੈਨੂੰ ਜਵਾਬ ਸਹੀ ਦੇ ਦਿੱਤਾ। ਜਿਹੜੀ ਗੱਲ ਮੈਂ ਪੁੱਛੀ ਤੂੰ ਨਹੀਂ ਸਮਝੀ। ਮੈਂ ਤਾਂ ਪੁੱਛਿਆ ਵੀ ਇੰਨਾ ਸਾਜੋ ਸਮਾਨ ਹੈ, ਹਾਥੀ ਘੋੜੇ ਨੇ, ਵੀ ਇਹ ਪਿਛਲੇ ਪੁੰਨਾਂ ਦੀ ਕਮਾਈ ਹੈ ਤੁਹਾਡੀ, ਪਿੱਛੇ ਪੁੰਨ ਕੀਤੇ ਨੇ, ਹੁਣ ਵੀ ਕੁਝ ਕਰਦੇ ਹੋ? ਹੁਣ ਵੀ ਕੋਈ ਜਪ ਤਪ ਕਰਦੇ ਹੋ ਕਿ ਪਿਛਲੇ ਪੁੰਨ ਖਾ ਰਹੇ ਹੋ? ਤੇ ਜਦੋਂ ਇਹ ਖਾਧੇ ਗਏ ਆਟਾ ਮੁੱਕ ਜਾਣਾ ਫਿਰ। ਤਾਂ ਕਹਿੰਦੇ ਵੀ ਪੁੰਨਨ ਕੇ ਵਾਸਤੇ ਭੋਗ ਚਿਰ ਵਾਸਤੇ, ਜਦੋਂ ਪੁੰਨ ਹੁੰਦੇ ਨੇ ਬੰਦੇ ਕੋਲ, ਉਹਨਾਂ 'ਚ ਖਾਣ ਪੀਣ ਦੇ, ਰਹਿਣ ਸਹਿਣ ਦੇ ਪੁੰਨ ਸਾਰੇ ਭੋਗ ਰਹਿੰਦੇ ਆ। ਤੇ ਨਿਮਿਤ ਨਸੇ ਨਸਤੇ, ਜਦੋਂ ਨਿਮਿਤ ਹੀ ਚਲਾ ਗਿਆ, ਨਸ ਗਿਆ, ਯਾਨੀ ਪੁੰਨ ਹੀ ਚਲੇ ਗਏ, ਤੇ ਭੋਗ ਵੀ ਨਸ ਜਾਂਦੇ ਨੇ। ਮਰਿਆਦ ਆਦ ਦਿਨ ਮੈਂ, ਇਹ ਬੜੀ ਪੁਰਾਣੀ ਆਦਤ ਚਲੀ ਆਈ ਮਰਿਆਦਾ, ਅੱਜ ਦੀ ਨਹੀਂ ਹੈਗੀ ਇਹ ਜੁਗਾਂ ਜੁਗਾਂਤਰਾਂ ਤੋਂ ਮਰਿਆਦਾ ਚਲੀ ਆ ਰਹੀ ਹੈ। ਹਾਂਜੀ। ਕੌਣ ਭੇਦ ਭੋਗਨ ਕੇ ਭੇਦ ਮੈਂ ਨਾ ਤਜੇ ਜਨ। ਕੌਣ ਭੇਦ ਭੋਗਨ ਕੇ ਭੇਦਨ ਮੈਂ ਨਾ ਤਜੇ ਜਨ, ਇਹਦਾ ਪਾਠ ਹੈ। ਭੇਦ ਮੈਂ ਨਾ ਤਜੇ ਜਨ। ਹਾਂ। ਕਹਿੰਦੇ ਕੌਣ ਭੇਦ ਭੋਗਨ ਕੇ ਭੇਦ ਮੈਂ, ਭੇਦਨ ਮੈਂ, ਪਹਿਲਾਂ ਭੇਦ ਮੈਂ,
ਹਾਂਜੀ। ਕੌਣ ਭੇਦ ਭੋਗਨ ਕੇ ਭੇਦ ਮੈਂ ਨਾ ਤਜੇ ਜਨ। ਕਹਿੰਦੇ ਭੋਗਾਂ ਦਾ ਕਾਰਨ ਜਿਹੜੇ ਪੂਰਬਲੇ ਕਰਮ ਨੇ ਹਨੀ, ਜਦੋਂ ਚਲੇ ਜਾਂਦੇ ਆ ਤੇ ਉਹ ਭੋਗ ਵੀ ਚਲੇ ਜਾਂਦੇ ਆ, ਪੁੰਨ ਵੀ ਚਲੇ ਜਾਂਦੇ ਆ। ਕੀ ਭੇਦ ਹੈ ਭੋਗਾਂ ਨੂੰ ਕਿ ਬੰਦਾ ਛੱਡਦਾ ਨਹੀਂ, ਹਾਂਜੀ, ਭਾਵ ਨੂੰ ਚਿਮੜਿਆ ਰਹਿੰਦਾ ਭੋਗਾਂ ਨੂੰ। ਏਕੋ ਵਿਯੋਗ ਤੋ ਅਵਸ ਹੋਤ ਐਨ ਮੈਂ। ਇੱਕ ਦਾ ਤਾਂ ਵਿਛੋੜਾ ਪੈਣਾ ਹੀ ਹੈ, ਜਾਂ ਭੋਗ ਚਲਾ ਜਾਏਗਾ ਜਾਂ ਭੋਗਣ ਵਾਲਾ ਚਲਾ ਜਾਏਗਾ, ਜਾਂ ਇਸਤਰੀ ਪਹਿਲਾਂ ਮਰ ਜਾਏਗੀ ਜਾਂ ਪਤੀ ਪਹਿਲਾਂ ਚੜਾਈ ਕਰ ਜਾਏਗਾ, ਜਾਂ ਗੱਡੀ ਪਹਿਲਾਂ ਟੁੱਟ ਜਾਏਗੀ, ਡਰਾਈਵਰ ਦੀ ਮੌਤ ਪਹਿਲਾਂ ਹੋ ਜਾਏਗੀ, ਠੀਕ ਹੈ, ਜਾਂ ਮਕਾਨ ਪਹਿਲਾਂ ਵਿਕ ਜਾਏਗਾ ਜਾਂ ਮਕਾਨ ਵਾਲਾ ਪਹਿਲਾਂ ਮਰ ਜਾਏਗਾ। ਇੱਕ ਤਾਂ ਚੀਜ਼ ਨੇ ਪਹਿਲਾਂ ਜਾਣਾ ਹੀ, ਵਿਛੋੜਾ ਤਾਂ ਪੈਣਾ ਹੀ ਹੈ ਨਾ। ਕੋਈ ਵੀ ਦੁਨੀਆ ਦੀ ਚੀਜ਼ ਦੱਸੋ ਵੀ ਸਦਾ ਰਹੇਗੀ ਨਾਲ, ਹਾਂਜੀ। ਜਿੰਨੇ ਵੀ ਪਰਿਵਾਰ ਦੇ ਰਿਸ਼ਤੇਦਾਰ ਨੇ, ਜਦੋਂ ਆਪਾਂ ਜੰਮੇ ਹੀ ਨਾਨੇ ਪੜਨਾਨੇ ਕਈ ਸੀਗੇ, ਹੁਣ ਤੇ ਕੋਈ ਨਹੀਂ ਗਏ, ਤੇ ਜਦੋਂ ਆਪਾਂ ਬੁੱਢੇ ਹੋ ਕੇ ਮਰਨਾ ਉਹਨਾਂ ਜਨ ਪਤਾ ਨਹੀਂ ਕਿੰਨੇ ਕੁ ਸਾਡੇ ਰਿਸ਼ਤੇਦਾਰ ਜਾ ਚੁੱਕਣੇ ਆ ਤੇ ਕਿੰਨੇ ਕੁ ਉਦੋਂ ਜੰਮਣੇ ਅਜੇ। ਇਸ ਕਰਕੇ ਕਹਿੰਦੇ ਵੀ ਇੱਕ ਤਾਂ ਵਿਛੋੜਾ ਪੈਣਾ ਹੀ ਪੈਣਾ, ਹਾਂਜੀ। ਸੁਤੇ ਜਬ ਜਾਵੈ ਤਬ ਮਨ ਕੋ ਪਾਵੈ ਭਾਰੀ। ਸੋ ਤੇ ਕਹਿੰਦੇ ਆਪਣੇ ਆਪ ਜਦੋਂ ਆਪਣੇ ਆਪ ਭੋਗ ਜਾਣਗੇ ਉਦੋਂ ਮਨ ਨੂੰ ਬੜਾ ਦੁੱਖ ਦੇਣਗੇ। ਅਜੇ ਤਾਂ ਛੱਡਣ ਨੂੰ ਜੀ ਨਹੀਂ ਕਰਦਾ, ਗੱਡੀ ਕਾਰ ਮੇਰੀ ਹੈ, ਪਰ ਜੇ ਚੋਰੀ ਹੋ ਗਈ ਜਾਂ ਸੜ ਗਈ ਜਾਂ ਐਕਸੀਡੈਂਟ ਹੋ ਗਿਆ ਫਿਰ ਮਨ ਨੂੰ ਕਿੰਨਾ ਦੁੱਖ ਹੋਏਗਾ। ਇਹ ਮਕਾਨ ਮੇਰਾ, ਪਰ ਜੇ ਕਿਤੇ ਕਿਸੇ ਤਰੀਕੇ ਵੀ ਅੱਗ ਲੱਗ ਜੇ, ਸੜ ਜੇ, ਚਲਾ ਜੇ, ਵਿਕ ਜੇ, ਫਿਰ ਵੀ ਮਨ ਨੂੰ ਦੁੱਖ ਹੋਏਗਾ। ਸਰੀਰ ਹੈ, ਇਸਤਰੀ ਹੈ, ਬੱਚੇ ਨੇ, ਕਿਸੇ ਦਾ ਵਿਛੋੜਾ ਪੈ ਜੇ ਕਿੰਨਾ ਦੁੱਖ ਦਿੰਦੇ ਆ। ਸੁਤੇ ਜਬ ਜਾਵੇ ਤਬ ਮਨ ਕੋ ਤਪਾਵੇ ਭਾਰੀ। ਜਦੋਂ ਇਹ ਸੁੱਖ ਜਾਂਦੇ ਨੇ ਬੰਦੇ ਕੋਲੋਂ, ਆਪਣੇ ਆਪ ਜਾਂਦੇ ਨੇ ਛੱਡ ਕੇ ਬੰਦੇ ਨੂੰ, ਤਾਂ ਮਨ ਨੂੰ ਬੜਾ ਦੁੱਖ ਦਿੰਦੇ ਨੇ। ਮੋਖੇ ਤਿਨੇ ਆਪ ਤਾਪ ਮੋਖੇ ਤਿਨੇ ਖਿਨੇ ਮੈਂ। ਮੋਖੇ ਤਿਨੇ ਆਪ, ਮੋਖੇ ਮੈਨੇ ਤਿਆਗ ਦੇਣਾ, ਮੁਕਤੀ ਹੋ ਜਾਣੀ। ਕਹਿੰਦੇ ਜੇ ਬੰਦਾ ਆਪ ਛੱਡ ਦੇਵੇ, ਆਪੇ ਇਹਨਾਂ ਨੂੰ ਛੱਡ ਦੇਵੇ, ਤਾਪ ਮੋਖੇ ਤਿਨੇ ਖਿਨ ਮੈਂ, ਉਹਨੂੰ ਕੋਈ ਦੁੱਖ ਨਹੀਂ ਲੱਗਦਾ, ਉਹਨੂੰ ਤਿੰਨੇ ਤਾਪ ਆਪੇ ਛੱਡ ਜਾਂਦੇ ਆ, ਜਿਹੜਾ ਆਪ ਛੱਡ ਦਿੰਦਾ ਭੋਗਾਂ ਨੂੰ। ਤੇ ਨਹੀਂ, ਭੋਗਾਂ ਨੇ ਤਾਂ ਛੱਡ ਹੀ ਜਾਣਾ, ਹਾਂਜੀ। ਐਸੇ ਮੋਖ ਪ੍ਰਤਬੰਦੀ ਵਿਖੈ ਲਖੇ ਮੈਂ ਸਬੰਦੀ। ਕਹਿੰਦੇ ਇਸ ਤਰ੍ਹਾਂ ਮੁਕਤੀ ਦੇ ਵਿੱਚ ਜਿਹੜੇ ਪ੍ਰਤੀਬੰਧ ਰੁਕਾਵਟ ਪਾਉਣ ਵਾਲੇ ਨੇ ਉਹ ਵਿਸ਼ੇ ਨੇ, ਤੇ ਉਹ ਜਿਹੜੇ ਰਿਸ਼ਤੇਦਾਰ ਨੇ, ਸਾਕ ਸੰਬੰਧੀ ਨੇ, ਜਾਂ ਗੱਡੀਆਂ ਕਾਰਾਂ ਨੇ, ਜਿਹੜੇ ਵੀ ਮਤਲਬ ਭੋਗ ਨੇ, ਹਾਂਜੀ। ਕੋਕ ਭਾਗੀ ਬਿਨ ਮੈਂ ਜੋ ਰਾਗੀ ਹੋਤ ਐਨ ਮੈਂ। ਕਹਿੰਦੇ ਇਹ ਜਿੰਨੇ ਵੀ ਜੀਵ ਦੇ ਸੰਬੰਧੀ ਹੈਗੇ ਨੇ, ਕਿਹੜਾ ਮਾੜੇ ਭਾਗਾਂ ਵਾਲਾ, ਕੋਕ ਭਾਗੀ ਬਿਨ ਮੈਂ, ਮੇਰੇ ਤੋਂ ਬਿਨਾਂ ਹੋਰ ਭੈੜੇ ਕਰਮਾਂ ਵਾਲਾ ਕਿਹੜਾ ਹੈ, ਜੋ ਰਾਗੀ ਹੋ ਤਿੰਨ ਮੈਂ, ਜੋ ਇਹਨਾਂ 'ਚ ਰਾਗੀ ਹੁੰਦਾ। ਰਾਗੀ ਬਣੇ ਪ੍ਰੇਮੀ, ਜਿਹੜਾ ਇਹਨਾਂ ਚੀਜ਼ਾਂ ਨਾਲ ਪ੍ਰੇਮ ਕਰਦਾ, ਜਿਨ੍ਹਾਂ ਨੇ ਆਪੇ ਛੱਡ ਜਾਣਾ ਤੇ ਪੁੱਛਣਾ ਵੀ ਨਹੀਂ ਮੁੜ ਕੇ ਵੀ ਤੇਰਾ ਕੀ ਹਾਲ ਹੈ। ਜਿਹੜੇ ਕੋਈ ਰਿਸ਼ਤੇਦਾਰ ਮਰ ਕੇ ਚਲੇ ਗਏ ਨੇ ਸਾਡੇ, ਉਹ ਸਾਨੂੰ ਪੁੱਛਣ ਤੇ ਨਹੀਂ ਆਏ ਕਦੀ। ਜਿਹੜੀ ਗੱਡੀ ਸਾਡੀ ਵਿਕ ਗਈ ਹੈ, ਮੁੜ ਕੇ ਤਾਂ ਨਹੀਂ ਸਾਡੇ ਕੋਲ ਆਈ, ਜਾਂ ਐਕਸੀਡੈਂਟ ਹੋ ਗਿਆ ਉਹਨੇ ਪਤਾ ਨਹੀਂ ਲਿਆ ਸਾਡਾ ਮੁੜ ਕੇ। ਇੱਦਾਂ ਹੀ ਕਹਿੰਦੇ ਕੋਈ ਕਿਹੜਾ ਭੈੜੇ ਕਰਮਾਂ ਵਾਲਾ ਹੋਏਗਾ ਮੇਰੇ ਤੋਂ ਬਿਨਾਂ। ਕੋਕ ਭਾਗੀ ਬਿਨ ਮੈਂ, ਮੇਰੇ ਤੋਂ ਬਿਨਾਂ, ਬਿਨ ਮੈਂ, ਮੇਰੇ ਤੋਂ ਬਿਨਾਂ ਕੌਣ ਹੈ, ਜੋ ਰਾਗੀ ਹੋ ਤਿੰਨ ਮੈਂ, ਜੋ ਇਹਨਾਂ ਵਿੱਚ ਰਾਗ ਕਰਦਾ, ਮੋਹ ਕਰਦਾ, ਹਾਂਜੀ। ਮਾਤਰਕ ਸਈਆ ਅਹੋ ਸਖਾ ਮੈਂ ਭੋਗ ਨ ਭੋਗੇ। ਅਹੋ ਸਖੇ ਮੈਂ ਭੋਗ ਨਾ ਭੋਗੇ। ਹੇ ਮਿੱਤਰ, ਮੈਂ ਭੋਗ ਨਹੀਂ ਭੋਗੇ। ਮੈਂ ਸਮਝਦਾ ਮੈਂ ਭੋਗ ਭੋਗੇ, ਪਰ ਨਹੀਂ, ਮੈਂ ਭੋਗ ਨਹੀਂ ਭੋਗੇ, ਹਾਂਜੀ। ਭੋਗਿਓ ਗਇਓ ਆਪ ਮੈਂ ਮੂੜ। ਬਲਕਿ ਮੈਂ ਭੋਗਿਆ ਗਿਆ ਆਪ, ਮੈਨੂੰ ਕੋਈ ਦੂਸਰਾ ਯੂਜ ਕਰ ਗਿਆ। ਮੈਂ ਭੋਗਾਂ ਨੂੰ ਯੂਜ ਨਹੀਂ ਕੀਤਾ, ਭੋਗ ਮੈਨੂੰ ਯੂਜ ਕਰ ਗਏ। ਗੱਡੀ ਨੂੰ ਮੈਂ ਨਹੀਂ ਭੋਗਿਆ, ਗੱਡੀ ਮੈਨੂੰ ਭੋਗ ਗਈ। ਮਕਾਨ ਨੂੰ ਮੈਂ ਨਹੀਂ ਭੋਗਿਆ, ਮਕਾਨ ਮੈਨੂੰ, ਮੇਰੀ ਸੁਰਤੀ ਮਕਾਨ 'ਚ ਹੀ ਰਹੀ, ਹਾਂਜੀ। ਵੀ ਇਹਨੂੰ ਰੰਗ ਰੋਗਨ ਕਰਾਉਣਾ, ਦਰਵਾਜ਼ਾ ਠੀਕ ਕਰਾਉਣਾ, ਫਰਸ਼ ਨਵਾਂ ਪਵਾਉਣਾ, ਹਾਂਜੀ, ਕਾਰਪੇਟ ਨਵਾਂ ਲਾਉਣਾ, ਸੋਫਾ ਲੈ ਕੇ ਆਉਣਾ, ਘਰ ਵਾਲੀ ਉਹਦੇ ਕੱਪੜੇ ਲਿਆਣੇ ਨੇ, ਗਹਿਣੇ ਲਿਆਣੇ ਨੇ, ਭਾਂਡੇ ਲਿਆਣੇ ਨੇ, ਸਾਰੀ ਜ਼ਿੰਦਗੀ ਮੈਂ ਤੇ ਆਪ ਭੋਗਿਆ ਗਿਆ। ਮੈਂ ਭੋਗਾਂ ਨੂੰ ਨਹੀਂ ਭੋਗਿਆ, ਭੋਗਾਂ ਨੇ ਮੈਨੂੰ ਭੋਗ ਲਿਆ, ਹਾਂਜੀ। ਕ੍ਰਮ ਕ੍ਰਮ ਹਮਰੋ ਪਰਾਕ੍ਰਮ ਸਗਰੋ। ਹੌਲੇ ਹੌਲੇ, ਸਟੈਪ ਬਾਈ ਸਟੈਪ, ਕਰਮ ਕਰੋ, ਸਟੈਪ ਬਾਈ ਸਟੈਪ, ਕਰਮ ਹਮਰੋ ਪਰਾਕਰਮ ਸਗਰੋ। ਮੇਰੀ ਜਿੰਨੀ ਤਾਕਤ ਸੀਗੀ, ਅੱਖਾਂ ਦੀ ਤਾਕਤ, ਕੰਨਾਂ ਦੀ ਤਾਕਤ, ਨੱਕ ਦੀ ਤਾਕਤ, ਹੱਥਾਂ ਪੈਰਾਂ ਦੀ ਤਾਕਤ, ਦਿਮਾਗ ਦੀ ਤਾਕਤ, ਮਨ ਦੀ ਤਾਕਤ, ਸਾਰੀ ਜਿਹੜੀ ਐਨਰਜੀ ਸੀ ਮੇਰੀ ਉਹ ਘਟਦੀ ਗਈ। ਲੀਨੇ ਭੋਗੋਂ ਭੋਗ ਅਗੂੜ। ਉਹ ਭੋਗਾਂ ਨੇ ਭੋਗ ਲਈ। ਅਗੂੜ ਭਾਵ ਚੁੱਪ ਚਪੀਤੇ ਹੀ,
ਪਤਾ ਹੀ ਨਹੀਂ ਲੱਗਾ ਮੈਨੂੰ। ਮੈਂ ਸਮਝਦਾ ਮੈਂ ਭੋਗਾਂ ਨੂੰ ਭੋਗ ਰਿਹਾ, ਭੋਗ ਮੈਨੂੰ ਭੋਗ ਗਏ। ਮੇਰੀ ਅੱਖਾਂ ਦੀ ਜੋਤ ਘਟ ਗਈ, ਕੰਨਾਂ ਦੀ ਘਟ ਗਈ, ਗੋਡਿਆਂ 'ਚ ਤੁਰਨ ਉੱਠਣ ਦਾ ਬਲ ਨਹੀਂ ਰਿਹਾ, ਲੱਕ ਕੁੱਬੀ ਹੋ ਗਈ। ਹਾਂਜੀ, ਭੁਗਤਾ ਜਾਨ ਭੋਗ ਮੈਂ ਭੋਗੇ। ਆਪਣੇ ਆਪ ਨੂੰ ਭੋਗੀ ਸਮਝ ਕੇ ਵੀ ਮੈਂ ਭੋਗ ਰਿਹਾ, ਮੈਂ ਭੁਗਤਾ ਆ, ਮੈਂ ਭੋਗਾਂ ਨੂੰ ਭੋਗਦਾ ਰਿਹਾ। ਹਾਂਜੀ, ਉਲਟਾ ਭੋਗੇ ਭੋਗਿਓ ਮੋਹ। ਉਲਟਾ ਭੋਗੋਂ ਭੋਗਿਓ ਮੋਹ, ਉਲਟਾ ਭੋਗਾਂ ਨੇ ਮੈਨੂੰ ਭੋਗ ਲਿਆ। ਮੈਂ ਸਮਝਦਾ ਮੈਂ ਭੁਗਤਾਂ, ਪਰ ਭੋਗ ਮੈਨੂੰ ਭੋਗ ਗਏ, ਭਾਵ ਮੈਨੂੰ ਯੂਜ ਕਰਕੇ, ਮੈਨੂੰ ਵਰਤ ਕੇ, ਮੇਰਾ ਸਰੀਰ ਸਾਰਾ ਜਵਾਨੀ ਤੋਂ ਬੁਢੇਪੇ 'ਚ ਲੈ ਆਏ। ਸਿਸ ਨੌਂਦਰ ਪਰ ਭਇਓ ਨਾ ਚੀਨੋ। ਦੋ ਚੀਜ਼ਾਂ ਦੇ ਉੱਤੇ ਮੈਂ ਲਗਾਤਾਰ ਜ਼ਿਆਦਾ ਜ਼ੋਰ ਦਿੱਤਾ। ਇੱਕ ਸ਼ਿਸ਼ਨ ਯਾਨੀ ਜਨਮ ਦੇਣ ਵਾਲੀ ਇੰਦਰੀ ਹੈ, ਹਾਂਜੀ, ਬੱਚੇ ਪੈਦਾ ਕਰਨ ਵਾਲੀ, ਉਹਨੂੰ ਸ਼ਿਸ਼ਨ ਕਹਿੰਦੇ ਨੇ। ਅਤੇ ਦੂਜਾ ਉਦਰ ਪੇਟ, ਯਾਨੀ ਜਾਂ ਮੈਂ ਖਾਧਾ ਅਤੇ ਜਾਂ ਮੈਂ ਕੱਢਿਆ ਸਰੀਰ ਦੇ ਵਿੱਚੋਂ ਵਿਸ਼ੇ ਵਿਕਾਰਾਂ ਦੇ ਰਾਹੀਂ। ਬਸ ਇਹੀ ਮੈਂ ਰਿਹਾ ਸਾਰੀ ਜ਼ਿੰਦਗੀ। ਹਾਂਜੀ, ਕੀਨੋ ਮੈਂ ਨਿਜ ਆਪ ਸੋ ਦਰੋਹ। ਕੀਨੋ ਮੈਂ ਨਿਜ ਆਪ ਸੋ ਦਰੋਹ, ਮੈਂ ਆਪਣੇ ਆਪ ਨਾਲ ਹੀ ਧੋਖਾ ਕਰ ਲਿਆ, ਕਿਸੇ ਦੂਜੇ ਨਾਲ ਨਹੀਂ ਮੈਂ ਧੋਖਾ ਕੀਤਾ, ਕਿਸੇ ਦਾ ਮੈਂ ਕੁਛ ਨਹੀਂ ਵਿਗਾੜ ਸਕਿਆ, ਆਪਣੀ ਜੜ ਮੈਂ ਪੁੱਟ ਬੈਠਾ ਹਾਂ। ਇੰਦਰੀਆ ਗਣ ਕੋ ਸੰਜਮ ਤਪ ਕੋ। ਹਾਂ, ਇੰਦਰੀਆ ਗਣ ਕੇ ਸੰਜਮ ਤਪ ਕੋ, ਤਾਪਿਓ ਮੋਹ ਨ ਕਬਹੂ ਠੀਕ। ਠੀਕ, ਇਹਦਾ ਅਰਥ ਹੈ ਇੰਦਰੀਆਂ ਦੇ ਗਣ ਕੋ, ਯਾਨੀ ਅੱਖਾਂ ਦਾ ਸੰਜਮ ਨਹੀਂ ਕੀਤਾ, ਅੱਖਾਂ ਨਾਲ ਪਰਾਇਆ ਰੂਪ ਦੇਖਦਾ ਰਿਹਾ। ਦੇਖਣਾ ਤੇ ਗੁਰੂ ਨੂੰ ਸੀ, ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਉਹ ਜਿਹੜਾ ਇੰਦਰੀਆਂ ਗਣ ਦਾ ਸੰਜਮ ਸੀਗਾ, ਉਹ ਤਪ ਕਰਨਾ ਸੀ ਮੈਂ। ਤਾਪਿਓ ਮੋਹ ਨ ਕਬਹੂ ਠੀਕ, ਮੈਂ ਕਦੀ ਉਹ ਤਪ ਕੀਤਾ ਹੀ ਨਹੀਂ। ਆਪਣੀਆਂ ਇੰਦਰੀਆਂ ਨੂੰ, ਆਪਣੇ ਮਨ ਨੂੰ ਕਾਬੂ ਕਰਨ ਵਾਲੀ ਤਪੱਸਿਆ ਮੈਂ ਨਹੀਂ ਕੀਤੀ। ਕਾਮ ਕ੍ਰੋਧ ਲੋਭ ਆਦਿ ਅਗਨ ਕਰ। ਕਾਮ ਕ੍ਰੋਧ ਲੋਭ ਆਦਿ ਦੀ ਅੱਗ ਕਰਕੇ ਮੈਂ ਸੰਤਪਤ ਭਇਓ ਅਬ ਤੀਕ। ਅਬ ਤੱਕ, ਹੁਣ ਤੱਕ ਮੈਂ ਤਪਦਾ ਹੀ ਰਿਹਾ। ਅੱਜ ਤੱਕ ਮੈਂ ਕਾਮ ਦੀ ਅੱਗ 'ਚ ਸੜਿਆ, ਕ੍ਰੋਧ ਦੀ ਅੱਗ 'ਚ ਸੜਿਆ, ਲੋਭ ਦੀ ਅੱਗ 'ਚ ਸੜਿਆ। ਇਹਨਾਂ ਵਿਕਾਰਾਂ ਨੇ ਮੈਨੂੰ ਤਪਾਇਆ ਹੀ ਹੈ। ਹਾਂਜੀ, ਕਾਲ ਚੱਕਰਵਤ ਭ੍ਰਮਤ ਸਰਬਦਾ। ਜਿਵੇਂ ਕਾਲ ਚੱਕਰ ਘੁੰਮਦਾ, ਇੱਦਾਂ ਇਹ ਲਗਾਤਾਰ ਇਹ ਚੱਕਰ ਚੱਲਦਾ ਰਿਹਾ, ਕਦੀ ਗਰਮੀ ਕਦੀ ਸਰਦੀ। ਹਾਂਜੀ, ਸੀਤ ਉਸਨ ਬਪ ਧਰ ਵਖਿਆਤ। ਹਾਂ, ਕਹਿੰਦੇ ਕਦੀ ਸਰਦੀ ਕਦੀ ਗਰਮੀ, ਕਦੀ ਚੇਤਰ ਕਦੀ ਵਿਸਾਖ। ਹਾਂਜੀ, ਇੱਦਾਂ ਕਹਿੰਦੇ ਗਰਮੀ ਸਰਦੀ 'ਚ ਮੈਂ ਸਰੀਰ ਧਾਰਨ ਕਰਦਾ ਰਿਹਾ, ਜਨਮ ਲੈਂਦਾ ਰਿਹਾ, ਮਰਦਾ ਰਿਹਾ। 84 ਲੱਖ ਜੂਨਾਂ ਵਿੱਚ ਮੈਂ ਇੱਦਾਂ ਕਦੀ ਜੰਮਦਾ ਰਿਹਾ, ਕਦੀ ਮਰਦਾ ਰਿਹਾ, ਕਦੀ ਕਿਸੇ ਜੂਨ 'ਚ ਕਦੀ ਕਿਸੇ ਜੂਨ 'ਚ ਭਟਕਦਾ ਰਿਹਾ, ਗੇੜੇ 'ਤੇ ਗੇੜਾ ਆਉਂਦਾ ਰਿਹਾ। ਕਦੀ ਜਿਵੇਂ ਗਰਮੀ ਆ ਗਈ ਸਾਲ ਪਿੱਛੇ, ਫਿਰ ਸਰਦੀ ਆ ਗਈ, ਫਿਰ ਗਰਮੀ ਆ ਗਈ, ਫਿਰ ਸਰਦੀ ਆ ਗਈ। ਹਾਂਜੀ, ਉਹ ਗੇੜਾ ਆਉਂਦਾ ਨਾ ਮੁੜ ਮੁੜ ਕੇ, ਉਹੀ ਮੌਸਮ ਆਉਂਦੇ ਨੇ। ਸਾਡੇ 6 ਹੁੰਦੇ ਨੇ, ਤੁਹਾਡੇ 4 ਹੁੰਦੇ ਨੇ ਇੱਥੇ। ਹਾਂਜੀ, ਸਪਰਿੰਗ, ਫਾਲ, ਵਿੰਟਰ ਅਤੇ ਸਮਰ। ਅਤੇ ਸਾਡੇ ਹੁੰਦੇ ਨੇ 6 ਰੁੱਤਾਂ ਹੁੰਦੀਆਂ ਨੇ। ਬਸੰਤ ਰੁੱਤ, ਗ੍ਰੀਖਮ ਰੁੱਤ, ਪਾਵਸ ਰੁੱਤ ਅਤੇ ਸ਼ਰਦ ਰੁੱਤ, ਹਿਮ ਰੁੱਤ ਅਤੇ ਸ਼ਿਸ਼ਰ ਰੁੱਤ। 2-2 ਮਹੀਨਿਆਂ ਦੀਆਂ ਉਹ ਬਦਲਦੀਆਂ ਨੇ, 12 ਮਹੀਨੇ ਬਦਲਦੇ ਨੇ। ਇੱਦਾਂ ਜਨਮ ਵੀ ਮੈਂ ਬਦਲਦਾ ਰਿਹਾ। ਕਦੀ ਮੈਂ ਕੁੱਤਾ ਬਣ ਗਿਆ, ਕਦੀ ਬਿੱਲਾ ਬਣ ਗਿਆ, ਕਦੀ ਸ਼ੇਰ, ਕਦੀ ਬਘਿਆੜ, ਕਦੀ ਬੰਦਾ, ਕਦੀ ਕੁਛ ਕਦੀ ਕੁਛ। ਇਸ ਤਰ੍ਹਾਂ ਮੈਂ ਭਟਕਦਾ ਰਿਹਾ। ਸਮਾਂ ਨਾ ਬੀਤਿਓ ਹੋ ਹੀ ਬੀਤਿਓ। ਕਈ ਸਮਝਦੇ ਵੀ ਸਮਾਂ ਬੀਤ ਗਿਆ, ਕਹਿੰਦੇ ਸਮਾਂ ਨਹੀਂ ਬੀਤਿਆ, ਮੈਂ ਹੀ ਬੀਤ ਗਿਆ। ਸਮਾਂ ਕੋਈ ਨਹੀਂ ਬੀਤਦਾ, ਨਾ ਪਾਸਟ ਹੈ ਨਾ ਕੋਈ ਫਿਊਚਰ ਹੈ। ਸਿਰਫ ਬੰਦੇ ਦੀ ਕਲਪਨਾ ਹੈ ਵੀ ਉਹ ਪਾਸਟ ਹੈ, ਉਹ ਫਿਊਚਰ ਹੈ। ਕਦੀ ਮੱਝ ਨੂੰ ਪੁੱਛੋ ਵੀ ਪਾਸਟ ਫਿਊਚਰ ਬਾਰੇ ਦੱਸੇਗੀ ਕੋਈ? ਸੱਪਾਂ ਨੂੰ ਪੁੱਛੋ, ਕਦੀ ਜਾਨਵਰਾਂ ਪੰਛੀਆਂ ਨੂੰ, ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ। ਬੰਦੇ ਨੇ ਕਲਪਨਾ ਕੀਤੀ ਵੀ ਪਾਸਟ ਹੈ, ਫਿਊਚਰ ਹੈ। ਸਮਾਂ ਕੋਈ ਨਹੀਂ ਬੀਤਿਆ, ਮੈਂ ਹੀ ਬੀਤ ਗਿਆ। ਹਾਂਜੀ, ਭਇਓ ਵਿਲੱਖਣ ਮਮ ਸੰਗਾਤ। ਅਤੇ ਮੇਰੇ ਜਿਹੜੇ ਸਰੀਰ ਦੇ ਲੱਛਣ ਵਿਲੱਖਣ ਹੋ ਗਏ ਨੇ। ਲੱਛਣ ਜਿਹੜੇ ਦਿਸਦੇ ਸੀ ਜਦੋਂ ਮੈਂ ਜੰਮਿਆ ਸੀ, ਬੜਾ ਸੋਹਣਾ ਕੋਮਲ ਜਿਹਾ ਬੱਚਾ ਸੀ ਮੈਂ। ਹਾਂਜੀ, ਫਿਰ ਮੇਰੇ 'ਤੇ ਜਵਾਨੀ ਆਈ, ਮੈਂ ਬੜਾ ਸਖਤ ਹੋਇਆ। ਫਿਰ ਮੈਂ ਬੁੱਢਾ ਹੋਇਆ, ਫਿਰ ਮੇਰੇ ਕੇਸ ਚਿੱਟੇ ਹੋਏ, ਫਿਰ ਮੇਰੀਆਂ ਅੱਖਾਂ ਦੀ ਜੋਤ ਘਟੀ, ਫਿਰ ਮੈਂ ਕੁੱਬਾ ਹੀ ਹੋ ਗਿਆ, ਫਿਰ ਮੇਰਾ ਸੰਸਕਾਰ ਹੋ ਗਿਆ, ਮੈਂ ਮਿੱਟੀ ਦੀ ਢੇਰੀ ਬਣ ਗਿਆ। ਕਹਿੰਦੇ ਇੱਦਾਂ ਮੇਰਾ ਸਰੀਰ ਬਦਲਦਾ ਰਿਹਾ। ਮੇਰਾ ਸੰਗਾਤ ਵਿਲੱਖਣ ਹੋਰ ਲੱਛਣਾਂ ਵਾਲਾ ਹੋ ਗਿਆ। ਹਾਂਜੀ, ਤ੍ਰਿਸ਼ਨਾ ਜੀਰਨ ਭਈ ਨਾ ਅਬਲੋ। ਪਰ ਅਜੇ ਤੱਕ ਮੇਰੀ ਤ੍ਰਿਸ਼ਨਾ ਨਹੀਂ ਬੁੱਢੀ ਹੋਈ। ਹੋਰ ਚੀਜ਼ਾਂ ਮਿਲਣ, ਹੋਰ ਗੱਡੀ ਮਿਲੇ, ਹੋਰ ਮਕਾਨ ਮਿਲੇ, ਹੋਰ ਪੈਸਾ ਮਿਲੇ, ਹੋਰ ਸੁੱਖ ਮਿਲਣ, ਇਹ ਜਿਹੜੀ ਤ੍ਰਿਸ਼ਨਾ ਮੇਰੀ ਇਹ ਨਹੀਂ ਪੁਰਾਣੀ ਹੋਈ। ਜੀਰਨ ਮੈਨੇ ਪੁਰਾਣੀ ਨਹੀਂ ਹੋਈ। ਮੈਂ ਹੂੰ ਭਇਓ ਜਰਜਰੋ ਆਪ। ਮੇਰਾ ਸਰੀਰ ਬੁੱਢਾ ਹੋ ਗਿਆ, ਮੈਂ ਬੁੱਢਾ ਹੋ ਗਿਆ, ਮੇਰੀ ਤ੍ਰਿਸ਼ਨਾ ਬੁੱਢੀ ਨਹੀਂ ਹੋਈ।
ਹਾਂਜੀ। ਬ੍ਰਿਧ ਭਇਓ ਦੁਰਬੁੱਧ ਗਈ ਨਹਿ। ਕਹਿੰਦੇ ਬੁੱਢਾ ਹੋ ਗਿਆ ਪਰ ਮਾੜੀ ਬੁੱਧੀ ਨਹੀਂ ਗਈ। ਬੁੱਢਾ ਹੋ ਗਿਆ ਪਰ ਮਾੜੀਆਂ ਆਦਤਾਂ ਨਹੀਂ ਗਈਆਂ ਮੇਰੀਆਂ। ਮਮ ਉਰਮੋ ਯਹ ਗੁਰ ਸੰਤਾਪ। ਮੇਰੇ ਮਨ ਵਿੱਚ ਇਹ ਬੜਾ ਵੱਡਾ ਸੰਤਾਪ ਹੈ। ਮੈਨੂੰ ਇਹਦੀ ਬੜੀ ਚਿੰਤਾ ਹੈ ਵੀ ਮੈਂ ਬੁੱਢਾ ਹੋਇਆ ਤੇ ਘੱਟੋ ਘੱਟ ਮੇਰੇ ਮਨ ਦੀਆਂ ਬਿਰਤੀਆਂ ਹੀ ਬੁੱਢੀਆਂ ਹੋ ਜਾਂਦੀ, ਮੇਰੀ ਤ੍ਰਿਸ਼ਨਾ ਹੀ ਬੁੱਢੀ ਹੋ ਜਾਂਦੀ। ਪਰ ਨਹੀਂ, ਉਹ ਤਾਂ ਜਵਾਨ ਹੋ ਰਹੀ ਦਿਨੋਂ ਦਿਨ। ਅਦਮ ਕਾਮ ਮੋ ਅਵਧ ਗਈ ਗਈ ਸਭ ਅਬਦ, ਅਦਮ ਕਾਮ ਮੋ ਅਵਧ ਗਈ ਸਭ। ਕਹਿੰਦੇ ਨੀਵੇਂ ਕਾਮ ਵਿੱਚ ਹੀ, ਕਾਮਨਾਵਾਂ ਵਿੱਚ ਹੀ, ਬਾਸ਼ਨਾਵਾਂ ਵਿੱਚ ਹੀ ਸਾਰੀ ਉਮਰ ਬੀਤ ਗਈ। ਲਬਦ ਭਇਓ ਅਬ ਲੋ ਕਛ ਨਾਹੀ। ਅਜੇ ਤਾਈਂ ਕੁਛ ਨਹੀਂ ਲੱਭਿਆ। ਅਜੇ ਤੱਕ ਮੈਂ ਜ਼ਿੰਦਗੀ 'ਚ ਲੱਭ ਨਹੀਂ ਸਕਿਆ, ਪ੍ਰਾਪਤੀ ਕੁਛ ਨਹੀਂ ਕਰ ਸਕਿਆ ਮੈਂ। ਹਾ ਨਾ ਹਰ ਕੇ ਪਾਪ ਕਰੇ। ਹਾ ਹਾਏ ਹਾਏ ਨਾ ਹਰ ਕੇ ਪਾ ਪਕਰੇ। ਪਾ ਪਕਰੇ, ਪਾ ਮੈਨੇ ਪੈਰ, ਪਕਰੇ ਮੈਨੇ ਫੜੇ, ਪਕੜੇ। ਹਾਏ ਮੈਂ ਹਰੀ ਦੇ ਪੈਰ ਨਹੀਂ ਫੜੇ। ਇਹ ਪੁਰਾਣੇ ਜ਼ਮਾਨੇ 'ਚ ਨਾ ਲੜੀਵਾਰ ਹੁੰਦੀਆਂ ਸੀ ਪੋਥੀਆਂ, ਤੇ ਫਿਰ ਵਿਦਵਾਨ ਪੜ੍ਹਾਉਂਦੇ ਸੀ ਤੇ ਉਹ ਨਿਰਣਾ ਕਰਨਾ ਪੈਂਦਾ। ਹਾ ਨਾ ਹਰ ਕੇ ਪਾ ਪਕਰੇ। ਹਾਂਜੀ ਹਾਂਜੀ। ਹਰ ਪਾਪ ਕਰੇ, ਹਰ ਹਾ ਨਾ ਹਰ ਕੇ ਪਾਪ ਕਰੇ, ਹਰ ਪਾਪ ਕਰੇ ਮੈਂ ਅਹਨਿਸ ਮਾਹੇ। ਹਾ ਨਾ ਹਰ ਕੇ ਪਾ ਪਕਰੇ, ਇੱਥੇ ਵਿਸਰਾਮ ਲਾ। ਹਾਏ ਮੈਂ ਹਰੀ ਦੇ ਪੈਰ ਨਹੀਂ ਫੜੇ, ਹਰ ਪਾਪ ਕਰੇ। ਸ਼ਬਦ ਉਦਾਂ ਹੀ ਨੇ। ਹਾਂਜੀ। ਹਰ ਪਾਪ ਕਰੇ ਮੈਂ ਅਹਨਿਸ ਮਾਹੇ। ਦਿਨ ਰਾਤ ਮੈਂ ਹਰੇਕ ਤਰ੍ਹਾਂ ਦਾ ਪਾਪ ਕੀਤਾ। ਹਰ ਹਾ ਨਾ ਹਰ ਕੇ, ਜੇ ਤੇ ਇਕੱਠਾ ਪੜੋਗੇ ਨਾ, ਪਹਿਲਾਂ ਵੀ ਇੱਦਾਂ ਨੇ ਪਾਪ ਕਰੇ। ਹਾਂਜੀ। ਹਰ ਹਾ ਨਾ ਹਰ ਕੇ ਪਾਪ ਕਰੇ। ਪਰ ਜੇ ਵਿਦਵਾਨ ਨੂੰ ਪਤਾ ਵੀ ਕਿਵੇਂ ਪੜ੍ਹਨਾ, ਹੁਣ ਤੇ ਪਾਤਸ਼ਾਹ ਹੋ ਗਈਆਂ ਨਾ ਪੋਥੀਆਂ, ਪਹਿਲਾਂ ਲੜੀਵਾਰ ਹੁੰਦੀਆਂ ਸੀ, ਤੇ ਇਸ ਕਰਕੇ ਉਸਤਾਦ ਕੋਲੋਂ ਪੜ੍ਹਨਾ ਜ਼ਰੂਰੀ ਹੁੰਦਾ ਸੀ। ਹਾ ਨਾ ਹਰ ਕੇ ਪਾਪ ਕਰੇ। ਜਿਵੇਂ ਹੁਣ ਜੀਵਤ 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 ਰਹੋ, ਆਮ ਪੜ੍ਹ ਜਾਂਦੇ ਪਾਠੀ, ਜਿਉਂਦੇ ਰਹੋ ਜਿਉਂਦੇ ਰਹੋ ਜਿਉਂਦੇ ਰਹੋ, ਇਹੀ ਅਰਥ ਹੈ ਨਾ। ਪਰ ਉਹਦਾ ਅਰਥ ਜੇ ਸੰਪਰਦਾਇ ਗਿਆਨੀ ਕੋ ਪੁੱਛੋ, ਕਹਿਣਗੇ ਜੀਵ ਤੇ ਜੀਵਤ, ਜੀਵਤ ਰਹੋ। ਜੀਵ ਤੇ ਜਿਹੜਾ ਤੱਤਾ ਉਹਦੇ ਨਾਲ, ਉਹ ਅੱਗੇ ਅਗਲੇ ਜੀਵਤ ਨਾਲ ਲਾ ਦਿਓ। ਤੇ ਜੀਵਤ ਮੈਨੇ ਤਿਆਗ, ਜੀਵਤ ਭਾਵ ਨੂੰ ਤਿਆਗ ਕੇ, ਪਹਿਲਾਂ ਇਹ ਦੁਨੀਆ ਦੀ ਜਿਹੜੀ ਜ਼ਿੰਦਗੀ ਹੈ, ਲਾਈਫ ਹੈ, ਇਹਨੂੰ ਤਿਆਗ ਕੇ ਫਿਰ ਜੀਵਤ ਰਹੋ। ਫਿਰ ਤੁਸੀਂ ਉਹ ਪ੍ਰਮਾਤਮਾ ਦੇ ਵਿੱਚ ਜੀਵਤ ਅਵਸਥਾ 'ਚ ਪਹੁੰਚੋਗੇ। ਇਹ ਜੀਵਨ ਛੱਡਣਾ ਪਏਗਾ ਜਿਹੜਾ ਫੋਕਾ ਸੁਪਨੇ ਵਾਲਾ ਜੀਵਨ। ਸੁਪਨੇ ਵਾਲਾ ਛੱਡੋਗੇ ਤੇ ਯਥਾਰਥ ਜੀਵਨ 'ਤੇ ਪਹੁੰਚੋਗੇ। ਪ੍ਰਭ ਨਾਨਕ ਨਾਨਕ ਨਾਨਕਮਈ, ਉਹ 3 ਵਾਰੀ ਉਹ ਨਾਨਕ ਨਾਨਕ ਕਰ ਦਿੰਦੇ। ਪਰ ਉੱਥੇ ਅਰਥ ਹੈ ਪਰਮੇਸ਼ਰ ਅਕਾਲ ਪੁਰਖ ਨਾ ਆਨਕ, ਜੋ ਨਾ ਅਨਕ ਅਨੇਕ ਨਹੀਂ ਹੈ, ਇੱਕੋ ਹੀ ਹੈ। ਹਾਂਜੀ। ਇੱਕ ਸਰੂਪ ਹੈ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਪਰਮੇਸ਼ਰ, ਤੇ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ, ਅਨੇਕ ਦੇ ਵਿੱਚ। ਹਾਂਜੀ। ਅਰਥ ਚਲੋ ਅੱਗੇ ਡੂੰਘੇ ਹੋ ਜਾਂਦੇ ਨੇ। ਤਾਂ ਇਸੇ ਤਰ੍ਹਾਂ ਹੀ ਇੱਥੇ ਹਰਾ ਹਾ ਨਾ ਹਰ ਕੇ ਪਾਪ ਕਰੇ। ਕਹਿੰਦੇ ਹਾਏ ਹਰੀ ਦੇ ਪਾਪ ਨਹੀਂ, ਪੈਰ ਨਹੀਂ ਫੜੇ। ਹਰ ਪਾਪ ਕਰੇ ਮੈਂ ਐ ਨਹੀਂ ਸਮਾਏ। ਦਿਨ ਰਾਤ ਮੈਂ ਪਾਪ ਹੀ ਕੀਤੇ ਨੇ। ਹਾਂਜੀ। ਸਵਈਆ ਫੂਲ ਨਿਬੰਧ ਸੁਗੰਧ ਰਹਸ ਕੋ। ਕਹਿੰਦੇ ਜਿਹੜੇ ਵੇਦ ਨੇ ਨਾ, ਜਾਂ ਗ੍ਰੰਥ ਨੇ, ਗੁਰਬਾਣੀ ਹੈ, ਇਹਨੂੰ ਨਿਬੰਧ ਕਹਿੰਦੇ ਨੇ। ਨਿਬੰਧ ਹਿੰਦੀ ਵਿੱਚ ਲਿਖਤ ਨੂੰ ਕਹਿੰਦੇ, ਕੋਈ ਲਿਖੀ ਹੋਈ ਚੀਜ਼, ਰਿਟਨ ਦੇ ਵਿੱਚ ਜਿਹੜੀ ਚੀਜ਼ ਹੋਵੇ ਉਹਨੂੰ ਕਹਿੰਦੇ ਨਿਬੰਧ। ਕਹਿੰਦੇ ਜਿਹੜੇ ਇਹ ਨਿਬੰਧ ਨੇ, ਗ੍ਰੰਥ ਨੇ, ਇਹ ਫੁੱਲ ਨੇ, ਤੇ ਇਹਨਾਂ ਦੀ ਸੁਗੰਧੀ ਹੈ ਕੀ ਹੈ। ਜਿਵੇਂ ਫੁੱਲਾਂ 'ਚ ਖੁਸ਼ਬੂ ਆਉਂਦੀ ਹੈ ਨਾ, ਇਹਨਾਂ ਗ੍ਰੰਥਾਂ 'ਚ ਖੁਸ਼ਬੂ ਆਉਂਦੀ ਹੈ। ਜਿਹੜਾ ਇਹਨਾਂ ਦਾ ਰਹੱਸ ਹੈ, ਜਿਹੜੀ ਡੂੰਘੀ ਰਮਜ ਹੈ, ਜਿਹੜੀ ਇਹਦੇ ਵਿੱਚ ਫਿਲੋਸਫੀ ਸਮਝਾਈ ਹੈ, ਸਿਧਾਂਤ ਸਮਝਾਇਆ ਹੈ, ਜਿਹੜਾ ਇਹਦੇ 'ਚ ਤੁਹਾਨੂੰ ਡੂੰਘਾ ਗਿਆਨ ਹੈ, ਉਹ ਇਹਦੀ ਖੁਸ਼ਬੂ ਹੈ ਇਹਨਾਂ ਗ੍ਰੰਥਾਂ ਦੀ। ਜਿਹੜੇ ਲਿਖੇ ਨੇ ਇਹ ਲੇਖ ਨੇ, ਜਿਹੜੇ ਗੁਰਬਾਣੀ ਦੇ ਅੱਖਰ ਨੇ, ਇਹ ਤੇ ਫੁੱਲ ਨੇ, ਤੇ ਜਿਹੜਾ ਉਹਦੇ ਅਰਥ ਨੇ ਉਹ ਉਹਦੀ ਸੁਗੰਧੀ ਹੈ। ਹਾਂਜੀ। ਧਾਰਤ ਜੋ ਸਭ ਸਵਾਤਮ ਚੀਨੋ। ਜਿਹੜੇ ਇਹਨੂੰ ਧਾਰਨ ਕਰ ਲੈਣਗੇ, ਜਿਹੜੇ ਇਹਨਾਂ ਗ੍ਰੰਥਾਂ ਨੂੰ ਸੁਣ ਲੈਣਗੇ, ਉਹ ਆਪਣੀ ਆਤਮਾ ਨੂੰ ਦੇਖ ਲੈਣਗੇ। ਇੱਕ ਦਿਨ ਆਪਣੀ ਆਤਮਾ ਦੇ ਸਰੂਪ ਦੇ ਉਹਨਾਂ ਨੂੰ ਪਰਮਾਤਮਾ ਦੇ ਦਰਸ਼ਨ ਜ਼ਰੂਰ ਹੋਣਗੇ, ਭਾਵੇਂ ਅੱਜ ਹੋ ਜਾਣ, ਕੱਲ੍ਹ ਹੋ ਜਾਣ। ਜਦੋਂ ਉਹਦੇ ਅਧਿਕਾਰੀ ਬਣਨਗੇ, ਉਹ ਟਾਈਮ ਆਏਗਾ, ਉਹਨਾਂ ਨੂੰ ਵਸਤੂ ਮਿਲ ਜੇਗੀ। ਹਾਂਜੀ। ਤੇ ਧਨ ਆਬਿਦ ਰਾਜਤ ਜੋ। ਕਹਿੰਦੇ ਉਹ ਬੰਦੇ ਧਨ ਨੇ ਜਿਨ੍ਹਾਂ ਨੇ ਇਸ ਤਰ੍ਹਾਂ ਜਾਣ ਕੇ ਜਿਹੜੇ ਮਾਇਆ ਦੇ ਬੰਧਨ ਨੇ ਤਿਆਗ ਦਿੱਤੇ ਨੇ। ਭਵ ਬੰਧਨ ਬ੍ਰਿਧ ਕੀਓ ਜਿਸ ਖੀਨਿਓ। ਜਿਨ੍ਹਾਂ ਨੇ ਸੰਸਾਰ ਦੇ ਬੰਧਨਾਂ ਨੂੰ, ਸੰਸਾਰ ਦੇ ਮੋਹ ਨੂੰ ਤਿਆਗਿਆ ਹੈ, ਉਹ ਬੰਦੇ ਧਨ ਨੇ। ਉਹ ਪ੍ਰਮਾਤਮਾ ਨੇ ਸਮਝੋ ਇੱਦਾਂ ਦੇ ਬੰਦੇ ਬਣਾਏ ਨੇ, ਧਨ ਬੰਦੇ ਨੇ ਉਹ, ਜਿਨ੍ਹਾਂ ਨੇ
ਗ੍ਰੰਥਾਂ ਦੇ ਵਿੱਚੋਂ ਖੁਸ਼ਬੂ ਲੈ ਲਈ ਹੈ। ਉੱਦਾਂ ਦੇ ਹੁਣ ਆਪਾਂ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਿਆਂ 'ਚ ਰੱਖਿਆ, ਮੱਥਾ ਵੀ ਟੇਕਦੇ ਹਾਂ, ਰੁਮਾਲੇ ਵੀ ਬਹੁਤ ਮਹਿੰਗੇ ਮਹਿੰਗੇ ਚੜ੍ਹਾਉਂਦੇ ਹਾਂ, ਪਰ ਜਿਹੜੀ ਉਹਦੀ ਸੁਗੰਧੀ ਹੈ ਨਾ ਉਹ ਕੋਈ ਲੈਂਦਾ। ਜਿਹੜਾ ਉਹ ਸੁਗੰਧੀ ਲੈਂਦਾ ਉਹ ਧਨ ਹੈ। ਹਾਂਜੀ। 60 ਤੇ ਸ਼ਤਵਾਰ ਪਠੇ ਨਹਿ ਸਵਾਤਮ ਚੀਨ ਭਇਓ ਮਦ ਪੀਨੋ। ਮੈਂ 60 ਤੇ 7 ਵਾਰ ਪਠੇ, ਮੈਂ ਮੂਰਖ ਨੇ, 60 ਮੈਨੇ ਮੂਰਖ, ਮੈਂ ਮੂਰਖ ਨੇ ਉਹ ਗ੍ਰੰਥ 100 ਵਾਰੀ ਪੜ੍ਹੇ ਨੇ, 100 ਵਾਰੀ ਪੜ੍ਹੇ ਨੇ। ਨਹਿ ਸਵਾਤਮ ਚੀਨੋ ਭਇਓ ਮਦ ਪੀਨੋ, ਮੈਂ ਉਹਨਾਂ ਵਿੱਚੋਂ ਆਤਮਾ ਨਹੀਂ ਵੇਖ ਸਕਿਆ ਆਪਣੀ। ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਵੇਦ ਪੜ੍ਹੇ ਨੇ, ਗੀਤਾ ਪੜ੍ਹੀ ਹੈ, ਸਾਰੇ ਗ੍ਰੰਥ ਪੜ੍ਹੇ ਨੇ, ਪਰ ਮੈਂ ਮੂਰਖ ਨੇ ਉੱਤੋਂ ਪੜ੍ਹੇ ਨੇ। ਮੈਂ ਆਪਣੀ ਆਤਮਾ ਦੀ ਜਿਹੜੀ ਅੰਦਰਲੀ ਖੇਡ ਸੀ ਉਹਦੇ ਤੱਕ ਨਹੀਂ ਪਹੁੰਚ ਸਕਿਆ। ਹਾਂਜੀ। ਬਲਕਿ ਭਇਓ ਮਦ ਪੀਨੋ, ਮੈਨੂੰ ਹੰਕਾਰ ਹੋਇਆ ਵੀ ਮੈਂ ਪੜ੍ਹੇ ਨੇ। ਹਾਂਜੀ। ਮੈਂ ਗ੍ਰੰਥ ਪੜ੍ਹੇ ਨੇ, ਮੈਨੂੰ ਨੌਲੇਜ ਹੈ। ਲੋਕਾਂ ਨੂੰ ਦੱਸਦੇ ਫਿਰਦੇ, ਕਈ ਲੋਕ ਦੱਸਦੇ ਫਿਰਦੇ, ਬਾਬਾ ਜੀ ਮੈਂ 5 ਵਾਰੀ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਮੈਂ 10 ਵਾਰੀ ਪੜ੍ਹਿਆ ਨਾ, 100 ਵਾਰੀ ਪੜ੍ਹਿਆ, ਪਰ ਅੰਦਰ ਖੁਸ਼ਬੂ ਤੇ ਕੋਈ ਨਹੀਂ ਆਈ, ਸੁਗੰਧੀ ਲਈ ਨਹੀਂ, ਬਲਕਿ ਹੰਕਾਰ ਕੀਤਾ ਹੋਇਆ। ਹਾਂਜੀ। ਹਾ ਨਰ ਕੇ ਤਨ ਮੋਹ ਬਸ ਮੈਂ। ਹਾਂ, ਹਾਏ ਨਰ ਕੇ ਤਨ ਮੋਹ ਬਸ ਮੈਂ, ਕਹਿੰਦੇ ਮੈਂ ਬੰਦੇ ਦੇ ਸਰੀਰ 'ਚ ਵਸ ਕੇ, ਬੰਦੇ ਦੇ ਸਰੀਰ 'ਚ ਰਹਿ ਕੇ, ਨਰ ਕੇ ਤਨ ਮੋਹ। ਹਾਂਜੀ। ਨਰਕੇ ਬਸਬੇ ਕੋ ਪਰਾਕਰਮ ਕੀਨੋ। ਨਰਕਾਂ 'ਚ ਜਾਣ ਦਾ ਉਪਰਾਲਾ ਕੀਤਾ। ਨਰਕੇ ਤਨ ਮੋਹ, ਬੰਦੇ ਦੇ ਸਰੀਰ 'ਚ ਰਹਿ ਕੇ, ਨਰਕੇ ਬਸਬੇ ਕੋ, ਨਰਕਾਂ 'ਚ ਜਾਣ ਲਈ ਕੀਤੀ ਹੈ। ਮੈਂ ਸਵਰਗ ਜਾਣ ਦੀ ਜਾਂ ਸੱਚਖੰਡ ਜਾਣ ਦੀ ਕਦੀ ਕੋਈ ਪਲੈਨਿੰਗ ਨਹੀਂ ਬਣਾਈ। ਹਾਂਜੀ। ਕਬਿਤ ਬ੍ਰਹਮ ਗਿਆਨ ਕੇ ਵਿਵੇਕੀ ਵਿਮਲ ਮਨੀਖਾਂ ਜਾ ਕੀ। ਜਿਹੜੇ ਬ੍ਰਹਮ ਗਿਆਨ ਦੇ ਵਿਵੇਕੀ ਨੇ, ਗਿਆਨੀ ਪੁਰਸ਼ ਨੇ, ਜਿਨ੍ਹਾਂ ਦੀ ਬੁੱਧੀ ਨਿਰਮਲ ਹੈ, ਮਨੀਖਾ ਕਹਿੰਦੇ ਬੁੱਧੀ ਨੂੰ, ਵਿਮਲ ਕਹਿੰਦੇ ਨਿਰਮਲ, ਜਿਨ੍ਹਾਂ ਦੀ ਬੁੱਧੀ ਬ੍ਰਹਮ ਗਿਆਨੀਆਂ ਦੀ ਨਿਰਮਲ ਹੈ। ਹਾਂਜੀ। ਅਹੋ ਦੋਹ ਕਿਰਿਆ ਤਾਈ ਪਾਇਓ ਦਰਵ ਤਿਆਗੇ ਹੈ। ਉਹਨਾਂ ਮਹਾਂਪੁਰਸ਼ਾਂ ਨੇ ਕੀ ਕੀਤਾ ਹੈ, ਉਹਨਾਂ ਨੇ ਬੜੀ ਕਠਿਨ ਘਾਲਣਾ ਘਾਲੀ ਹੈ। ਕਹਿੰਦੇ ਉਹਨਾਂ ਨੇ ਕੀ ਕੀਤਾ ਵੀ ਉਹਨਾਂ ਨੇ ਦਰਵਿਆ ਤਿਆਗੇ ਹੈ, ਧਨ ਦੇ ਪਦਾਰਥ ਜਿਹੜੇ ਨਾ, ਹਾਂਜੀ, ਉਹ ਤਿਆਗ ਦਿੱਤੇ ਉਹਨਾਂ ਨੇ ਮੋਹ ਮਾਇਆ ਦੇ ਪਦਾਰਥਾਂ ਦਾ ਮੋਹ ਨਹੀਂ ਕੀਤਾ। ਉਹਨਾਂ ਨਾ ਜ਼ਮੀਨਾਂ ਦਾ, ਨਾ ਮਕਾਨਾਂ ਦਾ, ਨਾ ਪੈਸੇ ਦਾ, ਨਾ ਸੋਨੇ ਚਾਂਦੀ ਦਾ, ਇਹਨਾਂ ਜਿੰਨੀਆਂ ਵੀ ਚੀਜ਼ਾਂ ਨੇ, ਆਪਣੇ ਸਰੀਰ ਨੂੰ ਵੀ ਆਪਣਾ ਨਹੀਂ ਸਮਝਿਆ। ਉਹਨਾਂ ਨੇ ਕਿਹਾ ਵੀ ਸਭ ਇੱਥੇ ਦਾ ਸੌਦਾ ਇੱਥੇ ਹੀ ਰਹਿ ਜਾਣਾ, ਆਪਾਂ ਆਪਣੀ ਆਤਮਾ ਦਾ ਕਰੀਏ ਕੁਛ। ਹਾਂਜੀ। ਭੋਗਨ ਕੀ ਰਾਸ ਕੋ ਆਵਾਸ ਧਨ ਤੇ ਉਦਾਸ। ਜਿਹੜੀ ਭੋਗਾਂ ਦੀ ਰਾਸ ਹੈ, ਧਨ, ਕਿਉਂਕਿ ਭੋਗ ਧਨ ਨਾਲ ਹੀ ਹੋਣੇ ਆ। ਜੇ ਪੈਸਾ ਹੋਏਗਾ ਤੇ ਤੁਸੀਂ ਗੱਡੀ ਖਰੀਦੋਗੇ, ਮਕਾਨ ਖਰੀਦੋਗੇ, ਇਸਤਰੀ ਆਵੇਗੀ, ਬੱਚੇ ਹੋਣਗੇ, ਸਾਰਾ ਕੁਝ ਪੈਸੇ ਨਾਲ ਹੀ। ਭੋਗਨ ਕੀ ਰਾਸ ਕੋ ਆਵਾਸ ਧਨ ਤੇ ਉਦਾਸ, ਘਰਾਂ ਤੋਂ ਪੈਸੇ ਤੋਂ ਉਦਾਸ ਹੋ ਗਏ ਨੇ। ਜਾਤੇ ਭੋਗੋਂ ਤੇ ਨਿਰਾਸ ਆਤਮਾ ਨੁਰਾਗੇ ਹੈ। ਉਹ ਭੋਗਾਂ ਤੋਂ ਉਦਾਸ ਹੋ ਗਏ ਨੇ, ਭੋਗਾਂ ਤੋਂ ਨਿਰਾਸ਼ ਹੋ ਗਏ ਨੇ, ਤੇ ਆਤਮਾ ਨੂੰ ਰਾਗੇ ਆ, ਆਤਮਾ ਨੂੰ ਪ੍ਰੇਮ ਹੋ ਗਿਆ, ਆਤਮਾ ਨੂੰ ਜਾਣੀਏ, ਜਿਹੜਾ ਅਸਲ ਤੱਤ ਹੈ ਉੱਥੇ ਪਹੁੰਚੀਏ। ਹਾਂਜੀ। ਆਦ ਮੈਂ ਨਾ ਪ੍ਰਾਪਤ ਅਪ੍ਰਾਪਤ ਇਦਾਨੀ ਵੇਤ। ਆਦ ਮੈਂ ਨਾ ਪ੍ਰਾਪਤ, ਇਹ ਜਿਹੜੀ ਮਾਇਆ ਹੈ ਇਹ ਸ਼ੁਰੂ ਤੋਂ ਸਾਡੇ ਨਾਲ ਨਹੀਂ ਹੈ, ਮੁੱਢ 'ਚ ਤਾਂ ਨਹੀਂ ਹੈਗੀ ਸੀ, ਇਸ ਜਨਮ ਤੋਂ ਪਹਿਲਾਂ ਵੀ ਕੋਈ ਨਹੀਂ ਸਾਡੇ ਕੋਲ, ਤੇ ਹਰ ਵੇਲੇ ਵੀ ਨਹੀਂ। ਆਪਾਂ ਜਦੋਂ ਬੱਚੇ ਜੰਮੇ ਸੀ, ਹੋ ਸਕਦਾ ਅਸੀਂ ਗਰੀਬ ਹੋਈਏ। ਇਹ ਪ੍ਰਾਪਤ ਇਦਾਨੀ ਵੇਤ, ਇਦਾਨੀ ਇਸ ਵਰਤਮਾਨ ਸਮੇਂ 'ਚ ਸਾਨੂੰ ਮਿਲ ਰਹੀ ਹੈ, ਪਹਿਲੇ ਨਹੀਂ ਸੀਗੀ, ਹੁਣ ਹੈਗੀ ਹੈ, ਔਰ ਅੱਗੇ ਨਹੀਂ ਰਹਿਣੀ। ਜਿਹੜੀ ਚੀਜ਼ ਸਦਾ ਹੁੰਦੀ ਉਹ ਤਾਂ ਸਦਾ ਹੀ ਹੁੰਦੀ, ਪਹਿਲੇ ਵੀ ਹੋਣੀ ਚਾਹੀਦੀ ਸੀ, ਪਰ ਪਹਿਲੇ ਨਹੀਂ ਸੀ, ਹੁਣ ਮਿਲੀ ਹੈ। ਹਾਂਜੀ। ਦ੍ਰਿੜ ਨਾ ਪ੍ਰਤੀਤ ਹਮ ਆਗੇ ਕਾ ਛਪਾਗੇ ਹੈ। ਇਸ ਗੱਲ ਦੀ ਸਾਨੂੰ ਦ੍ਰਿੜ ਪ੍ਰਤੀਤ ਭਰੋਸਾ ਨਹੀਂ ਹੈ ਵੀ ਅੱਗੇ ਵੀ ਇਹ ਨਾਲ ਨਿਭੇਗੀ। ਕਈ ਵਾਰੀ ਬੜੇ ਬੜੇ ਰਾਜੇ ਮਹਾਰਾਜੇ ਵਿਚਾਰੇ ਭੀਖ ਮੰਗਣ ਦੇ ਮਜਬੂਰ ਹੋ ਜਾਂਦੇ, ਬੜੇ ਬੜੇ ਪੈਸੇ ਵਾਲੇ ਬੰਦੇ ਕੰਗਾਲ ਹੋ ਜਾਂਦੇ, ਬਿਜ਼ਨਸ ਠੱਪ ਹੋ ਜਾਂਦੇ ਆ। ਹਾਂਜੀ। ਸੜਕ 'ਤੇ ਆ ਜਾਂਦੇ ਆ। ਕਹਿੰਦੇ ਕੋਈ ਜ਼ਰੂਰੀ ਤਾਂ ਨਹੀਂ ਵੀ ਇਹ ਭੋਗ ਸਕਦਾ ਸਾਡੇ ਨਾਲ ਰਹਿਣਗੇ, ਇਹਨਾਂ ਨੇ ਤਿਆਗ ਜਾਣਾ ਇੱਕ ਦਿਨ। ਹਾਂਜੀ। ਇੱਛਾ ਮਾਤਰ ਧਨ ਕੇ ਇਕੱਤਰ ਕੋ ਨਾ ਤਿਆਗ ਸਕੇ। ਕਹਿੰਦੇ ਜਿਹੜੀ ਪਹਿਲਾਂ ਮਿਲੀ ਨਹੀਂ ਤੇ ਜਿਹੜੀ ਅੱਗੇ ਰਹਿਣੀ ਨਹੀਂ, ਕੇਵਲ ਇੱਛਾ ਮਾਤਰ ਫੁਰਨਾ ਹੀ ਹੋ ਰਿਹਾ ਵੀ ਮੈਂ ਇਹਨੂੰ ਕਮਾ ਲਾਂਗਾ, ਮੈਂ ਲੱਖਾਂ ਰੁਪਏ ਕਰੋੜਾਂ ਅਰਬਾਂ ਪਤੀ ਬਣ ਜਾਂਗਾ। ਜਿਵੇਂ ਸ਼ੇਖ ਚਿੱਲੀ ਕਹਿੰਦਾ ਸੀ ਵੀ ਮੈਂ ਹੁਣ ਆਂਡੇ ਵੇਚਾਂਗਾ, ਆਂਡੇ ਵੇਚ ਕੇ ਮੁਰਗੀਆਂ ਲਵਾਂਗਾ, ਮੁਰਗੀਆਂ ਲੈ ਕੇ ਫਿਰ ਬੱਕਰੀਆਂ ਲਵਾਂਗੇ, ਬੱਕਰੀਆਂ ਤੋਂ ਫਿਰ ਆਮਦਨ, ਫਿਰ ਮੱਝਾਂ ਖਰੀਦਾਂਗੇ, ਗਾਵਾਂ ਖਰੀਦਾਂਗੇ, ਘੋੜੇ ਖਰੀਦਾਂਗੇ, ਫਿਰ ਮੈਂ ਮਤਲਬ ਵਿਆਹ ਕਰਾਵਾਂਗਾ, ਮੇਰੀ ਜਨਾਨੀ ਆਵੇਗੀ, ਫਿਰ ਉਹਦੇ 4-5 ਨਿਆਣੇ ਹੋਣਗੇ,
ਤੇ ਉਹ ਜਦੋਂ ਘਰ 'ਚ ਨਿਆਣੇ ਖੇਡਦੇ ਹੋਇਆ ਕਰਨਗੇ, ਘਰ ਦੇ ਭਾਂਡੇ ਭੂੰਡੇ ਇੱਦਾਂ ਨਾਲ ਪਤੀਲੇ ਪਤੂਲੇ ਖਲੇਰੇ ਹੋਇਆ ਕਰਨਗੇ, ਤੇ ਫਿਰ ਮੈਂ ਘਰ ਆਇਆ ਕਰਾਂਗਾ, ਤੇ ਫਿਰ ਮੈਂ ਆਪਣੀ ਘਰ ਵਾਲੀ ਦੇ ਰੋਹ ਪਾਉਣ ਵਾਸਤੇ ਉਹਨਾਂ ਭਾਂਡਿਆਂ ਨੂੰ ਪੈਰ ਦਾ ਠੁੱਡਾ ਮਾਰਿਆ ਕਰਾਂਗਾ ਵੀ ਇਹ ਕੀ ਖਿਲਾਰੇ ਹੋਏ ਨੇ। ਤੇ ਇੱਦਾਂ ਹੀ ਕਹਿੰਦੇ ਉਹਨੇ ਠੁੱਡਾ ਮਾਰਤਾ, ਉਹ ਠੁੱਡਾ ਮਾਰਿਆ, ਉਹ ਜਿਹੜੇ ਆਂਡੇ ਸੀ ਉਹ ਸਿਰ ਤੋਂ ਡਿੱਗ ਪਏ ਸਾਰੇ, ਤੇ ਸਾਰੇ ਟੁੱਟ ਗਏ। ਉਹ ਨਾ ਬੱਕਰੀਆਂ ਰਹੀਆਂ, ਕਹਿੰਦਾ ਹੈ ਸਾਰਾ ਕੁਛ ਹੀ ਖਤਮ। ਇੱਦਾਂ ਸੁਪਨਾ ਹੀ ਹੈ ਨਾ ਵੀ ਆਹ ਕਰਾਂਗੇ, ਬਿਜ਼ਨਸ ਕਰਾਂਗੇ, ਫਿਰ ਆਪਾਂ ਆਹ ਕਰਾਂਗੇ, ਫਿਰ ਆਪਾਂ ਲੱਖਾਂਪਤੀ ਬਣਾਂਗੇ, ਫਿਰ ਕਰੋੜਪਤੀ ਬਣਾਂਗੇ। ਕਹਿੰਦੇ ਇੱਛਾ ਮਾਤਰ ਧਨ ਕੋ ਇਕੱਤਰ ਕੋ ਨਾ ਤਿਆਗ ਸਕੇ, ਕੇਵਲ ਫੁਰਨੇ ਦਾ ਹੀ ਹੈ, ਉਹਨੂੰ ਨਹੀਂ ਛੱਡ ਸਕਦੇ। ਹਾਂਜੀ, ਵਹੀ ਵੱਡ ਭਾਗੇ ਹੈ ਹਮਾਰੇ ਭਾਗ ਭਾਗੇ ਹੈ। ਕਹਿੰਦੇ ਵਹੀ ਵੱਡ ਭਾਗੇ ਹੈ, ਉਹੀ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਸਾਰਾ ਕੁਝ ਤਿਆਗਿਆ ਹੋਇਆ। ਹਮਾਰੇ ਭਾਗ ਭਾਗੇ ਹੈ, ਸਾਡੇ ਭਾਗ ਦੌੜ ਗਏ ਨੇ, ਸਾਡੇ ਭਾਗ ਸਾਡਾ ਸਾਥ ਛੱਡ ਗਏ ਨੇ ਵੀ ਅਸੀਂ ਇਸ ਮਾਇਆ ਝੂਠੀ 'ਚ ਫਸੇ ਹੋਏ ਹਾਂ। ਹਾਂਜੀ, ਅਨੰਗ ਸ਼ੇਖਰ ਛੰਦ ਜਾਤ ਜਾਚ ਕੇ ਆਹਾਰ ਨਾਹਿ ਸੋ ਪੇ ਸਵਾਦ ਵਾਰ। ਸ੍ਰੀ ਮਹਾਰਾਜ ਭਰਤਰੀ ਜੀ ਆਪਣਾ ਦੱਸਦੇ ਨੇ, ਕਹਿੰਦੇ ਜਾਚ ਜਾਚ ਕੇ ਆਹਾਰ, ਮੰਗ ਮੰਗ ਕੇ ਅਸੀਂ ਲੋਕਾਂ ਦੇ ਬੂਹੇ 'ਤੇ ਰੋਟੀ ਮੰਗਦੇ। ਜੋਗੀ ਬਣ ਗਏ ਨਾ ਰਾਜਾ ਭਰਤਰੀ, ਤੇ ਰੋਟੀ ਮੰਗਣ ਜਾਂਦਾ ਸੀ। ਕਹਿੰਦੇ ਮੰਗ ਮੰਗ ਕੇ ਲਿਆਉਣਾ, ਤੇ ਨਾ ਇਹ 100 ਰੁਪਏ ਸਵਾਦ ਵਾਰ, ਉਹ ਵੀ ਸਵਾਦ ਵਾਲੀ ਨਹੀਂ ਹੁੰਦੀ। ਕਿਸੇ ਘਰ 'ਚ ਰਾਤ ਦੀ ਰੋਟੀ ਪਈ ਹੁੰਦੀ, ਕਿਸੇ ਦੇ ਕੱਲ੍ਹ ਦੁਪਹਿਰ ਦੀ ਪਈ ਹੁੰਦੀ, ਕਿਸੇ ਨਿਆਣਿਆਂ ਦੀ ਜੂਠੀ ਪਈ ਹੁੰਦੀ, ਤੇ ਕਿਸੇ ਘਰ ਦੇ ਵਿੱਚ ਕੜੀ ਬਣੀ ਹੁੰਦੀ, ਕਿਤੇ ਗੋਭੀ ਬਣੀ ਹੁੰਦੀ, ਕਿਤੇ ਟਮਾਟਰ ਬਣੇ ਹੁੰਦੇ, ਕਿਤੇ ਆਲੂ, ਕਿਤੇ ਇਕੱਠੇ ਕਰਕੇ ਅਗਲੇ ਦੇ ਦਿੰਦੇ ਨੇ ਹੈਂ। ਤੇ ਸਵਾਦ ਨਹੀਂ ਹੁੰਦੀ ਰੋਟੀ, ਭੀਖ ਦੀ ਰੋਟੀ ਕਿਹੜੇ ਸਵਾਦ ਹੁੰਦੀ। ਹਾਂਜੀ, ਲਾਭ ਹੋਤ ਏਕ ਵਾਰ ਭੂਖ ਤਾਪ ਕੋ ਅਵਾਰ। ਉਹ ਵੀ ਦਿਨ 'ਚ ਮੈਂ ਇੱਕ ਵਾਰੀ ਲੱਭਦੀ ਹੈ, ਕਿਉਂਕਿ ਜਿਹੜੇ ਅਸਲ ਜੋਗੀ ਹੁੰਦੇ ਨਾ ਇੱਕ ਟਾਈਮ ਮੰਗਦੇ। ਸਾਡੇ ਅੰਬਾਲੇ ਇੱਕ ਮਹਾਂਪੁਰਸ਼ ਹੋਏ ਨੇ ਬਾਬਾ ਦਇਆਨੰਦ ਜੀ, ਉਹ ਬਹੁਤ ਹੀ ਵਿਦਵਾਨ ਸੀ, ਗੁਰਬਾਣੀ ਦੇ ਵੀ ਤੇ ਸ਼ਾਸਤਰਾਂ ਵੇਦਾਂ ਦੇ ਵੀ, ਤੇ ਹੁਸ਼ਿਆਰਪੁਰ ਵੱਲ ਦਾ ਉਹਨਾਂ ਦਾ ਜਨਮ ਸੀਗਾ। ਤੇ ਪਰ ਬਰਕਤ ਸੀਗੇ, ਜਿੱਥੇ ਜਾਂਦੇ ਪੈਦਲ ਹੀ ਜਾਂਦੇ, ਗੱਡੀ ਕਾਰ ਬੱਸ 'ਚ ਕਦੀ ਨਹੀਂ ਸੀ ਬਹਿੰਦੇ। ਤੇ ਵੇ ਆਪਣੇ ਝੋਲੇ 'ਚ ਗ੍ਰੰਥ ਰੱਖਦੇ ਸੀ, ਉਹ ਪੜ੍ਹੀ ਜਾਣਾ, ਤੇ ਆਪਣੇ ਤਿੰਨ ਘਰਾਂ 'ਚ ਭਿਕਸ਼ਾ ਲੈਣ ਜਾਣਾ। ਰੋਜ਼ ਸਵੇਰੇ 9 ਵਜੇ ਜਾਂਦੇ ਸੀ, ਪਹਿਲੇ ਘਰ 'ਚ 2 ਰੋਟੀਆਂ ਮਿਲ ਗਈਆਂ, ਬਾਹਰ ਹੀ ਅੰਦਰ ਨਹੀਂ ਵੜਨਾ, ਅੱਖਾਂ ਨੀਵੀਆਂ ਰੱਖਣੀਆਂ, ਕਿਸੇ ਨੇ 2 ਪ੍ਰਸ਼ਾਦੇ ਦੇਣੇ, ਉਹਨੇ ਹੱਥ 'ਤੇ ਲੈ ਕੇ ਉੱਥੇ ਛਕ ਲੈਣੇ, ਤੇ ਉਹ ਆਪਣੀ ਕੁਟੀਆ ਜਾ ਕੇ ਭਜਨ ਕਰਨ ਲੱਗ ਜਾਣਾ। ਜੇ ਦੂਜੇ ਉਸ ਘਰ 'ਚ ਨਹੀਂ ਮਿਲੇ, ਫਿਰ ਦੂਜੇ ਘਰ ਜਾ ਕੇ ਅਲੱਖ ਬੋਲ ਦੇਣੀ, ਉੱਥੋਂ 2 ਪ੍ਰਸ਼ਾਦੇ ਮਿਲ ਕੇ ਉੱਥੇ ਛਕ ਕੇ ਫਿਰ ਆ ਜਾਣਾ। ਜੇ ਦੂਜੇ ਘਰ 'ਚ ਨਹੀਂ ਮਿਲੇ, ਫਿਰ ਤੀਜੇ ਘਰ ਜਾਣਾ, ਤੀਜੇ ਘਰ 'ਚ ਵੀ ਆਪਣੀ ਅਲੱਖ ਬੁਲਾਣੀ, ਸਤਿਨਾਮ ਬੋਲਣਾ, ਉਹਨਾਂ ਨੇ 2 ਪ੍ਰਸ਼ਾਦੇ ਦੇਣੇ, ਖਾ ਲੈਣੇ। ਜੇ ਤੀਜੇ 'ਚ ਵੀ ਨਹੀਂ ਮਿਲੇ, ਫਿਰ ਚੌਥੇ ਘਰ 'ਚ ਨਹੀਂ ਜਾਣਾ, ਭੁੱਖੇ ਹੀ ਵਾਪਸ ਆ ਕੇ ਆਪਣੇ ਘਰ ਭਜਨ ਕਰਨਾ। ਹਾਂਜੀ, ਤੇ ਉਹ ਲਾਭ ਹੋ ਤੇ ਇੱਕ ਵਾਰੀ ਕਹਿੰਦੇ ਭਿੱਖਿਆ ਦੀ ਰੋਟੀ ਮਿਲਦੀ ਹੈ, ਭੂਖ ਤਾਪ ਕੋ ਅਵਾਰ। ਕਹਿੰਦੇ ਇਹ ਜਿਹੜੀ ਰੋਟੀ ਹੈ, ਇਹ ਭਿਖਾਰੀ ਦਾ ਜੀਵਨ ਹੈ, ਸਾਧੂ ਦਾ, ਇਹ ਭੁੱਖ ਦੇ ਤਾਪਾਂ ਦਾ ਘਰ ਹੈ। ਭੁੱਖ ਵੀ ਸਰੀਰ ਸਹਿਣੀ ਹੈ, ਤੇ ਤਾਪ ਵੀ ਸਰੀਰ ਨੂੰ ਤਪ ਕਰਨਾ, ਭੁੱਖੇ ਰਹਿਣਾ। ਹਾਂਜੀ, ਸੈਨ ਭੂਮ ਪੈ ਬਨੋ ਨਾ ਸਾਕ ਸੈਨ ਕੋ ਗਨੋ। ਸੈਨ ਭੂਮ ਪੈ ਬਣੋ, ਸੈਨ ਮੈਨੇ ਸੌਣਾ, ਭੂਮੀ ਉੱਤੇ ਹੀ ਬਣਦਾ, ਕੋਈ ਮੰਜੇ ਬਿਸਤਰੇ ਥੋੜ੍ਹਾ ਨੇ, ਥੱਲੇ ਦਰਖਤ ਦੇ ਥੱਲੇ ਹੀ ਸੌਂ ਜਾਣਾ, ਕੁਟੀਆ ਤੇ ਨਹੀਂ, ਜ਼ਮੀਨ 'ਤੇ ਸੌਣਾ। ਨਾ ਸਾਕ ਸੈਨ ਕੋ ਗਣੋ, ਕੋਈ ਰਿਸ਼ਤੇਦਾਰ, ਕੋਈ ਸੱਜਣ, ਕੋਈ ਮਿੱਤਰ, ਨਾ ਕੋਈ ਭਰਾ, ਨਾ ਕੋਈ ਸਾਲਾ, ਨਾ ਕੋਈ ਸਾਂਢੂ, ਕੋਈ ਹੈ ਹੀ ਨਹੀਂ, ਸਾਰਾ ਕੁਝ ਤਿਆਗਿਆ। ਹਾਂਜੀ, ਸਰੀਰ ਮਾਤਰ ਭੋਖਨੋ ਨਾ ਜੋਬਨੋ ਸੁਪੈਦ ਵਾਰ। ਸਰੀਰ ਮਾਤਰ ਭੋਖਣੋ, ਸਿਰਫ ਇਹ ਸਰੀਰ ਨੂੰ ਰੋਟੀ ਦੇਣੀ ਹੈ 2 ਟਾਈਮ ਜਾਂ 1 ਟਾਈਮ, ਇੰਨਾ ਹੀ ਬਸ ਆਪਣਾ ਗੁਜ਼ਾਰਾ ਕਰਨਾ। ਤੇ ਨਾ ਜੋਬਨੋ, ਜਵਾਨੀ ਰਹੀ ਨਹੀਂ ਹੁਣ, ਸੁਪੈਦ ਵਾਰ, ਦਾੜੀ ਦੇ ਕੇਸ ਦੁਮਾਲੇ ਦੇ ਸਿਰ ਦੇ ਚਿੱਟੇ ਹੋ ਗਏ ਨੇ ਸਾਰੇ। ਹਾਂਜੀ, ਖੀਨ ਚੀਰ ਗੋਦਰੀ ਅਨੇਕ ਲੀਰ ਸੋ ਕਰੀ। ਪੁਰਾਣੀਆਂ ਪਾਟੇ ਕੱਪੜੇ, ਖੀਨ ਜਿਹੜੇ ਕੱਪੜੇ ਪੁਰਾਣੇ ਹੋ ਗਏ, ਉਹਨਾਂ ਦੀ ਕੱਪੜਿਆਂ ਦੀਆਂ ਜਿਹੜੀ ਗੋਦੜੀਆਂ ਬਣਾ ਕੇ ਲੀਰਾਂ ਦੇ ਨਾਲ ਮੈਂ ਆਪਣੇ ਉੱਤੇ ਕੰਬਲ ਬਣਾਇਆ ਹੋਇਆ, ਠੰਡ ਲੱਗਦੀ ਉੱਤੇ ਉਹ ਲੈ ਲੈਂਦੇ ਨੇ ਜੋਗੀ ਗੋਦੜੀ। ਹਾਂਜੀ, ਕਰੀ ਉਜਾਰ ਝੋਂਪਰੀ ਅਧੈਨ ਗ੍ਰੰਥ ਵਾਰ ਵਾਰ। ਖੀਨ ਚੀਰ ਗੋਦੜੀ ਅਨੇਕ ਲੀਰ ਸੌ ਕਰੀ, ਜਿਹੜੀ ਅਨੇਕਾਂ ਲੀਰਾਂ ਨਾਲ ਗੋਦੜੀ ਬਣਾਈ ਹੈ। ਤੇ ਕਰੀ ਉਜਾੜ ਝੋਪੜੀ, ਉਜਾੜ ਵਿੱਚ ਝੋਂਪੜੀ ਬਣਾਈ, ਕੱਖਾਂ ਦੀ ਕੁੱਲੀ, ਤੇ ਅਧੈਨ ਗ੍ਰੰਥ ਵਾਰ ਵਾਰ, ਤੇ ਗ੍ਰੰਥਾਂ ਨੂੰ ਮੈਂ ਬਾਰ ਬਾਰ ਪੜ੍ਹਦਾ, ਕਿਉਂਕਿ ਜਿਹੜੇ ਅਸਲ ਮਹਾਂਪੁਰਸ਼ ਹੁੰਦੇ ਉਹ ਆਪਣਾ ਮਨ ਤਾਂ ਟਿਕਾਣਾ ਹੀ ਹੈ ਨਾ, ਸਤਸੰਗ ਦਾ ਕਰਨਾ ਹੀ ਹੈ, ਗੁਰਬਾਣੀ ਜਾਂ ਧਰਮ ਗ੍ਰੰਥ ਜਿਹੜੇ ਉਹ ਪੜ੍ਹਦੇ ਰਹਿੰਦੇ। ਹਾਂਜੀ, ਹਾਏ ਹਾਏ ਭੋਗ ਚਾਹੇ ਨਾਹੇ ਮੈਂ ਨਾ ਤਜੇ ਅਜੇ ਅਜੇਪ। ਕਹਿੰਦੇ ਹਾਏ ਹਾਏ ਭੋਗ ਚਾਹੇ ਨਾਹੇ ਮੈਂ ਤਜੇ ਅਜੇਪ।
ਕਹਿੰਦੇ ਹਾਏ ਇੰਨਾ ਕੁਝ ਕਰਕੇ, ਹਾਲਾਂਕਿ ਮੈਂ ਭੀਖ ਮੰਗ ਕੇ ਖਾਣਾ, ਸਵਾਦੀ ਖਾਣਾ ਨਹੀਂ ਖਾਂਦਾ, ਤੇ ਥੱਲੇ ਸੌਣਾ, ਤੇ ਕੋਈ ਮੇਰਾ ਰਿਸ਼ਤੇਦਾਰ ਨਹੀਂ ਗਾ, ਤੇ ਲੀਰਾਂ ਦੀ ਗੋਦੜੀ ਮੈਂ ਆਪਣੇ ਉੱਤੇ ਲੈਣਾ, ਕੱਖਾਂ ਦੀ ਕੁੱਲੀ 'ਚ ਮੈਂ ਰਹਿਣਾ, ਪਰ ਫੇਰ ਵੀ ਇੰਨੇ ਗ੍ਰੰਥ ਵੀ ਪੜ੍ਹਦਾ, ਫੇਰ ਵੀ ਕਹਿੰਦੇ ਜਿਹੜੀ ਭੋਗਾਂ ਦੀ ਚਾਹਨਾ ਨਾ ਉਹ ਅਜੇ ਮੈਨੂੰ ਅਜੇ ਵੀ ਨਹੀਂ ਜਾਂਦੀ ਮੇਰੇ 'ਚੋਂ। ਯਾਨੀ ਸੰਸਾਰ ਦੇ ਸੁੱਖਾਂ ਨੂੰ ਭੋਗਣ ਦੀ ਇੱਛਾ, ਹਾਏ ਹਾਏ ਭੋਗ ਚਾਹੇ ਨਾ ਇਹ ਮੈਂ ਤਜੇ ਅਜੇਬ, ਅਜੇ ਵੀ ਨਹੀਂ ਛੱਡਦੀ। ਅਜੇ ਵੀ ਦਿਲ ਕਰਦਾ ਵੀ ਵਧੀਆ ਖਾਈਏ, ਵਧੀਆ ਘਰ 'ਚ ਰਹੀਏ। ਜਦੋਂ ਭਰਤਰੀ ਜੀ ਜੋਗੀ ਬਣ ਕੇ ਬਨਾਰਸ ਆ ਗਏ ਨਾ, ਉੱਥੇ ਰਾਤ ਛੱਡ ਕੇ, ਤੇ ਸਵੇਰੇ 5 ਵਜੇ ਦਾ ਟਾਈਮ ਸੀਗਾ, ਤੇ ਉਹ ਕਿਸੇ ਨੇ ਪਾਨ ਖਾ ਕੇ ਥੁੱਕਿਆ ਹੋਇਆ ਸੀਗਾ, ਉਹਦਾ ਲਾਲ ਰੰਗ ਸੀ, ਤੇ ਉਹ ਨਿਗਾਹ ਪਈ, ਕਹਿੰਦੇ ਲਾਲ ਪਿਆ, ਇੱਦਾਂ ਹੱਥ ਮਾਰਿਆ ਤੇ ਉਹ ਪੀਕ ਨਾਲ ਠੋਕਰ ਨਾਲ ਹੱਥ ਭਰ ਗਿਆ। ਤਾਂ ਉੱਥੇ ਮਨ 'ਚ ਬੜਾ ਗਿਲਾਨੀ ਆਈ, ਤੇ ਉਹਨੂੰ ਕਹਿੰਦੇ ਬਚਨ ਕਿਹਾ, ਕਹਿੰਦੇ ਰਤਨ ਜਟ ਮੰਦਰ ਤਜੇ ਆਰ ਸਖੀਅਨ ਕੇ ਸਾਥ, ਕਹਿੰਦੇ ਸੋਨੇ ਦੇ ਮਹਿਲ, ਹੀਰੇ ਜੜੇ ਕੰਧਾਂ ਵਿੱਚ, ਤੇ ਸਖੀਆਂ ਪਦਮਣੀਆਂ ਇਸਤਰੀਆਂ ਉੱਥੇ, ਤੇ ਰਤਨਾਂ ਨਾਲ ਘਰ ਭਰਿਆ ਹੋਇਆ, ਉਹ ਤੇ ਛੱਡ ਦਿੱਤੇ। ਕਹਿੰਦੇ ਮਨ ਦੀ ਤ੍ਰਿਸ਼ਨਾ ਕਿੱਡੀ ਭੈੜੀ ਹੈ ਵੀ ਭਰਾ ਪੀ ਕਿਸੇ ਹੱਥ, ਹਾਂਜੀ ਕਿੱਥੇ ਆ ਕੇ ਮਨ ਡੋਲ ਜਾਂਦਾ। ਇਹਦਾ ਇਹ ਭੋਗਾਂ ਦੀ ਜਿਹੜੀ ਚਾਹਨਾ ਅਜੇ ਵੀ ਨਹੀਂ ਛੱਡਦੀ। ਕਹਿੰਦੇ ਮੋਰ ਚਿਤ ਬੈਲ ਕੋ ਸਵਾਰ, ਬੈਲ ਕੇ ਸਵਾਰ। ਮੋਰ ਚਿਤ ਬੈਲ ਕੋ ਸਵਾਰ, ਬੈਲ ਕੇ ਸਵਾਰ। ਬੈਲ ਕਾ ਸਵਾਰ ਕੌਣ ਹੁੰਦਾ? शिव जी महाराज। शिव जी कहते बैल की सवारी करते हैं। हे शिव जी महाराज बैल के सवार, मोर चित बैल को सवार, मेरे चित रूपी बैल नूं सवार दे। मोर चित बैल को सवार, बैल के सवार यमक अलंकार है, तो दोवां दे अखर अर्थ वखरे वखरे है। मेरे चित रूपी बैल नूं सवार दिओ, हे बैल ते चढ़न वाले शिव जी महाराज। हाँ जी। दोहरा अलंग भरत वैराग को भयो दूसरो ਧਿਆਏ। ਸੋ ਵੈਰਾਗ ਸ਼ਤਕ ਦਾ ਦੂਜਾ ਅਧਿਆਏ ਇੱਥੇ ਪੂਰਾ ਹੋ ਗਿਆ। ਆਲੰਗ ਮੈਨੇ ਸੰਪੂਰਨ ਹੋ ਗਿਆ, ਵੈਰਾਗ ਸ਼ਤਕ ਦਾ ਦੂਸਰਾ ਅਧਿਆਏ। ਹਾਂਜੀ। ਨਿੰਦਿਓ ਭੂਪ ਸਵੈ ਆਪ ਕੋ, ਕਲਿਆਣਾਰ ਸਵੈ ਪਾਏ। ਨਿੰਦਿਓ ਭੂਪਤ ਸਵਾਪ ਕੋ, ਸਵਾਪ ਮੈਨੇ ਆਪਣੇ ਆਪ ਨੂੰ, ਰਾਜੇ ਨੇ ਆਪਣੇ ਆਪ ਨੂੰ ਨਿੰਦਿਆ। ਇਹਦੇ ਵਿੱਚ ਭਰਤਰੀ ਮਹਾਰਾਜ ਨੇ ਇਹਦੇ ਵਿੱਚ ਆਪਣੀ ਨਿੰਦਾ ਕੀਤੀ ਹੈ ਵੀ ਮੈਂ ਕੁਝ ਕੱਟ ਨਹੀਂ ਸਕਿਆ, ਮੈਂ ਚੰਗਾ ਨਹੀਂ ਕਰ ਸਕਿਆ, ਮੈਂ ਨਾ ਸੂਰਮਾ ਬਣ ਸਕਿਆ, ਨਾ ਮੈਂ ਦਾਨੀ ਬਣ ਸਕਿਆ, ਨਾ ਮੈਂ ਰਾਜਾ ਬਣ ਸਕਿਆ, ਨਾ ਮੈਂ ਕੋਈ ਚੰਗਾ ਧਰਮੀ ਬਣ ਸਕਿਆ। ਇਹਦਾ ਆਪਣੇ ਮਨੁੱਖਾ ਜੀਵਨ ਜਿਹੜਾ ਸਮਾਂ ਲੰਘ ਗਿਆ ਉਹਦੇ ਉੱਤੇ ਪਛਚਾਤਾਪ ਕੀਤਾ। ਕਲਿਆਣ ਆਰ ਸੁਭਾਏ, ਕਲਿਆਣ ਆਪਣੇ ਆਪ ਨੂੰ ਕਲਿਆਣ ਦਾ ਵੈਰੀ ਜਾਣ ਕੇ ਵੀ ਮੈਂ ਜਿਹੜਾ ਕਲਿਆਣ ਦਾ ਨਾ ਮੈਂ ਦੁਸ਼ਮਣ ਰਿਹਾ, ਮੈਂ ਕਲਿਆਣ ਆਪਣੀ ਕਰ ਨਹੀਂ ਸਕਿਆ, ਆਪਣੀ ਮੁਕਤੀ ਨਹੀਂ ਕਰ ਸਕਿਆ, ਤੇ ਇਸ ਕਰਕੇ ਆਪਣੇ ਆਪ ਨੂੰ ਇਹਦੇ 'ਚ ਨਿੰਦਿਆ, ਆਪਣੇ ਸੁਭਾਅ ਨੂੰ ਨਿੰਦਿਆ। ਸੋ ਇੰਨਾ ਹੀ ਇਹ ਦੂਸਰੇ ਅਧਿਆਏ ਦੀ ਕਥਾ ਆਪ ਜੀ ਨੇ ਸਾਂਝੀ ਕੀਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾ।